दागी अफसर रहा है, हर नजायज़ काम उन्हें किया है। मैं ऑन रिकॉर्ड कहना ਜਿਹੜਾ ਬੰਦਾ ਲੋਕਾਂ ਨੂੰ ਭਜਾਉਂਦਾ ਸੀ ਅੱਜ ਭੱਜਿਆ ਫਿਰ ਰਿਹਾ ਉਹ ਦਿਨ ਲਿਆਤੇ ਨਾ, ਇਹ ਰੱਬ ਦੀ ਰਜ਼ਾ ਹੈ। ਇਸ ਕੇਸ ਨੂੰ ਹੱਥ ਪਾਉਣ ਲੱਗਿਆ ਕੀ ਤੁਹਾਡੇ ਹੱਥ ਪੈਰ ਕੰਬੇ ਨਹੀਂ? ਮੁਲਤਾਨੀ ਪ੍ਰੋਫੈਸਰ ਭੁੱਲਰ ਦੇ ਫਾਦਰ ਤੇ ਮਾਸੜ ਇਹਨਾਂ ਤਿੰਨਾਂ ਨੂੰ ਕਸਟਡੀ 'ਚ ਟੌਰਚਰ ਕਰਕੇ ਮਾਰਿਆ ਐਂਡ ਬੋਡੀਜ਼ ਡਿਸਪੋਜ਼ ਆਫ ਕਰਵਾ ਕੇ ਇਹਨਾਂ ਤੇ ਝੂਠੇ ਕੇਸ ਪਲਾਂਟ ਕੀਤੇ। ਸੁਮੇਧ ਸਿੰਘ ਸੈਣੀ ਦੀ ਅਰੈਸਟ ਬਹੁਤ ਜ਼ਰੂਰੀ ਹੈ, ਅਰੈਸਟ ਬਹੁਤ ਜ਼ਰੂਰੀ, क्योंकि ये तो कस्टडी दे विच ये पूछना जरूरी है कि जेडे झूठे वैपन्स आए वो कित्थों आए, वो डंडा तो कित्थे डिस्पोज ऑफ किया, बॉडी कित्थे डिस्पोज ऑफ की। देखो सज़ा तो इनू रब मेहर करन जरूर करावांगे, जो मर्जी होवे सज़ा इनू दवा के हटांगे ते पापां दी सज़ा दवावांगे। सीएम साहब ने जे उन्होंने अंदर देना हुंदा वो एक्चुअली दे दिंदे, ना तो मैनू वकील होने की लोड़ हुंदी, कंप्लेनेंट नूं मैनू करन दी लोड़ सी, ना इन्ना केस खिंचा जाता। टाइम की गल हुंदी है, जिवें उमरा नंगल का केस सी, वो 94 का एनकाउंटर 2013 च असी हाई कोर्ट गए, धमकियां देने वाले ने भी दे के देख लें, मेरा वादा तसल्ली करा दो। मैं अमन मोहन, सारे दर्शकों को प्यार भरी सत श्री अकाल। ਅੱਜ ਅਸੀਂ ਪੰਜਾਬ ਦੇ ਇੱਕ ਬਹੁਤ ਹੀ ਅਹਿਮ ਮਸਲੇ ਦੇ ਉੱਤੇ ਚਰਚਾ ਕਰਾਂਗੇ। ਇਹ ਮਸਲਾ ਕਾਲੇ ਦੌਰ ਦੇ ਦੌਰਾਨ ਜੁੜਿਆ ਹੋਇਆ ਹੈ। ਕਾਲੇ ਦੌਰ ਦੇ ਵਿੱਚ ਜਦੋਂ ਅੱਤਵਾਦ ਪੂਰੀਆਂ ਸਿਖਰਾਂ ਦੇ ਉੱਤੇ ਸੀਗੇ, ਉਸ ਵੇਲੇ ਅੱਤਵਾਦ ਦੀ ਆੜ ਦੇ ਵਿੱਚ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ, ਅਧਿਕਾਰੀਆਂ ਨੇ ਆਪਣੇ ਮੋਢਿਆਂ ਉੱਤੇ ਸਟਾਰ ਵਧਾਉਣ ਦੇ ਲਈ ਖਾਕੀ ਨੂੰ ਦਾਗਦਾਰ ਕੀਤਾ। ਬਹੁਤ ਸਾਰੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ ਗਏ, ਘਰਾਂ ਦੇ ਵਿੱਚੋਂ ਚੁੱਕ ਕੇ ਪੁਲਿਸ ਵਾਲਿਆਂ ਨੇ ਮਾਰੇ। ਇਹ ਸਾਰਾ ਕੁਝ ਅੱਤਵਾਦ ਦੀ ਆੜ ਦੇ ਵਿੱਚ ਹੋਇਆ। ਇਸ ਨਾਲ ਸੰਬੰਧਿਤ ਇੱਕ ਕੇਸ 1991 ਦੇ ਵਿੱਚ ਆਇਆ ਬਲਵੰਤ ਸਿੰਘ ਮੁਲਤਾਨੀ ਦਾ। ਉਹਨਾਂ ਨੂੰ ਮੁਹਾਲੀ ਉਹਨਾਂ ਦੇ ਘਰੋਂ ਅਗਵਾ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਹੁੰਦਾ ਕਿ ਉਹ ਕੀ ਬਣਿਆ। ਉਹਨਾਂ ਦਾ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਗੁਰਦਾਸਪੁਰ ਦੇ ਕਾਦੀਆਂ ਥਾਣੇ ਦੇ ਵਿੱਚ ਕਿ ਉਹ ਥਾਣੇ ਦੇ ਵਿੱਚੋਂ ਭੱਜ ਗਏ ਨੇ, ਉਹਨਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਂਦਾ ਹੈ। ਪਰ ਹੁਣ ਇਸ ਕੇਸ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਨੇ। ਸੁਮੇਧ ਸਿੰਘ ਸੈਣੀ ਜੋ 1991 ਦੇ ਵਿੱਚ ਚੰਡੀਗੜ੍ਹ ਦਾ ਐਸਐਸਪੀ ਹੋਇਆ ਕਰਦਾ ਸੀਗਾ, ਅੱਜ ਉਹ ਆਪਣੀ ਚਮੜੀ ਬਚਾਉਣ ਦੇ ਲਈ ਭੱਜਿਆ ਫਿਰਦਾ ਹੈ। ਮਤਲਬ ਕਿ ਅੱਜ ਇੱਕ ਕੇਸ ਮੁਕਾਮ ਵੱਲ ਜਾ ਰਿਹਾ ਹੈ। ਇਸ ਕੇਸ ਨੂੰ ਮੁਕਾਮ ਵੱਲ ਲਿਜਾਣ ਲਈ ਜਿਹੜੇ ਐਡਵੋਕੇਟ ਨੇ ਉਹਨਾਂ ਦਾ ਨਾਮ ਹੈ ਐਡਵੋਕੇਟ ਪ੍ਰਦੀਪ ਵਿਰਕ ਜੀ। ਸੋ ਪ੍ਰਦੀਪ ਵਿਰਕ ਜੀ ਸਾਡੇ ਨਾਲ ਮੌਜੂਦ ਨੇ। ਹਮਦਰ ਟੀਵੀ ਤੇ ਸਰ ਨਿੱਘਾ ਸਵਾਗਤ ਤੁਹਾਡਾ ਜੀ। शुक्रिया जी, बहुत बहुत सत श्री अकाल तुहाडे दर्शकों ਨੂੰ मेरी जी। सर मैं सब तो पहला तुहाडे तो ये जानना चाहुंदा, बहुत सारे एडवोकेट मैं भी अपनी लाइफ ਦੇ ਵਿੱਚ ਦੇਖੇ ਨੇ। ਆਮ ਤੌਰ ਤੇ ਜਿਹੜੀ ਵੱਡੀ ਪਰਸਨੈਲਿਟੀ ਹੁੰਦੀ ਹੈ, ਹਾਈ ਪ੍ਰੋਫਾਈਲ ਪਰਸਨੈਲਿਟੀ ਜਿਹਨੂੰ ਆਪਾਂ ਕਹਿੰਦੇ ਆ, ਉਸ ਨੂੰ ਹੱਥ ਪਾਉਣ ਤੋਂ ਡਰਦੇ ਨੇ, ਉਸ ਕੇਸ ਦੇ ਵਿੱਚ ਜਾਣ ਤੋਂ ਡਰਦੇ ਨੇ। ਉਹ ਡੀਜੀਪੀ ਸੁਮੇਧ ਸਿੰਘ ਸੈਣੀ ਜਿਸ ਦੇ ਉੱਤੇ ਇਲਜ਼ਾਮ ਇਹ ਲੱਗਦੇ ਨੇ ਕਿ ਕਾਲੇ ਦੌਰ ਦੇ ਦੌਰਾਨ ਘਰਾਂ ਦੇ ਵਿੱਚੋਂ ਚੁੱਕ ਕੇ ਨੌਜਵਾਨ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ। ਇਸ ਕੇਸ ਨੂੰ ਹੱਥ ਪਾਉਣ ਲੱਗਿਆ ਕੀ ਤੁਹਾਡੇ ਹੱਥ ਪੈਰ ਕੰਬੇ ਨਹੀਂ? ਇਹਨੂੰ ਮੈਂ ਤਿੰਨ ਹਿੱਸਿਆਂ 'ਚ ਆਨਸਰ ਕਰਾਂਗਾ ਮੈਂ ਤੁਹਾਡਾ ਕੁਐਸਚਨ। ਪਹਿਲਾ ਤਾਂ ਜੀ ਸੁਮੇਧ ਸਿੰਘ ਸੈਣੀ ਵਰਗਾ ਇੱਕ ਅਫਸਰ, ਸੁਮੇਧ ਸਿੰਘ ਸੈਣੀ ਨੇ ਆਪਣੀ ਜ਼ਿੰਦਗੀ 'ਚ ਤਸ਼ੱਦਦ, ਹਿਊਮਨ ਰਾਈਟਸ ਵਾਇਲੇਸ਼ਨਸ ਜਿਹਨੂੰ ਆਪਾਂ ਕਹਿ ਲਈਏ, ਇਨੋਸੈਂਟ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾਉਣਾ, ਵਰਦੀ ਨੂੰ ਦਾਗਦਾਰ ਕਰਨਾ, ਇਸ ਤੋਂ ਇਲਾਵਾ ਕੀਤਾ ਕੀ ਹੈ? ਤੁਸੀਂ ਕਹਿ ਰਹੇ ਹੋ ਸੁਮੇਧ ਸਿੰਘ ਸੈਣੀ ਵਰਗਾ ਵੱਡਾ ਅਫਸਰ, ਵਰਦੀ ਪਾਉਣ ਵਾਲਾ ਇੱਕ ਸੂਰਮਾ ਹੁੰਦਾ, ਇੱਕ ਸ਼ੂਰਵੀਰ ਹੁੰਦਾ ਹੈ, ਆਮ ਬੰਦੇ ਦੀ ਰੱਖਿਆ ਕਰਨ ਵਾਲਾ ਹੁੰਦਾ ਹੈ, ਆਮ ਇੱਕ ਇਨੋਸੈਂਟ ਬੰਦੇ ਨੂੰ ਉਹਨੇ ਬਚਾਉਣਾ ਹੁੰਦਾ ਹੈ, ਨਾ ਕਿ ਕਾਗਜ਼ ਜਾਂ ਝੂਠੀ ਐਵੀਡੈਂਸ ਬਣਾ ਕੇ ਉਹਨੂੰ ਮਾਰਨਾ। ਕਬੀਰ ਜੀ ਦੀ ਇੱਕ ਤੁਕ मैं हमेशा कोट करदा, सूरा सो पहचानिए जो लरे दीन के हेत, पुरजा पुरजा कट मरे कब होना छाड़े खेत। ये पुलिस वाले तो सब तो बाद एप्लीकेबल होंदी है, क्योंकि पुलिस वाला मैदाने जंग दे विच हुंदा है। जदों भी वो किसी इनोसेंट लिए अपना स्टैंड लै रहा हुंदा, उन्होंने तफ्तीश दे विच उन्होंने प्रेशर बेयर करना है, हर गलत चीज़ नूं अपोज करना है और इनोसेंटली लोड़ पवे तो जान भी देनी है। सुमेध सैनी ने किहड़े सूरमिਆਂ वाले काम कीते हैं मैनूं दसो, जिहदे करके मैं ये कहां कि मैनूं उहदे तो डर है या वो कोई दलेर अफसर है। वो अफसर रहा है, दागी अफसर रहा है, हर नजायज़ काम उन्हें किया है। मैं ऑन रिकॉर्ड कहना और इहो जिहियां तो डरना मेरे असूलों के खिलाफ है। दूजी गल रही गल डर की, जिहड़ा तुसीं सवाल पूछा कि
ਮੈਂ ਡਰਦਾ ਜਾਂ ਨਹੀਂ ਡਰਦਾ, ਦੇਖੋ ਗੁਰੂ ਸਾਹਿਬ ਨੇ ਕਿਹਾ ਇੱਕ ਬੜੀ ਸਿੰਪਲ ਜਿਹਾ ਸਾਨੂੰ ਰਾਹ ਦਿੱਤਾ ਹੈ ਕਿ ਦੇਹ शिवा बर मोहे है शुभ कर मन ते कभू न डरो, न डरो और सो जब जाए लरो, निश्चय कर अपनी जीत करो, और सिखों ही अपने मन को ये लालच हो गुन तो उछरो, जब आपकी अवध निधान बने अथ ही रण में तब जूझ मरो। सो ਸਾਡੇ ਲਈ ਜਦੋਂ ਤੁਸੀਂ ਗੁਰੂਆਂ ਦੇ ਰਾਹ ਤੇ ਨਿਕਲ ਗਏ, ਸੋ ਨਿਡਰ ਹੋ ਕੇ ਚੱਲੀਦਾ ਹੈ, ਨਾ ਤੁਸੀਂ ਮੌਤ ਤੋਂ ਡਰਦੇ ਹੋ। ਸ਼ਹਾਦਤ ਇਨਸੀਡੈਂਟਲ ਹੁੰਦੀ ਹੈ, ਔਰ ਵਰਸਟ ਕੀ ਹੈ, ਕੋਈ ਮਾਰ ਦੂਗਾ। ਸਾਡੇ ਤਾਂ ਗੁਰੂ ਸਾਹਿਬ ਨੇ ਆਪਣੇ 4 ਸਾਹਿਬਜ਼ਾਦੇ ਸਾਡੇ ਲਈ ਕੁਰਬਾਨ ਕਰਵਾਤੇ। ਰਾਹ ਤਾਂ ਸਾਨੂੰ ਉਹ ਦਿਖਾ ਗਏ, ਨਿਡਰ ਹੋ ਕੇ ਚੱਲਣ ਦੀ ਇੱਕ ਹੁਕਮ ਸਾਨੂੰ ਦੇ ਗਏ, 1.25 ਲੱਖ ਨਾਲ ਲੜਨ ਦਾ ਇੱਕ ਇਨਸਾਨ ਨੂੰ ਜਜ਼ਬਾ ਦੇ ਗਏ। ਸੋ ਸੈਣੀ ਵਰਗੇ ਦੇ ਖਿਲਾਫ ਲੜਨਾ ਤਾਂ ਸਾਡਾ ਫਰਜ਼ ਹੈ, ਨਿਡਰ ਹੋ ਕੇ ਜਿਉਣਾ ਸਾਡੀ ਆਦਤ ਹੈ। ਇਹ ਮੇਰੀ ਨਹੀਂ, ਹਰ ਬੰਦੇ ਦੀ ਆਦਤ ਹੈ। ਮੈਂ ਇਹਨੂੰ ਐਕਸਪ੍ਰੈਸ ਕਰ ਰਿਹਾ, ਕੋਈ ਇਹਨੂੰ ਨਹੀਂ ਐਕਸਪ੍ਰੈਸ ਕਰ ਰਿਹਾ, ਕੋਈ ਇਹਨੂੰ ਨਹੀਂ ਸ਼ੋਅ ਕਰ ਰਿਹਾ। ਤੀਜੀ ਗੱਲ, ਜੇ ਮੈਂ ਅੱਜ ਮੰਨ ਲਓ ਇਸ ਚੀਜ਼ ਦੇ ਵਿੱਚ, ਜਿਵੇਂ ਤੁਸੀਂ ਕਹਿੰਦੇ ਹੋ ਦੂਜੇ ਵਕੀਲ ਸੋਚਦੇ ਆ ਅਸੀਂ ਸਾਨੂੰ ਕੀ ਹੱਥ ਕਿਉਂ ਪਾਈਏ ਕੇਸ ਨੂੰ, ਕਿਉਂ ਹੱਥ ਪਾਈਏ। ਚਲੋ ਜੇ ਅੱਜ ਮੈਂ ਪਾਵਾਂਗਾ, ਹੋ ਸਕਦਾ ਹੋਰਾਂ ਨੂੰ ਵੀ ਕੋਈ ਇਨਸਪੀਰੇਸ਼ਨ ਮਿਲੇ, ਦੂਜੇ ਵੀ ਅੱਗੇ ਆਉਣ। ਐਟਲੀਸਟ ਐਜ਼ ਅ ਲਾਇਰ, ਐਜ਼ ਅ ਹਿਊਮਨ ਬੀਇੰਗ, ਮੈਂ ਇੱਕ ਇਨਸਪੀਰੇਸ਼ਨ ਲੋਕਾਂ ਨੂੰ ਦੇ ਸਕਾਂਗਾ ਕਿ ਜੀ ਇਹੋ ਜਿਹਿਆਂ ਤੋਂ ਡਰਨ ਦੀ ਨਹੀਂ, ਇਹੋ ਜਿਹਿਆਂ ਨੂੰ ਤਾਂ ਸਗੋਂ ਡਰਾ ਕੇ ਪਿੱਛੇ ਹਟਾਉਣ ਦੀ ਲੋੜ ਹੈ। ਤੁਸੀਂ ਇੱਕ ਬੜੀ ਸੋਹਣੀ ਗੱਲ ਆਖੀ, ਸੁਮੇਧ ਸਿੰਘ ਸੈਣੀ ਭੱਜਿਆ ਫਿਰ ਰਿਹਾ। ਜਿਹੜਾ ਬੰਦਾ ਲੋਕਾਂ ਨੂੰ ਭਜਾਉਂਦਾ ਸੀ ਅੱਜ ਭੱਜਿਆ ਫਿਰ ਰਿਹਾ, ਉਹ ਦਿਨ ਲਿਆਤੇ ਨਾ। ਇਹ ਰੱਬ ਦੀ ਰਜ਼ਾ ਹੈ, ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਹੈ, ਉਹ ਦਿਨ ਅੱਜ ਆਏ ਹੈ। ਮੇਰੀ ਮਿਹਨਤ ਨਹੀਂ ਹੈ, ਉਹ ਰੱਬ ਦੀ ਕਿਰਪਾ ਹੈ, ਉਸ ਰੱਬ ਦੀ ਮਿਹਰ ਹੈ, ਉਸ ਰੱਬ ਦੀ ਰਜ਼ਾ ਰਹੀ ਕਿ ਅੱਜ ਸੁਮੇਧ ਸਿੰਘ ਸੈਣੀ ਜਿਹੜਾ ਲੋਕਾਂ ਨੂੰ ਘਰੋਂ ਚੁੱਕਦਾ ਸੀ, ਐਲੀਮੀਨੇਟ ਕਰਦਾ ਸੀ ਇਨੋਸੈਂਟ ਲੋਕਾਂ ਨੂੰ, ਅੱਜ ਉਹ ਆਪ ਭੱਜਿਆ ਫਿਰ ਰਿਹਾ। ਇਹੀ ਰੱਬ ਦਾ ਖੌਫ ਹੁੰਦਾ ਹੈ, ਔਰ ਇਹੀ ਚੀਜ਼ ਸਾਨੂੰ ਸਾਰਿਆਂ ਨੂੰ ਰਿਅਲਾਈਜ਼ ਕਰਨੀ ਹੈ ਕਿ ਨਾ ਕੋਈ ਦੁਸ਼ਮਣ ਵੱਡਾ ਛੋਟਾ ਹੈ, ਨਾ ਕੋਈ ਦਾਗੀ ਅਫਸਰ ਵੱਡਾ ਛੋਟਾ ਹੈ। ਸਾਨੂੰ ਆਪਣਾ ਫਰਜ਼ ਨਿਭਾਉਣਾ ਹੈ, ਸੱਚਾਈ ਦੇ ਰਾਹ ਤੇ ਚੱਲਣਾ ਹੈ, ਨਿਡਰ ਹੋ ਕੇ ਲੜਨਾ ਹੈ। ਤੇ ਸੁਮੇਧ ਸਿੰਘ ਸੈਣੀ ਵਰਗਿਆਂ ਨੂੰ ਜਿਹੜੇ ਕਾਨੂੰਨ ਨੂੰ ਭੁੱਲ ਗਏ, ਕਾਨੂੰਨ ਨੂੰ ਤੋੜਨਾ ਤੇ ਮਰੋੜਨਾ ਜਾਣਦੇ ਆ, ਉਹਨਾਂ ਦੇ ਮਨ 'ਚ ਕਾਨੂੰਨ ਦਾ ਡਰ ਬਿਠਾਉਣਾ ਹੈ। ਸਾਡਾ ਇਹ ਫਰਜ਼ ਹੈ, ਔਰ ਸਾਡੇ ਕੋਲ ਇਹਦੇ 'ਚ ਕੋਈ ਰਾਹ ਨਹੀਂ ਹੈ। ਗੁਰੂ ਸਾਹਿਬ ਸਾਨੂੰ ਰਾਹ ਦੱਸ ਗਏ ਆ, ਉਸ ਰਾਹ ਤੋਂ ਇਲਾਵਾ ਕੋਈ ਰਾਹ ਨਹੀਂ ਹੈ। ਸੱਚਾਈ ਦੇ ਰਾਹ ਤੇ ਚੱਲਣਾ ਹੈ, ਸੱਚਾਈ ਨੂੰ ਬਰਕਰਾਰ ਰੱਖਣਾ ਹੈ, ਜਿੱਤਦੇ ਹੋਏ ਚੱਲਣਾ ਹੈ। ਸੋ ਪ੍ਰਦੀਪ ਵੀਰ ਜੀ, ਮੈਂ ਤੁਹਾਡੇ ਤੇ ਵੀ ਜਾਣਨਾ ਚਾਹੁੰਦਾ ਕਿ ਜਿਸ ਹਿਸਾਬ ਨਾਲ ਤੁਸੀਂ ਕਿਹਾ ਕਿ ਹੁਣ ਤੁਸੀਂ ਇਸ ਕੇਸ ਨੂੰ ਮੁਕਾਮ ਤੱਕ ਲੈ ਕੇ ਜਾਓਗੇ, ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਦਰਸ਼ਕ ਜਾਣਨਾ ਚਾਹੁੰਦੇ ਨੇ ਇਹ ਗੱਲ ਕਿ ਹੁਣ ਸੁਮੇਧ ਸਿੰਘ ਸੈਣੀ ਦਾ ਬਣੂਗਾ ਕੀ। ਇਸ ਕੇਸ ਦੀ ਅਖੀਰ ਤੱਕ ਜਾਣ ਤੋਂ ਪਹਿਲਾਂ, ਉਸ ਤੋਂ ਪਹਿਲਾਂ ਕਈ ਸਵਾਲ ਹੈਗੇ ਨੇ, ਉਹਨਾਂ ਦਾ ਜਵਾਬ ਮੈਂ ਤੁਹਾਡੇ ਤੋਂ ਜਾਣਨਾ ਇਹ ਚਾਹੁੰਦਾ ਕਿ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਸ਼ਾਰਟ ਦੇ ਵਿੱਚ ਸਮਝਾ ਦਿਓ ਕਿ 1991 ਦਸੰਬਰ 1991 ਤੋਂ ਲੈ ਕੇ ਬਲਵੰਤ ਸਿੰਘ ਮੁਲਤਾਨੀ ਦੇ ਮਾਮਲੇ ਦੇ ਵਿੱਚ ਕੀ ਮੋੜ ਆਏ ਤੇ ਅੱਜ ਤੁਸੀਂ ਕਿਸ ਮੁਕਾਮ ਦੇ ਉੱਤੇ ਖੜੇ ਹੋ। ਵੇਖੋ, ਇਸ ਕੇਸ ਦੇ ਨਾਲ ਬਲਵੰਤ ਸਿੰਘ ਮੁਲਤਾਨੀ ਐਂਡ ਵਿੱਚ ਕਈ ਜਗ੍ਹਾ ਤੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਫਾਦਰ ਦੀ ਤੇ ਮਾਸੜ ਦੀ ਵੀ ਰੈਫਰੈਂਸ ਆਉਂਦੀ ਹੈ। ਸੁਮੇਧ ਸੈਣੀ ਦੇ ਉੱਤੇ ਜਦੋਂ ਇੱਕ ਬਲਾਸਟ ਹੋਇਆ ਸੀ, ਉਹਨੇ ਉਹਦੀ ਤਫਤੀਸ਼ ਸ਼ੁਰੂ ਕੀਤੀ। ਪਹਿਲੀ ਤਾਂ ਇਲੀਗਲ ਐਸਐਸਪੀ ਚੰਡੀਗੜ੍ਹ ਹੁੰਦੇ ਆ 1991 ਦੇ ਵਿੱਚ, ਅਗਸਤ 91 ਦੇ ਵਿੱਚ ਸੁਮੇਧ ਸੈਣੀ ਤੇ ਇੱਕ ਬੰਬ ਬਲਾਸਟ ਹੋਇਆ। ਪਹਿਲੀ ਗੱਲ ਤਾਂ ਜੇ ਸੁਮੇਧ ਸੈਣੀ ਤੇ ਬਲਾਸਟ ਹੋਇਆ ਸੀ, ਉਹਨੂੰ ਆਪ ਉਹ ਤਫਤੀਸ਼ ਕਰਨੀ ਨਹੀਂ ਚਾਹੀਦੀ ਸੀ ਕਾਨੂੰਨੀ ਤੌਰ ਤੇ, ਕਿਉਂਕਿ ਪਰਸਨਲ ਇੰਟਰਸਟ ਇਨਵੋਲਵਡ ਹੈ। ਤੁਸੀਂ ਕਦੇ ਵੈਸੇ ਹੀ ਫੇਅਰ ਨਹੀਂ ਹੋ ਸਕਦੇ। ਚਲੋ ਸੁਮੇਧ ਸੈਣੀ ਦੀ ਨੇਚਰ ਵੀ ਹੈ ਫੇਅਰ, ਉਹ ਵੈਸੇ ਹੀ ਨਹੀਂ ਰਿਹਾ। ਉਹਨੇ ਤਫਤੀਸ਼ ਕੀਤੀ ਐਂਡ ਐਜ਼ ਯੂਜੂਅਲ ਇਨੋਸੈਂਟ ਲੋਕ ਚੁੱਕਣੇ ਸ਼ੁਰੂ ਕਰਤੇ। ਹੁਣ ਜਿਹੜੇ ਉਹ ਇਨੋਸੈਂਟ ਲੋਕ ਚੁੱਕੇ, ਉਹਨਾਂ 'ਚ ਮੁਲਤਾਨੀ ਨੂੰ ਵੀ ਚੁੱਕ ਲਿਆ, ਬਲਵੰਤ ਸਿੰਘ ਮੁਲਤਾਨੀ, ਜਿਹੜੇ ਕਿ ਸਿਟਕੋ ਦੇ ਵਿੱਚ ਜੂਨੀਅਰ ਇੰਜੀਨੀਅਰ ਸੀ। 11 ਦਸੰਬਰ 91 ਨੂੰ ਮੁਲਤਾਨੀ ਨੂੰ ਚੁੱਕਿਆ, ਉਧਰੋਂ ਮੋਹਾਲੀ ਤੋਂ ਚੁੱਕਿਆ, ਐਂਡ ਭੁੱਲਰ ਦੇ ਮਾਸੜ ਨੂੰ ਤੇ ਫਾਦਰ ਨੂੰ ਵੀ ਚੁੱਕ ਲਿਆ, ਪ੍ਰੋਫੈਸਰ ਦਵਿੰਦਰ ਭੁੱਲਰ ਦੇ। ਉਸ ਤੋਂ ਬਾਅਦ ਕੁਝ ਲੋਕਾਂ ਨੂੰ ਹੋਰਾਂ ਨੂੰ ਵੀ ਇੰਪਲੀਕੇਟ ਕੀਤਾ ਇਸ ਕੇਸ ਦੇ ਵਿੱਚ। ਫਾਈਨਲੀ ਮੁਲਤਾਨੀ ਨੂੰ ਜਦੋਂ 11 ਨੂੰ ਚੁੱਕਿਆ, ਇਹਨੂੰ ਕਸਟਡੀ ਦੇ ਵਿੱਚ ਟੌਰਚਰ ਕੀਤਾ। ਹੁਣ ਉਹ ਟੌਰਚਰ ਕਿਸ ਹੱਦ ਦਾ ਸੀ ਤੁਸੀਂ ਦੇਖੋ ਕਿ ਇੱਕ, ਜਾਂ ਚਲੋ ਉਸ ਟੌਰਚਰ ਤੇ ਮੈਂ ਬਾਅਦ 'ਚ ਆਉਣਾ, ਉਹਨੂੰ ਇੰਨਾ ਟੌਰਚਰ ਕੀਤਾ ਕਿ ਉਹਦੀ ਕਸਟਡੀ ਦੇ ਵਿੱਚ ਡੈਥ ਹੋ ਗਈ। ਉਸ ਤੋਂ ਬਾਅਦ ਕੁਝ ਅਕਿਊਜ਼ ਨੂੰ, ਇਹਨਾਂ ਸਾਰੇ ਪਹਿਲਾਂ ਕੁਝ ਅਕਿਊਜ਼ ਨੂੰ ਤਾਂ ਟ੍ਰਾਇਲ ਫੇਸ ਕਰਵਾਤੀ। ਮੁਲਤਾਨੀ, ਪ੍ਰੋਫੈਸਰ ਭੁੱਲਰ ਦੇ ਫਾਦਰ ਤੇ ਮਾਸੜ, ਇਹਨਾਂ ਤਿੰਨਾਂ ਨੂੰ ਕਸਟਡੀ 'ਚ ਟੌਰਚਰ ਕਰਕੇ ਮਾਰਿਆ ਐਂਡ ਬੋਡੀਜ਼ ਡਿਸਪੋਜ਼ ਆਫ ਕਰਵਾ ਕੇ ਇਹਨਾਂ ਤੇ ਝੂਠੇ ਕੇਸ ਪਲਾਂਟ ਕੀਤੇ। ਜਿਨ੍ਹਾਂ ਦਾ ਇੱਕ ਬੇਦਾਗ ਕਰੀਅਰ ਸੀ, ਬੇਦਾਗ ਜ਼ਿੰਦਗੀ ਸੀ, ਉਹਨਾਂ ਨੂੰ ਦਾਗੀ ਬਣਾਇਆ ਔਰ ਉਹਨਾਂ ਨੂੰ ਪ੍ਰੋਕਲੇਮਡ ਅਫੈਂਡਰਸ ਡਿਕਲੇਅਰ ਕਰਾਇਆ, ਭਗੌੜੇ ਡਿਕਲੇਅਰ ਕਰਵਾਇਆ। ਤੁਸੀਂ ਵੇਖੋ ਵਰਦੀ ਦੀ ਦੁਰਵਰਤੋਂ, ਕਾਨੂੰਨ ਦੀ ਧੱਜੀਆਂ ਕਿੰਨੀਆਂ ਉਡਾਈਆਂ, ਕਿੰਨੇ ਝੂਠੇ ਕਾਗਜ਼ ਸੁਮੇਧ ਸੈਣੀ ਨੇ ਤਿਆਰ ਕਰਵਾਏ। ਔਰ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਇਨੋਸੈਂਟ ਔਰ ਇੱਕ ਬੇਦਾਗ ਜ਼ਿੰਦਗੀ ਨੂੰ ਦਾਗੀ ਬਣਾਤਾ। ਉਸ ਤੋਂ ਬਾਅਦ
ਜਿਹੜੇ ਅਕਿਊਜ਼ ਨੇ ਟ੍ਰਾਇਲ ਭੁਗਤੀ ਉਹਨਾਂ ਨੂੰ 2006 ਦੇ ਵਿੱਚ ਐਕਵਿਟ ਕੀਤਾ ਗਿਆ, ਕੋਰਟ ਨੇ ਬਰੀ ਕਰਤਾ, ਜਿਹਦੇ ਵਿੱਚ ਮਿਸਿਸ ਜੀਕੇ ਮਾਨ ਐਜ਼ ਅ ਲਾਇਰ ਵੀ ਸੀਗੇ, ਉਹ ਵੀ ਅਕਿਊਜ਼ ਸੀ। ਉਹ ਜਦੋਂ ਬਰੀ ਹੋ ਗਏ, ਇਸ ਕੇਸ ਦੀ ਅਪੀਲ ਹਾਈ ਕੋਰਟ ਦੇ ਵਿੱਚ ਆਈ 2007 ਦੇ ਵਿੱਚ। ਜਦੋਂ 2007 ਦੇ ਵਿੱਚ ਅਪੀਲ ਆਈ ਤੇ ਆਨਰੇਬਲ ਹਾਈ ਕੋਰਟ ਨੇ ਕਿਹਾ ਪ੍ਰੋਕਲੇਮਡ ਅਫੈਂਡਰਸ ਜਿਹੜੇ ਭਗੌੜੇ ਆ ਇਸ ਕੇਸ ਦੇ ਉਹਨਾਂ ਨੂੰ ਲੱਭਿਆ ਜਾਵੇ। ਜਦੋਂ ਲੱਭਣ ਦੇ ਆਰਡਰਸ ਹੋਏ, ਪੁਲਿਸ ਤਾਂ ਸੱਚਾਈ ਹੋ ਸਕਦਾ ਜਾਣਦੀ ਹੋਵੇ ਜਾਂ ਨਾ ਜਾਣਦੀ ਹੋਵੇ ਕਿਉਂਕਿ ਕਈ ਸਾਲ ਬੀਤ ਗਏ ਸੀ, ਉਹ ਜੇ ਲੱਭ ਰਹੀ ਸੀ ਤੇ ਮੁਲਤਾਨੀ ਲੇਟ ਸ਼੍ਰੀ ਡੀਐਸ ਮੁਲਤਾਨੀ ਹੁਣ ਮੈਂ ਕਹਾਂਗਾ, ਜਿਹੜੇ ਬਲਵੰਤ ਸਿੰਘ ਮੁਲਤਾਨੀ ਦੇ ਫਾਦਰ ਸੀ, ਰਿਟਾਇਰਡ ਆਈਏਐਸ ਆਫਿਸਰ, ਉਹਨਾਂ ਨੇ ਕੋਰਟ ਦੇ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਕਿ ਜੀ ਮੇਰੇ ਬੇਟੇ ਨੂੰ ਪ੍ਰੋਕਲੇਮਡ ਅਫੈਂਡਰ ਗਲਤ ਡਿਕਲੇਅਰ ਕੀਤਾ ਗਿਆ ਹੈ, ਉਹਨੂੰ ਲੱਭਣ ਦੀ ਲੋੜ ਨਹੀਂ ਹੈ। ਮੈਂ ਉਹਨ ਐਫੀਡੇਵਿਟ ਕਹਿ ਰਿਹਾ ਕਿ ਸੁਮੇਧ ਸਿੰਘ ਸੈਣੀ ਨੇ ਮੇਰੇ ਬੇਟੇ ਨੂੰ ਕਸਟਡੀ 'ਚ ਟਾਰਚਰ ਕਰਕੇ ਮਾਰਤਾ। ਜਦੋਂ ਆਹ ਗੱਲ ਆਖੀ, ਉਸ ਤੋਂ ਬਾਅਦ ਕੋਰਟ ਮਤਲਬ ਨੈਚੁਰਲੀ ਇਟ ਵਾਜ਼ ਪਹਿਲੀ ਵਾਰੀ ਉਹ ਗੱਲ ਕੋਰਟ ਦੇ ਸਾਹਮਣੇ ਆਈ, ਕੋਰਟ ਨੇ ਇਮੀਡੀਏਟਲੀ ਸੀਬੀਆਈ ਨੂੰ ਇਨਵੈਸਟੀਗੇਸ਼ਨ ਦੇ ਦਿੱਤੀ। ਫਿਰ ਪ੍ਰੋਫੈਸਰ ਭੁੱਲਰ ਵੱਲੋਂ ਐਫੀਡੇਵਿਟ ਫਾਈਲ ਹੋਇਆ ਕਿ ਜੀ ਮੇਰੇ ਫਾਦਰ ਤੇ ਮਾਸਟਰ ਨੂੰ ਵੀ ਐਂ ਟਾਰਚਰ ਕਰਕੇ ਮਾਰਤਾ ਤੇ ਪ੍ਰੋਕਲੇਮਡ ਅਫੈਂਡਰ ਗਲਤ ਡਿਕਲੇਅਰ ਕੀਤਾ। ਉਹ ਵੀ ਐਫੀਡੇਵਿਟ ਸੀਬੀਆਈ ਨੂੰ ਦੇਤਾ ਕਿ ਤਫਤੀਸ਼ ਕਰੋ। ਇਸ ਚੀਜ਼ ਦੀ ਸੀਬੀਆਈ ਨੇ 9 ਮਹੀਨੇ ਔਰ 70 ਵਿਟਨੈਸ ਐਗਜ਼ਾਮਿਨ ਕਰਨ ਤੋਂ ਬਾਅਦ, ਤਫਤੀਸ਼ ਤੋਂ ਬਾਅਦ ਇੱਕ ਐਫਆਈਆਰ ਰਜਿਸਟਰ ਕੀਤੀ। ਫਿਰ ਸਟੇਟ ਆਫ ਪੰਜਾਬ ਔਰ ਸੁਮੇਧ ਸਿੰਘ ਸੈਣੀ ਦੋਵੇਂ ਹੀ ਸੁਪਰੀਮ ਕੋਰਟ ਗਏ। ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਸਟੇ ਇੱਕ ਟੈਕਨੀਕਲ ਗਰਾਊਂਡ ਤੇ ਲੈ ਲਿਆ ਕਿ ਜੀ ਜਿਹੜੇ ਜੱਜ ਸਾਹਿਬ ਸੀ ਉਹ 2 ਜੱਜਸ ਦਾ ਬੈਂਚ ਸੁਣ ਰਿਹਾ ਸੀ, ਸਿੰਗਲ ਜੱਜ ਕੋਲ ਜਾਣਾ ਚਾਹੀਦਾ ਸੀ ਔਰ ਸੁਮੇਧ ਸਿੰਘ ਸੈਣੀ ਨੂੰ ਬਿਨਾਂ ਸੁਣੇ ਆਰਡਰ ਪਾਸ ਹੋਇਆ ਇਸ ਕੇਸ 'ਚ। ਇਸ ਟੈਕਨੀਕਲ ਗਰਾਊਂਡ ਦੇ ਉੱਤੇ ਇੱਕ ਸਟੇ ਮਿਲ ਗਿਆ ਔਰ ਫਾਈਨਲੀ ਦਸੰਬਰ 2011 ਦੇ ਵਿੱਚ ਇੱਕ ਫਾਈਂਡਿੰਗ ਆਈ ਕਿ ਆਰਡਰ ਟ੍ਰਾਂਸਫਰਿੰਗ ਇਨਵੈਸਟੀਗੇਸ਼ਨ ਇਜ਼ ਬੈਡ ਇਨ ਲਾਅ, ਕਿ ਜਿਹੜਾ ਆਰਡਰ ਟ੍ਰਾਂਸਫਰ ਦਾ ਸੀ ਉਹ ਗਲਤ ਸੀ ਇਹਨਾਂ ਟੈਕਨੀਕਲ ਗਰਾਊਂਡਸ ਤੇ ਹੀ। ਐਜ਼ ਅ ਰਿਜ਼ਲਟ ਹਰ ਚੀਜ਼ ਇੰਕਲੂਡਿੰਗ ਐਫਆਈਆਰ ਕੁਐਸ਼ ਹੁੰਦੀ ਹੈ। ਉਸ ਕੁਐਸ਼ ਹੋਣ ਤੋਂ ਬਾਅਦ ਲੇਕਿਨ ਇੱਕ ਲਿਬਰਟੀ ਦਿੱਤੀ ਕਿ ਜਿਹੜੇ ਅਗਰੀਵਡ ਪਾਰਟੀਆਂ ਹੈ ਉਹ ਫਰੈਸ਼ ਰਿਕੋਰਸ ਲਾਅ ਦਾ ਲੈ ਸਕਦੀਆਂ ਐਂਡ ਪ੍ਰੋਸੀਡਿੰਗ ਇਨੀਸ਼ੀਏਟ ਕਰ ਸਕਦੀਆਂ ਕਿਉਂਕਿ ਇੱਕ ਵਾਰੀ ਐਫਆਈਆਰ ਕੁਐਸ਼ ਹੋ ਰਹੀ ਹੈ। ਠੀਕ ਹੈ, ਬੇਸ਼ੱਕ ਟੈਕਨੀਕਲ ਗਰਾਊਂਡ ਤੇ। ਉਸ ਪੁਆਇੰਟ ਤੇ ਮਤਲਬ ਮੈਰਿਟਸ ਕੇਸ ਦੀਆਂ ਕਿਤੇ ਟੱਚ ਨਹੀਂ ਹੋਈਆਂ ਇਸ ਕੇਸ 'ਚ। ਉਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਜਜਮੈਂਟ ਆਈ ਦਸੰਬਰ 2011, 7 ਦਸੰਬਰ 2011। 2 ਮਹੀਨਿਆਂ ਬਾਅਦ ਸੁਮੇਧ ਸਿੰਘ ਸੈਣੀ ਪੰਜਾਬ ਦੇ ਡੀਜੀਪੀ ਲਾਤਾ ਇਹਨੂੰ। ਹੁਣ ਜਦੋਂ ਸੁਮੇਧ ਸੈਣੀ ਡੀਜੀ ਬਣ ਗਿਆ ਤਾਂ ਕਿਹਨੇ ਕੰਪਲੇਂਟ ਦੇਣੀ ਸੀ? ਆਬਵੀਅਸ ਸੀ। ਸੋ ਇਹ ਮੈਟਰ ਠੰਡੇ ਬਸਤੇ 'ਚ ਪੈ ਗਿਆ। ਹੁਣ ਇਹਦੀ ਰਿਟਾਇਰਮੈਂਟ ਤੋਂ ਸਮਝੋ 1.5 ਪੌਣੇ 2 ਸਾਲ ਬਾਅਦ ਇਹ ਕੰਪਲੇਨੈਂਟ ਦੇ ਬ੍ਰਦਰ, ਡਿਸੀਜ਼ ਦੇ ਬ੍ਰਦਰ ਬਲਵਿੰਦਰ ਸਿੰਘ ਮੁਲਤਾਨੀ ਅੱਗੇ ਆਏ ਔਰ ਉਹਨਾਂ ਨੇ ਆ ਕੰਪਲੇਂਟ ਫਾਈਲ ਕੀਤੀ, ਜਿਨ੍ਹਾਂ ਵੱਲੋਂ ਮੈਂ ਹੁਣ ਅਪੀਅਰ ਹੋ ਰਿਹਾ ਇਸ ਕੇਸ 'ਚ। ਸੋ ਉਸ ਵੇਲੇ ਵੀ ਪੰਜਾਬ ਸਰਕਾਰ ਨੇ 302 ਐਡ ਨਹੀਂ ਕੀਤੀ, ਹਾਲਾਂਕਿ ਐਡ ਕਰਨੀ ਬਣਦੀ ਸੀ। ਐਜ਼ ਅ ਲਾਇਰ ਮੈਂ ਉਹ ਫੀਲ ਕਰਦਾ। ਸੋ ਅਸੀਂ ਹੁਣ ਕੋਰਟ ਦੇ ਵਿੱਚ ਐਪਲੀਕੇਸ਼ਨ ਲਾ ਕੇ ਲੜ ਕੇ 3.5 ਮਹੀਨੇ ਸਾਡਾ ਹੁਣ ਜੋ ਸੰਘਰਸ਼ ਚੱਲਿਆ, ਜੋ ਐਵੀਡੈਂਸ ਅੱਗੇ ਆਈ ਹੈ, ਜੋ ਵਿਟਨੈਸਿਸ ਅੱਗੇ ਆਏ ਹੈ, ਉਸ ਤੋਂ ਬਾਅਦ 302 ਕੋਰਟ ਵੱਲੋਂ ਡਾਇਰੈਕਸ਼ਨ ਹੋਈ ਹੈ ਤੇ 302 ਐਡ ਕੀਤੀ ਗਈ ਹੈ। ਹੁਣ ਇਹਦੇ 'ਚ ਕੁਝ ਆਈ ਵਿਟਨੈਸ ਅਕਾਊਂਟ ਆਇਆ ਸਾਹਮਣੇ, ਜਿਵੇਂ ਕਿ ਮਿਸਿਸ ਜੀਕੇ ਮਾਨ ਨੇ ਦੱਸਿਆ ਕਿ ਉਹਨਾਂ ਦੇ ਸਾਹਮਣੇ ਮੁਲਤਾਨੀ ਨੂੰ ਕਿਸ ਤਰ੍ਹਾਂ ਟੌਰਚਰ ਕਰਕੇ ਉਹਦੀ ਕੰਡੀਸ਼ਨ ਸੀ, ਉਹਦੀ ਅੱਖ ਬਾਹਰ ਆਈ ਪਈ ਸੀ, ਸੁਮੇਧ ਸੈਣੀ ਨੇ ਉਹਦੇ ਠੁੱਡਾਂ ਮਾਰੀਆਂ ਇਹਨਾਂ ਦੇ ਸਾਹਮਣੇ। ਫਿਰ ਜਗੀਰ ਸਿੰਘ ਔਰ ਕੁਲਦੀਪ ਸਿੰਘ 2 ਜਿਹੜੇ ਕੋ ਐਕਿਊਜ਼ਡ ਸੀਗੇ ਸੁਮੇਧ ਸੈਣੀ ਨਾਲ, ਉਹ ਅਪਰੂਵਰ ਬਣਿਆ, ਵਾਦਾ ਮਾਫ ਗਵਾਹ ਜਿਹਨੂੰ ਕਹਿੰਦੇ ਆ। ਉਹਨਾਂ ਨੇ ਆ ਡਿਟੇਲ ਦਿੱਤੀ ਹੈ ਕਿ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੇ ਡਾਇਰੈਕਟ ਆਪਣੀ ਸੁਪਰਵਿਜ਼ਨ ਦੇ ਵਿੱਚ ਔਰ ਡਾਇਰੈਕਟ ਆਰਡਰਸ ਇਸ਼ੂ ਕਰਕੇ ਆਪਣੇ ਸਾਹਮਣੇ ਬਲਵੰਤ ਸਿੰਘ ਮੁਲਤਾਨੀ ਨੂੰ ਟੌਰਚਰ ਕਰਾਇਆ। ਹੁਣ ਉਹ ਟੌਰਚਰ ਦੀਆਂ ਜਿਹੜੀਆਂ ਡਿਟੇਲਸ ਨੇ ਉਹ ਇਹਨਾਂ ਨੇ ਕਿਉਂ ਦਿੱਤੀਆਂ? ਬਿਕੋਜ਼ ਇਹ ਟੌਰਚਰ ਪੁਲਿਸ ਸਟੇਸ਼ਨ ਦੇ ਵਿੱਚ ਬੰਦ ਕਮਰੇ 'ਚ ਹੋਇਆ ਹੈ। ਕਿਹੜੇ ਸੈਕਟਰ? ਸੈਕਟਰ 17, 17 ਚੰਡੀਗੜ੍ਹ, ਜਿੱਥੇ ਸੁਮੇਧ ਸੈਣੀ ਆਪ ਮੌਜੂਦ ਸੀ। ਉਹਨੇ ਪੁਲਿਸ ਵਾਲੇ ਸੀ, ਸਿਵਲੀਅਨ ਐਕਸੈਸ ਨਹੀਂ ਸੀ। ਸੋ ਕੋਈ ਵੀ ਹੋਰ ਇਨਸਾਨ ਉੱਥੇ ਹੋ ਹੀ ਨਹੀਂ ਸਕਦਾ ਸੀ। ਉਹਨਾਂ ਨੇ ਦੱਸਿਆ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੇ ਬਰੂਟੈਲਿਟੀ ਦੀ ਹੱਦ ਹੈ, ਮੈਂ ਕਹੂੰਗਾ ਤਸ਼ੱਦਦ ਦੀ ਹੱਦ ਹੈ, ਹਰ ਲਿਮਿਟ, ਮਤਲਬ ਰੋਂਗਟੇ ਖੜੇ ਕਰਨ ਵਾਲੀ ਚੀਜ਼ ਹੈ, ਹਰ ਲਿਮਿਟ ਪਾਰ ਕਰਤੀ। ਸੁਮੇਧ ਸੈਣੀ ਨੇ ਡਾਇਰੈਕਟ ਆਰਡਰਸ ਦੇ ਕੇ ਇੱਕ ਡੰਡਾ ਮੁਲਤਾਨੀ ਦੇ ਪਿੱਛੇ ਇਨਸਰਟ ਕਰਵਾਇਆ। ਫਿਰ ਇੰਸਪੈਕਟਰ ਪ੍ਰੇਮ ਮਲਿਕ ਤੋਂ ਉਸ ਡੰਡੇ ਤੇ ਠੁੱਡਾਂ ਮਰਵਾਈਆਂ, ਜਿਸ ਕਰਕੇ ਮੁਲਤਾਨੀ ਕੋਲੈਪਸ ਕਰ ਗਏ ਔਰ ਬਲੀਡ ਕਰਨ ਲੱਗ ਗਏ। ਜਗੀਰ ਸਿੰਘ ਇਸ ਚੀਜ਼ ਦਾ ਆਈ ਵਿਟਨੈਸ ਹੈ। ਉਹਨੇ ਆ ਆਈ ਵਿਟਨੈਸ ਅਕਾਊਂਟ ਕੋਰਟ ਦੇ ਵਿੱਚ ਦਿੱਤਾ, ਜਿਸ ਕਰਕੇ ਉਹਨੂੰ ਵਾਦਾ ਮਾਫ ਗਵਾਹ ਬਣਾਇਆ ਗਿਆ। ਉਸ ਤੋਂ ਅਗਲੇ ਦਿਨ ਉਹਨੇ ਫਿਰ ਬਲੀਡ ਕਰਦੇ ਹੋਏ ਮੁਲਤਾਨੀ ਨੂੰ ਦੇਖਿਆ, ਉਹ ਪੇਨ ਦੇ ਵਿੱਚ ਸੀ, ਤੜਪ ਰਿਹਾ ਸੀ। ਟੌਰਚਰ ਅਜੇ ਵੀ ਨਹੀਂ ਬੰਦ ਕੀਤਾ ਇਹਨਾਂ ਨੇ ਔਰ ਕਈ ਦਿਨਾਂ ਬਾਅਦ ਮੁਲਤਾਨੀ ਦੀ ਉੱਥੇ ਡੈਥ ਹੋ ਗਈ। ਹੁਣ ਇੱਥੇ ਇੰਟਰਸਟਿੰਗ ਗੱਲ ਇਹ ਹੈ, ਜਿਵੇਂ ਕੋਰਟ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਕਿਹਾ ਜੀ ਅਸੀਂ ਤਾਂ ਮੈਜਿਸਟ੍ਰੇਟ ਦੇ ਪ੍ਰੋਡਿਊਸ ਕੀਤਾ ਸੀ। ਹੁਣ ਸੁਮੇਧ ਸੈਣੀ ਨੇ ਇੱਥੇ ਕਿਹੜੀ ਗੱਲ ਲੁਕੋਈ ਹੈ ਕਿ ਮੈਜਿਸਟ੍ਰੇਟ SDM ਦੇ ਪੇਸ਼ ਕੀਤਾ, ਨਾ ਕਿ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਰਿਮਾਂਡ ਲੈਣ ਲਈ।
ਜਿੱਦਣ ਜੁਡੀਸ਼ੀਅਲ ਮੈਜਿਸਟ੍ਰੇਟ ਜਿੱਦਣ ਕੋਰਟ ਦੇ ਵਿੱਚ ਐਪਲੀਕੇਸ਼ਨ ਲੱਗੀ ਹੈ ਜ਼ਮਾਨਤ ਦੀ, 17 ਤਰੀਕ ਨੂੰ ਜ਼ਮਾਨਤ ਦੀ ਅਰਜ਼ੀ ਲੱਗੀ ਹੈ, 18 ਲਈ ਨੋਟਿਸ ਹੋਇਆ ਹੈ ਤੇ 17 ਰਾਤ ਨੂੰ ਕਾਦੀਆਂ ਲਿਜਾ ਕੇ ਇਹਨੂੰ ਭਗੌੜਾ ਸ਼ੋਅ ਕਰਤਾ ਹੈ। ਸੋ ਮੁਲਤਾਨੀ ਨੂੰ ਕਦੇ ਵੀ ਕੋਰਟ ਦੇ ਵਿੱਚ ਕਿਸੇ ਵੀ ਜੱਜ ਦੇ ਸਾਹਮਣੇ ਕਦੇ ਪ੍ਰੋਡਿਊਸ ਹੀ ਨਹੀਂ ਕੀਤਾ ਗਿਆ ਇਸ ਕੇਸ ਦੇ ਵਿੱਚ। ਫਿਰ ਕੁਲਦੀਪ ਸਿੰਘ ਨੇ ਐਜ਼ ਅ ਕੋ ਅਕਿਊਜ਼ਡ ਵਾਦਾ ਮਾਫ ਗਵਾਹ ਬਣਨ ਦੀ ਕੰਡੀਸ਼ਨ ਕੰਪਲਾਈ ਕਰਦੇ ਹੋਏ ਫੁੱਲ ਡਿਸਕਲੋਜ਼ਰ ਕੀਤਾ ਕਿ ਕਿਸ ਤਰ੍ਹਾਂ ਝੂਠੀਆਂ ਰਿਕਵਰੀਜ਼ ਪਲਾਂਟ ਕੀਤੀਆਂ ਗਈਆਂ, ਝੂਠੇ ਵੈਪਨਸ ਉਹਦੇ ਤੇ ਪਲਾਂਟ ਕੀਤੇ ਗਏ ਮੁਲਤਾਨੀ ਤੇ, ਕਿਸ ਤਰ੍ਹਾਂ ਝੂਠੇ ਰਿਕਵਰੀ ਮੀਮੋਜ਼ ਬਣਾਏ ਗਏ ਜਿਹੜੇ ਉਹਨੇ ਸਾਈਨ ਕੀਤੇ, ਔਰ ਇਹ ਸਾਰਾ ਕੁਝ ਡਾਇਰੈਕਟ ਸੁਮੇਧ ਸਿੰਘ ਸੈਣੀ ਦੇ ਆਰਡਰਸ ਤੇ ਕੀਤਾ ਗਿਆ। ਉਹਨੇ ਇਹ ਵੀ ਦੱਸਿਆ ਕਿਸ ਤਰ੍ਹਾਂ 11 ਦਸੰਬਰ ਨੂੰ ਮੁਲਤਾਨੀ ਨੂੰ ਚੁੱਕਿਆ ਹੈ ਔਰ FIR ਰਜਿਸਟਰ ਕਰਕੇ ਸ਼ੋਅ ਕੀਤਾ ਗਿਆ ਹੈ ਕਿ 13 ਦਸੰਬਰ ਨੂੰ ਮੁਲਤਾਨੀ ਨੂੰ ਫੜਿਆ ਜੀ। ਸੋ ਇਹ ਸਾਰੀਆਂ ਡਿਟੇਲਸ ਆਈਆਂ। ਫਿਰ ਇੱਕ ਰਾਜੇਸ਼ ਨਾਂ ਦਾ ਆਈ ਵਿਟਨੈਸ ਹੋਰ ਅੱਗੇ ਆਇਆ ਜਿਹੜਾ ਉਸ ਵੇਲੇ ਲੌਕਅਪ ਦੇ ਵਿੱਚ ਸੀ ਵਿਦ ਮੁਲਤਾਨੀ, ਉਹਨਾਂ ਦੇ ਨਾਲ। ਹਾਂਜੀ, ਕਿਹੜੇ ਲੌਕਅਪ ਦੇ ਵਿੱਚ, ਕਿੱਥੇ ਸੀਗਾ? ਸੈਕਟਰ 17 ਹੀ। 17 ਹਾਂਜੀ। ਇੱਕ ਰਾਤ ਉਹਨੇ ਉੱਥੇ ਕੱਟੀ ਹੈ। ਉਹਨੇ ਆਈ ਵਿਟਨੈਸ ਅਕਾਊਂਟ ਦਿੱਤਾ ਹੈ ਕਿ ਕਿਸ ਤਰ੍ਹਾਂ ਮੁਲਤਾਨੀ ਨੂੰ ਲੈ ਕੇ ਜਾਂਦੇ ਸੀ, ਟੌਰਚਰ ਕਰਕੇ ਲੈ ਕੇ ਆਉਂਦੇ ਸੀ, ਔਰ ਫਾਈਨਲੀ 3rd ਟਾਈਮ ਜਦੋਂ ਰਾਤ ਨੂੰ ਲੈ ਕੇ ਆਏ ਹੈ ਉਹਨੂੰ ਕਿਵੇਂ ਪੁਲਿਸ ਵਾਲਿਆਂ ਨੇ ਹੱਥ ਪੈਰਾਂ ਤੋਂ ਫੜ ਕੇ ਅੰਦਰ ਸੁੱਟਿਆ, ਉਦੋਂ ਤੋਂ ਤੁਰਿਆ ਨਹੀਂ ਜਾ ਰਿਹਾ ਸੀ। ਸੋ ਉਹੋ ਜਿਹੀਆਂ ਜਿਹੜੀਆਂ ਚੀਜ਼ਾਂ ਔਰ ਹੋਰ ਡਿਟੇਲਸ ਉਹਨੇ ਦਿੱਤੀਆਂ। ਸੋ ਇਹ ਆਈ ਵਿਟਨੈਸ ਅਕਾਊਂਟ ਵੀ ਅੱਗੇ ਆ ਗਿਆ, ਐਵੀਡੈਂਸ ਬਹੁਤ ਆ ਗਈ। ਜੀ ਜੀ ਜੀ। ਸੈਕਸ਼ਨ 302 ਮਤਲਬ ਮਰਡਰ ਦਾ ਚਾਰਜ ਇਹਦੇ ਤੇ ਐਡ ਹੋਇਆ ਹੁਣ ਕੋਰਟ ਦੀ ਡਾਇਰੈਕਸ਼ਨ ਤੇ। ਸੋ ਉਸ ਚੀਜ਼ ਦੇ ਉੱਤੇ ਹੁਣ ਮੇਰੇ ਓਪੀਨੀਅਨ ਦੇ ਵਿੱਚ ਐਜ਼ ਅ ਲਾਇਰ ਇਹਦੇ ਖਿਲਾਫ ਐਵੀਡੈਂਸ ਨਹੀਂ ਆਉਣ ਤੋਂ ਬਾਅਦ ਸੁਮੇਧ ਸਿੰਘ ਸੈਣੀ ਦੀ ਅਰੈਸਟ ਬਹੁਤ ਜ਼ਰੂਰੀ ਹੈ। ਅਰੈਸਟ ਬਹੁਤ ਜ਼ਰੂਰੀ, ਕਿਉਂਕਿ ਇਹਦੇ ਤੋਂ ਕਸਟਡੀ ਦੇ ਵਿੱਚ ਇਹ ਪੁੱਛਣਾ ਜ਼ਰੂਰੀ ਹੈ ਕਿ ਜਿਹੜੇ ਝੂਠੇ ਵੈਪਨਸ ਆਏ ਉਹ ਕਿੱਥੋਂ ਆਏ, ਉਹ ਡੰਡਾ ਤੂੰ ਕਿੱਥੇ ਡਿਸਪੋਜ਼ ਆਫ ਕੀਤਾ, ਬੋਡੀ ਕਿੱਥੇ ਡਿਸਪੋਜ਼ ਆਫ ਕੀਤੀ, ਜਿਹੜੇ ਬੰਦੇ ਨੂੰ ਤੁਸੀਂ ਟੌਰਚਰ ਕਰ ਰਹੇ ਹੋ ਉਹਦੀ ਪੱਗ ਲੱਥੀ ਹੋਣੀ ਹੈ, ਉਹਦੇ ਸ਼ੂਜ਼ ਲੱਥੇ ਹੋਣੇ ਆ, ਹੋ ਸਕਦਾ ਕੱਪੜੇ ਵੀ ਉਤਾਰੇ ਹੋਣ, ਉਹ ਕੱਪੜੇ ਕਿੱਥੇ ਤੂੰ ਡਿਸਪੋਜ਼ ਆਫ ਕਰਵਾਏ, ਕਿਹੜੇ ਆਫਿਸਰਸ ਦੀ ਟੀਮ ਤੂੰ ਭੇਜੀ ਬੋਡੀ ਡਿਸਪੋਜ਼ ਆਫ ਕਰਨ ਲਈ। ਉਹ ਸਾਰਾ ਕੁਝ ਜਿਹੜਾ ਮਾਸਟਰ ਪਲਾਨਰ ਜਦੋਂ ਸੁਮੇਧ ਸਿੰਘ ਸੈਣੀ ਹੈ ਉਹ ਡਿਟੇਲ ਤਾਂ ਸੁਮੇਧ ਸਿੰਘ ਸੈਣੀ ਦੇਊਗਾ। ਸੋ ਸੁਮੇਧ ਸਿੰਘ ਸੈਣੀ ਦੀ ਜਿਹੜੀ ਗ੍ਰਿਫਤਾਰੀ ਹੈਗੀ ਹੈ ਉਹ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ, ਕਿਉਂਕਿ ਇੱਕ ਮਾਮਲਾ ਆਪਣੇ ਆਪ ਦੇ ਵਿੱਚ ਪੰਜਾਬ ਦੇ ਵਿੱਚ 1991 ਦਾ ਇਹ ਮਾਮਲਾ ਹੈਗਾ ਦਸੰਬਰ ਦਾ, ਤੇ ਇਸ ਮਾਮਲੇ ਦੇ ਵਿੱਚ ਜਿਹੜੇ ਹੁਣ ਵਾਦਾ ਮਾਫ ਗਵਾਹ ਬਣੇ ਨੇ ਉਹਨਾਂ ਦੇ ਨਾਲ ਉਸ ਵੇਲੇ ਸਬ ਇੰਸਪੈਕਟਰ ਹੁੰਦੇ ਸੀ ਆਈ ਥਿੰਕ, ਨਾਲ ਡਿਊਟੀ ਕਰਦੇ ਰਹੇ ਨੇ। ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿਉਂਕਿ ਇੰਨੇ ਸਾਲ ਹੋ ਗਏ, 3 ਦਹਾਕੇ ਹੋ ਗਏ, ਅੱਜ ਇਹਨਾਂ ਦੀ ਜ਼ਮੀਰ ਕਿਵੇਂ ਜਾਗੀ, ਪਹਿਲਾਂ ਇਹਨਾਂ ਦੀ ਜ਼ਮੀਰ ਕਿਉਂ ਨਹੀਂ ਜਾਗੀ, ਅੱਜ ਇਸ ਕੇਸ ਦੇ ਵਿੱਚ ਕਿਵੇਂ ਅੱਗੇ ਆ ਕੇ ਖੜੇ ਹੋ ਗਏ? ਵੇਖੋ, ਪਹਿਲੀ ਗੱਲ ਤਾਂ ਇਸ ਕੇਸ ਦੇ ਵਿੱਚ ਮੈਂ ਇਹ ਕਹਿਣਾ ਕਿ ਸ਼ੁਕਰ ਹੈ ਹੁਣ ਜ਼ਮੀਰ ਜਾਗ ਗਈ। ਮਤਲਬ ਬਜਾਏ ਇਹਦੇ ਕਿ ਮੈਂ ਆਹ ਚੀਜ਼ ਸੋਚਾਂ ਕਿ ਕਿਉਂ ਜਾਗੀ, ਮੈਂ ਪਹਿਲੀ ਗੱਲ ਤਾਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਜਾਗ ਗਈ ਜ਼ਮੀਰ। ਦੂਜੀ ਗੱਲ ਇਹ ਵੀ ਕਾਰਨ ਹੋ ਜਾਂਦਾ ਕਿਉਂਕਿ ਤੁਹਾਡਾ ਕੁਐਸਚਨ ਬਹੁਤ ਰੈਲੇਵੈਂਟ ਹੈ, ਇਹ ਵੀ ਹੋ ਜਾਂਦਾ ਹੈ ਕਿ ਇਹਨਾਂ ਨੇ ਤਾਂ ਟੌਰਚਰ ਨਹੀਂ ਕੀਤਾ ਮੁਲਤਾਨੀ ਨੂੰ, ਮੇਨ ਅਕਿਊਜ਼ ਤਾਂ ਇਹ ਹੈ ਨਹੀਂ, ਨਾ ਇਹਨਾਂ ਨੇ ਟੌਰਚਰ ਕੀਤਾ, ਨਾ ਇਹਨਾਂ ਨੇ ਉਹਦੀ ਬੋਡੀ ਡਿਸਪੋਜ਼ ਆਫ ਕੀਤੀ, ਨਾ ਇਹਨਾਂ ਦੇ ਕਾਰਨ ਉਹਦੀ ਡੈਥ ਹੋਈ। ਸੋ ਕਿਤੇ ਵੀ ਜਿਹੜੇ ਪ੍ਰਿੰਸੀਪਲ ਆਫੈਂਸ ਹੈ, ਮੇਨ ਆਫੈਂਸ ਹੈ, ਉਹ ਇਹਨਾਂ ਨੇ ਕਮਿਟ ਨਹੀਂ ਕੀਤਾ। 120B ਕ੍ਰਿਮੀਨਲ ਕਨਸਪੀਰੇਸੀ ਲੱਗੀ ਹੋਣ ਕਰਕੇ ਇਹ ਪੂਰੇ ਆਫੈਂਸ ਲਈ ਲਾਇਬਲ ਨੇ। ਸੋ ਇਸ ਕਰਕੇ ਬਹੁਤ ਵਾਰੀ ਇੱਕ ਇਨਸਾਨ ਨੂੰ ਇਹ ਵੀ ਲੱਗਦਾ ਕਿ ਜੀ ਕੀਤਾ ਤਾਂ ਸੁਮੇਧ ਸੈਣੀ ਨੇ, ਨਾਲੇ ਤਾਂ ਸਾਡੀ ਵਰਦੀ ਦਾਗਦਾਰ ਹੋ ਗਈ, ਨਾਲੇ ਸਾਡੇ ਜ਼ਮੀਰ ਤੇ ਬੋਝ ਪੈ ਗਿਆ, ਉਤੋਂ ਸਜ਼ਾ ਸਾਨੂੰ ਉਹ ਮਿਲੇਗੀ ਜੋ ਹਰਕਤ ਸੁਮੇਧ ਸੈਣੀ ਕਰ ਗਿਆ। ਸੋ ਇਸ ਕਰਕੇ ਹੋ ਸਕਦਾ ਅੱਗੇ ਵਾਦਾ ਮਾਫ ਗਵਾਹ ਬਣਨ ਲਈ ਤਿਆਰ ਹੋ ਗਏ, ਪਰ ਜੋ ਵੀ ਹੈ ਇੱਕ ਵਾਰੀ ਇਹਨਾਂ ਨੇ ਉਹ ਸੱਚਾਈ ਜਿਹੜੀ ਬਿਆਨ ਕਰਤੀ ਉਹ ਅੱਜ ਤੱਕ ਕਿਤੇ ਵੀ ਸਾਹਮਣੇ ਨਹੀਂ ਆ ਰਹੀ ਸੀ। ਹੁਣ ਉਹਦੇ ਨਾਲ ਕੇਸ ਦੇ ਵਿੱਚ ਬਹੁਤ ਸਾਰੇ ਮਿਸਿੰਗ ਲਿੰਕਸ ਵੀ ਪ੍ਰੂਵ ਹੋ ਗਏ, ਚੇਨ ਆਫ ਐਵੀਡੈਂਸ ਜਿਹੜੀ ਐਸਟੈਬਲਿਸ਼ ਹੋਣੀ ਹੁੰਦੀ ਹੈ ਉਹ ਵੀ ਐਸਟੈਬਲਿਸ਼ ਹੋ ਗਈ, ਔਰ ਕੇਸ ਦੁਬਾਰਾ ਸਟੈਂਡ ਕਰ ਗਿਆ। ਜੀ, ਬਲਵੰਤ ਸਿੰਘ ਮੁਲਤਾਨੀ ਨੂੰ 17 ਚੰਡੀਗੜ੍ਹ ਥਾਣੇ ਵਿੱਚ ਲਿਆਉਂਦਾ ਜਾਂਦਾ ਹੈ, ਉਹਨਾਂ ਦੇ ਉੱਤੇ ਤਸ਼ੱਦਦ ਆਇਆ ਜਾਂਦਾ ਹੈ ਜੀ, ਤੇ ਉਹ ਕਿਹੜੀ ਤਰੀਕ ਸੀਗੀ ਜਦੋਂ ਉਹਨਾਂ ਨੂੰ ਘਰੋਂ ਚੁੱਕਿਆ ਜਾਂਦਾ ਹੈ? ਕਿਉਂਕਿ ਕਈ ਅਖਬਾਰਾਂ ਦੀ ਸੁਰਖੀਆਂ ਵਿੱਚ ਇਹ ਵੀ ਆਇਆ ਕਿ ਜਿਹੜੇ 2 ਗਵਾਹ ਹੈਗੇ ਨੇ ਉਹਨਾਂ ਦੀ ਜਿਹੜੀ ਤਰੀਕਾਂ ਜੋ ਦੱਸ ਰਹੇ ਨੇ ਉਹ ਆਪਸ ਵਿੱਚ ਮੇਲ ਨਹੀਂ ਖਾ ਰਹੀਆਂ। ਆਈ ਥਿੰਕ ਨਹੀਂ, ਉਹ ਮੈਂ ਐਕਸਪਲੇਨ ਕਰਦਾ, ਅਖਬਾਰਾਂ 'ਚ ਕੁਝ ਗਲਤ ਰਿਪੋਰਟਿੰਗ ਹੋ ਗਈ। ਜਦੋਂ ਕਿਸੇ ਨੂੰ ਵਾਦਾ ਮਾਫ ਗਵਾਹ ਬਣਾਇਆ ਜਾਂਦਾ ਹੈ ਨਾ, ਇੱਕੋ ਇਨਸੀਡੈਂਟ ਦੀ ਇੱਕੋ ਹੀ ਡਿਟੇਲ ਦੇ ਉੱਤੇ ਤੁਸੀਂ 10 ਜਣਿਆਂ ਨੂੰ ਵਾਦਾ ਮਾਫ ਗਵਾਹ ਨਹੀਂ ਬਣਾਉਂਦੇ। ਜਿਹੜਾ ਅਕਿਊਜ਼ਡ ਹੈ, ਮੇਨ ਅਕਿਊਜ਼ ਨੂੰ ਛੱਡ ਕੇ ਜਿਹੜੇ ਕੋ ਅਕਿਊਜ਼ਡ ਹੁੰਦੇ ਆ, ਵਾਦਾ ਮਾਫ ਗਵਾਹ ਉਹ ਬਣਦੇ ਆ ਜਿਨ੍ਹਾਂ ਨੇ ਮੇਨ ਆਫੈਂਸ ਨਹੀਂ ਕੀਤਾ ਹੋਇਆ। ਹੁਣ ਮੰਨ ਲਓ 3 ਜਣਿਆਂ ਨੇ ਮੇਨ ਆਫੈਂਸ ਕੀਤਾ ਹੈ ਤੇ 8 ਜਣੇ ਨਾਲ ਹੈਗੇ ਆ ਜਿਨ੍ਹਾਂ ਨੇ ਮੇਨ ਆਫੈਂਸ ਨਹੀਂ ਕੀਤਾ, ਛੋਟੇ ਮੋਟੇ ਰੋਲਸ ਨੇ। ਇਹਦਾ ਇਹ ਮਤਲਬ ਨਹੀਂ ਕਿ 8 ਹੀ ਵਾਦਾ ਮਾਫ ਗਵਾਹ ਬਣ ਜਾਣਗੇ, ਨਹੀਂ। ਇਹਨਾਂ ਚੋਂ ਜਿਹੜੇ ਹਿੱਸੇ ਦਾ ਕੋਈ ਆਈ ਵਿਟਨੈਸ ਹੈਗਾ ਹੈ, ਜਿੱਥੇ ਉਹਨੂੰ ਇਹ ਪ੍ਰੋਸੀਕਿਊਸ਼ਨ ਨੂੰ ਲੱਗਦਾ ਹੈ ਕਿ ਹੁਣ ਜਿਵੇਂ ਕਮਰੇ ਦੇ ਵਿੱਚ ਟੌਰਚਰ ਹੋਇਆ, ਹੁਣ ਉਹ ਟੌਰਚਰ ਦਾ ਆਈ ਵਿਟਨੈਸ ਕੌਣ ਹੋਊਗਾ? ਕੋਈ ਪੁਲਿਸ ਵਾਲਾ ਹੀ ਹੋਊਗਾ।
ਜਿਹੜਾ ਪੁਲਿਸ ਵਾਲਾ ਉਹਦਾ ਆਈ ਵਿਟਨੈਸ ਹੋਊਗਾ, ਜੇ ਉਹਨੇ ਟੌਰਚਰ ਨਹੀਂ ਕੀਤਾ ਤੇ ਉਹ ਕੋ ਅਕਿਊਜ਼ਡ ਹੋਊਗਾ ਕਿ ਵੀ ਤੇਰੇ ਸਾਹਮਣੇ ਇਹੋ ਜੀ ਹਰਕਤ ਹੋਈ, ਬੰਦਾ ਮਰ ਗਿਆ, ਤੂੰ ਕੰਪਲੇਂਟ ਕਿਉਂ ਨਹੀਂ ਦਿੱਤੀ? ਬਿਲਕੁਲ ਆਬਵੀਅਸ ਹੈ ਉਹ ਆਈ ਵਿਟਨੈਸ ਹੋਊਗਾ ਔਰ ਕੋ ਅਕਿਊਜ਼ਡ ਹੋਊਗਾ। ਇਹੋ ਜਿਹਾ ਕੋ ਅਕਿਊਜ਼ ਸਾਨੂੰ ਚਾਹੀਦਾ ਹੈ ਐਜ਼ ਵਾਦਾ ਮਾਫ ਗਵਾਹ, ਤਾਂ ਕਿ ਉਹ ਦੱਸ ਸਕੇ ਜੀ ਕਮਰੇ 'ਚ ਕੀ ਹੋਇਆ। ਹੁਣ ਕੁਲਦੀਪ ਸਿੰਘ ਉਸ ਚੀਜ਼ ਦਾ ਆਈ ਵਿਟਨੈਸ ਨਹੀਂ ਹੈ, ਉਸ ਚੀਜ਼ ਦਾ ਜਗੀਰ ਸਿੰਘ ਆਈ ਵਿਟਨੈਸ ਹੈ। ਠੀਕ ਹੈ। ਜਿਹੜੀ 13 ਤਰੀਕ ਨੂੰ FIR ਦਰਜ ਹੋ ਰਹੀ ਹੈ ਜਾਂ ਰਿਕਵਰੀ ਮੀਮੋ ਸਾਈਨ ਹੋ ਰਿਹਾ, ਉਹ ਜਗੀਰ ਸਿੰਘ ਨਹੀਂ ਸਾਈਨ ਕਰ ਰਿਹਾ, ਉਹ ਕੁਲਦੀਪ ਸਿੰਘ ਸਾਈਨ ਕਰ ਰਿਹਾ ਹੈ। ਇਹ FIR ਕਿੱਥੇ? FIR ਜਿਹੜੀ 22 ਸੈਕਟਰ ਇਹਨਾਂ ਨੇ ਬਾਅਦ ਚ ਰਜਿਸਟਰ ਕੀਤੀ ਹੈ ਮੁਲਤਾਨੀ, ਕਾਦੀਆਂ ਤੋਂ ਬਾਅਦ ਚ ਆ ਗਏ? ਨਹੀਂ, ਕਾਦੀਆਂ ਤੋਂ ਪਹਿਲਾਂ, ਜਦੋਂ 13 ਤਰੀਕ ਨੂੰ ਅਰੈਸਟ ਸ਼ੋ ਕੀਤੀ ਹੈ, ਰਿਕਵਰੀ ਪਲਾਂਟ ਕੀਤੀ ਹੈ। 13 ਦਸੰਬਰ ਨੂੰ ਘਰੋਂ ਚੁੱਕਿਆ ਜਾਂਦਾ ਨਾ, 11 ਦਸੰਬਰ ਨੂੰ ਘਰੋਂ ਚੁੱਕਿਆ, 13 ਦਸੰਬਰ ਨੂੰ 1991 ਔਰ 13 ਦਸੰਬਰ ਨੂੰ ਸ਼ੋ ਕਰ ਰਿਹਾ ਕਿ ਅਸੀਂ ਅਰੈਸਟ ਕੀਤਾ ਹੈ। ਸੋ 2 ਦਿਨ ਦੀ ਇਲੀਗਲ ਕਸਟਡੀ ਹੈ, ਇਲੀਗਲ ਡਿਟੈਂਸ਼ਨ ਚੰਡੀਗੜ੍ਹ ਥਾਣੇ, ਚੰਡੀਗੜ੍ਹ ਦੇ ਵਿੱਚ। ਹਾਂਜੀ, ਇਹਨਾਂ ਦੇ ਉੱਤੇ ਤਸ਼ੱਦਦ ਆਇਆ ਜਾਂਦਾ, ਕਿੰਨੇ ਕੁ ਦਿਨ ਇਹਨਾਂ ਦੇ ਉੱਤੇ ਤਸ਼ੱਦਦ ਆਏਗਾ? ਵੇਖੋ, ਡੈਥ ਤਾਂ ਜੋ ਲੱਗਦਾ ਹੈ, ਜੋ ਐਵੀਡੈਂਸ ਹੁਣ ਤੱਕ ਸਾਹਮਣੇ ਆਈ ਹੈ, 11 ਤੋਂ ਚੁੱਕਣ ਤੋਂ ਬਾਅਦ 4-5 ਦਿਨਾਂ ਦੇ ਵਿੱਚ ਡੈਥ ਹੋ ਗਈ ਹੈ। ਉਹ ਤਾਂ ਜਦੋਂ ਬੇਲ ਐਪਲੀਕੇਸ਼ਨ ਪਾ ਕੇ ਕੋਰਟ ਦੇ ਵਿੱਚ ਨੋਟਿਸ ਹੋਇਆ ਔਰ ਇਹਨਾਂ ਨੂੰ ਹੋਇਆ ਕਿ ਬੰਦਾ ਪ੍ਰੋਡਿਊਸ ਕਰਨ ਦੇ ਆਰਡਰਸ ਹੋ ਗਏ, ਕਿਉਂਕਿ ਐਗਜ਼ੈਕਟ ਡੇਟ ਸਾਹਮਣੇ ਨਹੀਂ ਆਈ ਕਿ ਕਿਸ ਦਿਨ ਡੈਥ ਹੋਈ ਹੈ। 4-5 ਦਿਨਾਂ ਬਾਅਦ ਹੋਈ ਹੈ ਡੈਥ। ਉਸ ਦਿਨ ਕੋਰਟ ਦੇ ਵਿੱਚ ਪ੍ਰੋਡਿਊਸ ਜਿੱਦਣ ਕਰਨਾ ਸੀ, ਉਸ ਰਾਤ ਨੂੰ ਕਾਦੀਆਂ ਤੋਂ ਭੱਜਿਆ ਸ਼ੋ ਕਰਤਾ ਤਾਂ ਕਿ ਕੋਰਟ ਦੇ ਵਿੱਚ ਨਾ ਪ੍ਰੋਡਿਊਸ ਕਰਨਾ ਪਵੇ। ਔਰ ਤੁਸੀਂ ਦੇਖੋ, ਸੁਮੇਧ ਸਿੰਘ ਸੈਣੀ ਬੜਾ ਅਪਰਾਈਟ ਆਪਣੇ ਆਪ ਨੂੰ ਸ਼ੋ ਕਰਦਾ ਹੈ। ਕਾਮਨ ਸੈਂਸ ਦੀ ਗੱਲ ਹੈ। ਪੁਲਿਸ ਟੀਮ ਕਾਦੀਆਂ ਜੇ ਮੁਲਤਾਨੀ ਨੂੰ ਲੈ ਕੇ ਗਈ ਔਰ ਉਹ ਕਸਟਡੀ ਚੋਂ ਭੱਜ ਗਿਆ, ਸੁਮੇਧ ਸਿੰਘ ਸੈਣੀ ਨੇ ਇੱਕ ਵੀ ਪੁਲਿਸ ਵਾਲੇ ਨੂੰ ਨਾ ਸਸਪੈਂਡ ਕੀਤਾ, ਨਾ ਸ਼ੋ ਕਾਜ਼ ਨੋਟਿਸ ਦਿੱਤਾ, ਜੋ ਕਿ ਡਿਸਪਲਿਨਰੀ ਐਕਸ਼ਨ ਵੀ ਬਣਦਾ ਸੀ ਔਰ ਉਹਨਾਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਬਣਦਾ ਸੀ ਕਿ ਤੁਹਾਡੀ ਕਸਟਡੀ ਚੋਂ ਇੱਕ ਅਕਿਊਜ਼ਡ ਭੱਜ ਕਿਵੇਂ ਗਿਆ। ਸੁਮੇਧ ਸੈਣੀ ਨੇ ਸ਼ੋ ਕਾਜ਼ ਨੋਟਿਸ ਵੀ ਨਹੀਂ ਇਸ਼ੂ ਕੀਤਾ। ਆਬਵੀਅਸਲੀ ਗੱਲ ਹੈ, ਸੁਮੇਧ ਸੈਣੀ ਦੀ ਕੰਸੈਂਟ ਸੀ, ਉਹਦੀ ਪਲਾਨ ਦਾ ਹਿੱਸਾ ਸੀ, ਤਾਂ ਹੀ ਨਹੀਂ ਕੀਤਾ। ਸੋ ਉਹ ਚੀਜ਼ਾਂ ਦੇ ਕਰਕੇ ਉਹਨੂੰ ਮਾਰ ਕੇ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਵਾਇਆ ਕਿ ਕਾਦੀਆਂ ਤੋਂ ਬਚ ਗਿਆ, ਤਾਂ ਕਿ ਚੰਡੀਗੜ੍ਹ ਕੋਈ ਚੀਜ਼ ਦੀ ਰੈਫਰੈਂਸ ਵੀ ਨਾ ਆਵੇ। ਸੋ ਪ੍ਰਦੀਪ ਵੀਰ ਜੀ, ਕਿਉਂਕਿ ਤੁਸੀਂ ਇਸ ਕੇਸ ਨੂੰ ਬੜੀ ਡੂੰਘਾਈ ਨਾਲ ਵਾਚ ਰਹੇ ਹੋ, ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਕਿਉਂਕਿ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕਰਤਾ ਲੋਕਾਂ ਨਾਲ ਕਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੈ, ਬਰਗਾੜੀ ਕਾਂਡ ਦੇ ਅਸਲ ਦੋਸ਼ੀ ਨੇ, ਉਹਨਾਂ ਨੂੰ ਅਸੀਂ ਜੇਲ੍ਹ ਦੇ ਵਿੱਚ ਡਕਾਂਗੇ। 2015 ਦੇ ਵਿੱਚ ਘਟਨਾ ਵਾਪਰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਬਰਗਾੜੀ ਕਾਂਡ ਹੁੰਦਾ ਉੱਥੇ। ਉਦੋਂ DGP ਹੁੰਦੇ ਸਨ ਸੁਮੇਧ ਸਿੰਘ ਸੈਣੀ, ਉੱਥੇ ਅਕਾਲੀ ਭਾਜਪਾ ਸਰਕਾਰ ਸੀ ਉਸ ਵੇਲੇ। ਤੇ ਇਸ ਵੇਲੇ ਅਗਲੀਆਂ ਹੁਣ ਚੋਣਾਂ ਜਦੋਂ ਆਉਣ ਜਾ ਰਹੀਆਂ ਨੇ, ਤੇ ਲੋਕਾਂ ਦਾ ਮੰਨਣਾ ਹੈ ਕਿ ਸੁਮੇਧ ਸਿੰਘ ਸੈਣੀ ਦਾ ਮੂੰਹ ਖਿਲਾਉਣ ਦੇ ਮਾਰੇ ਅੱਜ ਉਹਨਾਂ ਦੇ ਉੱਤੇ ਸਾਰਾ ਕੁਝ ਸ਼ਿਕੰਜਾ ਕੱਸਿਆ ਜਾ ਰਿਹਾ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਵਾਕਈ ਪਿੱਛੇ ਸਰਕਾਰ ਕੁਝ ਕਰ ਰਹੀ ਹੈ ਜਾਂ ਤੁਸੀਂ ਵਾਕਈ ਕੇਸ ਨੂੰ ਅੱਗੇ ਤੋਰ ਰਹੇ ਹੋ? ਤੁਹਾਡੀ ਕੀ ਸਰਕਾਰ ਮਦਦ ਕਰ ਰਹੀ ਹੈ? ਦੇਖੋ, ਪਹਿਲੀ ਗੱਲ ਤਾਂ ਸਪੋਜ਼ ਕਰੋ CM ਸਾਹਿਬ, ਜੋ ਕਿ ਸੁਮੇਧ ਸੈਣੀ ਸ਼ੋ ਕਰ ਰਿਹਾ ਹੈ, ਪਲੀ ਲੈ ਰਿਹਾ ਕਿ ਜੀ, ਕਿਉਂਕਿ ਸੁਮੇਧ ਸੈਣੀ ਦੀ ਆਦਤ ਹੈ ਸ਼ੋ ਕਰਨ ਦੀ, ਜੀ ਮੈਂ ਤੇ ਬੜੇ ਵਧੀਆ ਕੰਮ ਕੀਤੇ ਹੈ, ਬੜੇ ਵੱਡੇ ਲੋਕਾਂ ਨੂੰ ਅੰਦਰ ਦਿੱਤਾ ਜਿਹਨੂੰ ਕਿਸੇ ਨੇ ਹੱਥ ਨਹੀਂ ਪਾਇਆ, ਸੋ ਇਸ ਕਰਕੇ ਮੇਰੇ ਖਿਲਾਫ ਬਹੁਤ ਵੱਡੀਆਂ ਫੋਰਸਿਸ ਮੇਰੇ ਐਂਟੀ ਚੱਲ ਰਹੀਆਂ। ਮੇਰਾ ਸਭ ਤੋਂ ਇੰਪੋਰਟੈਂਟ ਤੁਹਾਡੇ ਦਰਸ਼ਕਾਂ ਲਈ ਸਵਾਲ, ਤੁਸੀਂ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਤੇ ਤੁਹਾਡੇ ਦਰਸ਼ਕ ਵੀ ਆਪਣੇ ਦਿਲ ਤੇ ਹੱਥ ਰੱਖ ਕੇ ਸਹੁੰ ਚੁੱਕਣ ਆਪਣੇ ਰੱਬ ਦੀ, ਜਿਹਨੂੰ ਤੁਸੀਂ ਮੰਨਦੇ ਹੋ ਕਿ ਜੀ ਸੁਮੇਧ ਸਿੰਘ ਸੈਣੀ ਇੱਕ ਬੜਾ ਵਧੀਆ ਅਫਸਰ ਸੀ, ਇੰਨਾ ਕਹਿ ਦਿਓ ਦਿਲ ਤੇ ਹੱਥ ਰੱਖ ਕੇ। ਉਸ ਤੋਂ ਬਾਅਦ ਜੇ ਤੁਹਾਡਾ ਜ਼ਮੀਰ ਕਹਿੰਦਾ ਹੈ ਜਾਂ ਤੁਹਾਡੇ ਦਿਲੋਂ ਆਵਾਜ਼ ਆਉਂਦੀ ਹੈ ਕਿ ਹਾਂ ਸੁਮੇਧ ਸਿੰਘ ਸੈਣੀ ਵਧੀਆ ਅਫਸਰ ਹੈ, ਆ ਸਹੁੰ ਚੁੱਕ ਲਓ, ਮੈਂ ਅੱਜ ਇੱਥੇ ਮੇਰੀ ਇੰਟਰਵਿਊ ਫਿਰ ਤੁਸੀਂ ਰੋਕ ਦਿਓ। ਅੱਗੇ ਮੇਰੀ ਇੰਟਰਵਿਊ ਸੁਣਨ ਦੀ ਤੁਹਾਨੂੰ ਲੋੜ ਨਹੀਂ। ਮੇਰੀ ਇੰਟਰਵਿਊ ਤਾਂ ਸੁਣਿਓ ਜੇ ਤੁਹਾਨੂੰ ਸੁਮੇਧ ਸਿੰਘ ਸੈਣੀ ਦੀ ਸੱਚਾਈ ਪਤਾ ਹੈ ਕਿ ਉਹ ਉਹਨਾਂ ਅਫਸਰਾਂ ਚੋਂ ਹੈ, ਜਾਂ ਇੰਡੀਆ ਦੇ ਸ਼ਾਇਦ ਉਹ ਟੌਪ ਮੋਸਟ ਉਹਨਾਂ ਅਫਸਰਾਂ ਚੋਂ ਹੈ, ਸ਼ਾਇਦ ਕੀ ਹੈਗਾ ਹੀ ਹੈ ਉਹ ਜਿਹਾ, ਕਿ ਜਿਹੜਾ ਸਭ ਤੋਂ ਵੱਡਾ ਕ੍ਰਿਮੀਨਲ ਇਨ ਯੂਨੀਫਾਰਮ ਹੈ, ਜਿਹਦੇ ਕਰਕੇ ਅੱਜ ਪੁਲਿਸ ਦੇ ਉੱਤੇ ਕਿਤੇ ਵੀ ਇਤਬਾਰ ਨਹੀਂ ਹੁੰਦਾ। ਪੁਲਿਸ ਨੂੰ ਉਹਨੇ ਸਿਰਫ ਔਰ ਸਿਰਫ ਸ਼ਰਮਸਾਰ ਕਰਵਾਇਆ ਹੈ। ਪੁਲਿਸ ਵਾਲਿਆਂ ਨੂੰ ਜੇ ਦਾਗੀ ਪੁਲਿਸ ਵਾਲਿਆਂ ਦੀ ਕਿਤੇ ਐਗਜ਼ਾਮਪਲ ਦਿੱਤੀ ਜਾਂਦੀ ਹੈ ਤੇ ਸੁਮੇਧ ਸਿੰਘ ਸੈਣੀ ਉਸ ਲਿਸਟ ਦੇ ਵਿੱਚ ਸਭ ਤੋਂ ਉੱਤੇ ਹੈ। ਜੇ ਕ੍ਰਿਮੀਨਲਸ ਇਨ ਯੂਨੀਫਾਰਮ ਜਿੰਨੇ ਵੀ ਆਫਿਸਰਸ ਦੇ ਉਹਨਾਂ ਦਾ ਕੋਈ ਗੁਰੂ ਹੈ ਤੇ ਉਹ ਗੁਰੂ ਸੁਮੇਧ ਸਿੰਘ ਸੈਣੀ ਹੈ। ਸੋ ਜੇ ਤੁਹਾਡੇ ਚੋਂ ਕਿਸੇ ਨੂੰ ਇਹ ਲੱਗਦਾ ਹੈ ਕਿ ਸੁਮੇਧ ਸਿੰਘ ਸੈਣੀ ਨੂੰ ਝੂਠਾ ਫਸਾਇਆ ਜਾ ਰਿਹਾ ਹੈ ਜਾਂ ਗਲਤ ਫਸਾਇਆ ਜਾ ਰਿਹਾ ਹੈ, ਆਪਣੇ ਦਿਲ ਤੇ ਹੱਥ ਰੱਖ ਕੇ ਆਪਣੇ ਜ਼ਮੀਰ ਤੋਂ ਇਹ ਸਵਾਲ ਪੁੱਛੋ ਔਰ ਫਿਰ ਤੁਹਾਨੂੰ ਜਵਾਬ ਮਿਲੂਗਾ। ਮੇਰੇ ਜਵਾਬ ਨੂੰ ਸੁਣਨ ਦੀ ਤੁਹਾਨੂੰ ਇਸ ਪੁਆਇੰਟ ਤੇ ਲੋੜ ਵੀ ਨਹੀਂ ਹੋਊਗੀ। ਦੂਜੀ ਗੱਲ, ਜਿੱਥੇ ਤੱਕ ਸਰਕਾਰ ਦਾ ਸਵਾਲ ਹੈ, ਜੇ CM ਸਾਹਿਬ ਚਾਹਣ, ਕੋਈ ਵੀ CM ਹੋਵੇ, ਤੇ ਸੁਮੇਧ ਸਿੰਘ ਸੈਣੀ ਕੋਲ Z+ ਕੈਟਾਗਰੀ ਦੀ ਸਿਕਿਉਰਿਟੀ ਹੈ,
ਇੰਟੈਲੀਜੈਂਸ ਵਾਚ ਉਹਦੇ ਤੇ ਰੱਖਦੀ, ਉਹਨੂੰ ਘਰੋਂ ਜਦੋਂ ਮਰਜ਼ੀ ਪਰਚਾ ਦੇ ਕੇ ਚੁੱਕ ਕੇ ਅੰਦਰ ਦੇ ਦਿੰਦੇ। ਨਾ ਤਾਂ ਉਹਨੂੰ ਹੁਣ ਤੱਕ ਸੁਮੇਧ ਸਿੰਘ ਸੈਣੀ ਤੇ 188 ਦੇ ਅੰਡਰ ਘਰੋਂ ਲੋਕਡਾਊਨ ਪੀਰੀਅਡ ਭੱਜਣ ਦਾ ਪਰਚਾ ਨਹੀਂ ਹੋਇਆ। ਹੁਣ ਤੱਕ ਉਹ ਘਰੋਂ ਨਿਕਲ ਕੇ ਭੱਜ ਗਿਆ, ਤੁਹਾਨੂੰ ਲੱਗਦਾ ਹੈ ਕਿਸੇ ਨੂੰ ਪਤਾ ਨਹੀਂ ਲੱਗਿਆ ਹੋਣਾ ਉਹ ਕਦੋਂ ਭੱਜ ਗਿਆ? ਜੇ ਸੀਐਮ ਸਾਹਿਬ ਚਾਹੁੰਦੇ ਉਹਦੇ ਤੇ ਵਾਚ ਰਖਾ ਕੇ ਨਾ ਚੁਕਾ ਲੈਂਦੇ। ਇਹ ਤਾਂ ਇੱਕ ਵਿਕਟਿਮ ਫੈਮਿਲੀ ਹੈ। ਅੱਛਾ, ਫਿਰ ਜੇ ਸੀਐਮ ਸਾਹਿਬ ਚਾਹੁੰਦੇ 302 ਨਾਲ ਸ਼ੁਰੂ ਚ ਲੱਗ ਜਾਂਦੀ। ਇਹ ਤਾਂ ਸੁਮੇਧ ਸਿੰਘ ਸੈਣੀ ਇੱਕ ਡਿਫੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਵੇਂ ਕਿ ਉਹ ਬਰਗਾੜੀ ਕੇਸ 'ਚ ਵੀ ਕਰ ਰਿਹਾ। ਸੋ ਸੁਮੇਧ ਸਿੰਘ ਸੈਣੀ ਦੀ ਤਾਂ ਇਹ ਆਦਤ ਹੈ। ਮੈਨੂੰ ਜੇ ਸਰਕਾਰ ਵੱਲੋਂ ਹੈਲਪ ਮਿਲ ਰਹੀ ਹੁੰਦੀ ਤੇ ਕੇਸ 3 ਮਹੀਨੇ ਨਾ ਚੱਲਦਾ, ਹੁਣ ਤੱਕ ਸੈਣੀ ਅੰਦਰ ਹੁੰਦਾ। ਮੈਂ ਕੰਪਲੇਨੈਂਟ ਦਾ ਵਕੀਲ ਹਾਂ, ਮੈਨੂੰ ਸਰਕਾਰ ਵੱਲੋਂ ਕੋਈ ਹੈਲਪ ਨਹੀਂ। ਇਨਫੈਕਟ ਮੈਂ ਤਾਂ ਇੱਕ ਸਿੰਪਲ ਜੀ ਗੱਲ ਪੁੱਛਦਾ, ਮੈਂ ਤਾਂ ਐਸਆਈਟੀ ਨੂੰ ਵੀ ਇਸ ਚੀਜ਼ ਤੇ ਕ੍ਰਿਟਿਸਾਈਜ਼ ਕੀਤਾ। ਐਸਆਈਟੀ ਨੇ ਕੋਰਟ ਦੇ ਵਿੱਚ ਕਿਹਾ, 2 ਵਾਰੀ ਐਸਆਈਟੀ ਨੂੰ ਟਾਈਮ ਮਿਲਿਆ ਹੈ, ਆਲਮੋਸਟ ਇੱਕ ਦਿਨ ਦਾ। ਐਸਆਈਟੀ ਨੇ ਸੁਮੇਧ ਸੈਣੀ ਨੂੰ ਅਰੈਸਟ ਨਹੀਂ ਕੀਤਾ। ਹੁਣ ਐਸਆਈਟੀ ਨੇ ਸੁਮੇਧ ਸੈਣੀ ਦੇ ਘਰ ਰੇਡ ਮਾਰੀ ਹੈ। ਮੈਂ ਕਹਿੰਦਾ ਐਜ਼ ਅ ਲਾਇਰ ਕੀ ਲੋੜ ਸੀ ਉਹਦੇ ਘਰ ਰੇਡ ਮਾਰਨ ਦੀ, ਜਦੋਂ ਐਸਆਈਟੀ ਨੂੰ ਪਤਾ ਹੈ ਉਹ ਘਰ ਨਹੀਂ ਬੈਠਾ। ਕੋਰਟ ਦੇ ਵਿੱਚ ਉਹਨਾਂ ਨੇ ਸਟੇਟਮੈਂਟ ਦਿੱਤੀ ਕਿ ਜੀ ਸੁਮੇਧ ਸੈਣੀ ਆਪਣੇ ਘਰ ਨਹੀਂ ਹੈ, ਭੱਜਿਆ ਹੋਇਆ ਹੈ। ਫਿਰ ਉਹਦੇ ਘਰ ਰੇਡ ਮਾਰਨ ਦੀ ਕੀ ਤੁਕ ਬਣਦੀ ਹੈ? ਇੰਟੈਲੀਜੈਂਸ ਵਾਲੇ ਸਿਕਿਉਰਿਟੀ ਉਹਦੀ ਘਰ ਹੈ, ਸੁਮੇਧ ਸੈਣੀ ਬਿਨਾਂ ਸਿਕਿਉਰਿਟੀ ਤੋਂ ਭੱਜਿਆ। Z+ ਕੈਟਾਗਰੀ ਉਹਦੀ ਸਿਕਿਉਰਿਟੀ ਕਿਉਂ ਦਿੱਤੀ ਹੋਈ? ਉਹਦੀ ਸਿਕਿਉਰਿਟੀ ਵਿਦਡਰਾ ਕਰੋ ਕਿ ਜੀ ਇਹਨੂੰ Z+ ਕੈਟਾਗਰੀ ਦੀ ਲੋੜ ਹੀ ਨਹੀਂ, ਤਾਂ ਬਿਨਾਂ ਸਿਕਿਉਰਿਟੀ ਰਹਿੰਦਾ। ਦਿੱਲੀ ਟ੍ਰਾਇਲ ਕੇਸ ਜਿੱਥੇ ਸੁਮੇਧ ਸੈਣੀ ਟ੍ਰਾਇਲ ਭੁਗਤ ਰਿਹਾ ਹੈ ਇਨੋਸੈਂਟ ਲੋਕਾਂ ਨੂੰ ਮਾਰਨ ਲਈ, CBI ਪ੍ਰੋਸੀਕਿਊਟ ਕਰ ਰਹੀ ਹੈ। ਨਹੀਂ ਕਹਿੰਦਾ ਜੀ Z+ ਕੈਟਾਗਰੀ ਮੈਨੂੰ ਮਿਲੀ ਹੈ, ਇੰਨਾ ਖਤਰਾ ਹੈ ਤਾਂ ਮੈਂ ਦਿੱਲੀ ਟ੍ਰਾਇਲ ਨਹੀਂ ਫੇਸ ਕਰ ਸਕਦਾ, ਮਤਲਬ ਮੈਨੂੰ ਐਗਜ਼ੈਂਪਸ਼ਨ ਦਿਓ। ਇੱਥੇ ਉਹ ਬਿਨਾਂ ਸਿਕਿਉਰਿਟੀ ਭੱਜਿਆ ਫਿਰਦਾ। ਪੰਜਾਬ ਸਰਕਾਰ ਸ਼ੁੱਡ ਹੈਵ ਇੰਟਰਵੀਨਡ ਔਰ ਉੱਥੇ ਉਹਦੀ ਐਗਜ਼ੈਂਪਸ਼ਨ ਕੈਂਸਲ ਕਰੋ। ਸੋ ਮੇਰਾ ਇੱਕ ਸਵਾਲ ਇਹ ਵੀ ਬਣਦਾ ਹੈ, ਕਿਉਂਕਿ ਪੰਜਾਬ ਦਾ ਜਿਹੜਾ ਵੀ DGP ਰਹਿੰਦਾ ਹੈ, ਇੱਕ ਤਾਂ ਸਰਕਾਰਾਂ ਦੇ ਬਹੁਤ ਨੇੜੇ ਹੁੰਦਾ ਹੈ, ਦੂਜਾ ਕੇਂਦਰ ਸਰਕਾਰ ਦੇ ਵੀ ਨੇੜੇ ਹੁੰਦਾ ਹੈ, ਕਿਉਂਕਿ ਬੈਲੈਂਸ ਦਾ ਜਿਹੜਾ ਕੰਮ ਕਰਦਾ ਉਹ DGP ਇੱਥੇ ਕੰਮ ਕਰਦਾ ਆਇਆ ਹੁਣ ਤੱਕ ਦਾ। ਤੇ ਇਹ ਹੁਣ ਵੀ ਲਿੰਕ ਕਈ ਸ਼ੋਅ ਹੁੰਦੇ ਵੀ ਰਹੇ ਨੇ ਕਿ ਇਹਨਾਂ ਦੇ ਉੱਪਰ ਤੱਕ ਪਹੁੰਚ ਹੁੰਦੀ ਹੈ DGP ਦੀ। ਤੇ ਇਸ ਮਾਮਲੇ ਦੇ ਵਿੱਚ ਜਦੋਂ ਪਹਿਲਾਂ ਬਲਵੰਤ ਸਿੰਘ ਮੁਲਤਾਨੀ ਦਾ ਮਾਮਲਾ ਗਰਮਾਇਆ ਸੀਗਾ, ਤੇ ਉਸ ਸਮੇਂ ਦੀ ਸਰਕਾਰ ਨੇ ਇਹ ਆਖਿਆ ਕਿ ਨਹੀਂ ਜੀ ਇਹ ਤਾਂ ਬੜਾ ਇਮਾਨਦਾਰ ਅਫਸਰ ਹੈਗਾ ਤੇ ਇਸ ਨੇ ਪੰਜਾਬ ਦੇ ਵਿੱਚੋਂ ਅੱਤਵਾਦ ਖਤਮ ਕੀਤਾ ਹੈਗਾ ਤੇ ਅੱਤਵਾਦ ਖਤਮ ਕਰਨ ਲਈ ਇਹ ਜਾਣਿਆ ਜਾਂਦਾ ਹੈ। ਤੇ ਇਹੀ ਅਫਸਰ ਪੰਜਾਬ ਦੇ ਵਿੱਚ ਜਿਹੜੀ ਮੌਕੇ ਦੀ ਸਰਕਾਰਾਂ ਰਹੀਆਂ ਨੇ ਉਹਨਾਂ ਦੇ ਕਲੋਜ਼ ਰਿਹਾ, ਭਾਵੇਂ ਜਿਹੜੀ ਅੱਜ ਸਰਕਾਰ ਹੈਗੀ ਹੈ ਉਸ ਦੇ ਵੀ ਨੇੜੇ ਰਿਹਾ ਕਿਸੇ ਵੇਲੇ। ਕਿ ਅੱਜ ਵੀ ਇਸ ਸਾਬਕਾ DGP ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਰਕਾਰ ਵੱਲੋਂ? ਤੁਹਾਨੂੰ ਕਿਉਂ ਲੱਗਦਾ ਹੈ ਕਿ ਸਰਕਾਰ ਅੱਜ ਵੀ ਸੁਮੇਧ ਸੈਣੀ ਦੇ ਉਲਟ ਹੈ? ਜੇ ਬਰਗਾੜੀ 'ਚ ਇਹਨੂੰ ਅਕਿਊਜ਼ਡ ਬਣਾਉਣਾ ਹੁੰਦਾ, ਇਹ ਹੁਣ ਤੱਕ ਅਰੈਸਟ ਹੋ ਗਿਆ ਹੁੰਦਾ। ਤੁਸੀਂ ਆਪ ਸੋਚੋ, ਇਹਨੂੰ ਕੁਐਸਚਨਿੰਗ ਇਹਦੀ ਹੋਈ ਹੈ ਜਾਂ ਅਰੈਸਟ ਤਾਂ ਨਹੀਂ ਹੋਇਆ ਉਸ ਕੇਸ 'ਚ। ਦੂਜੀ ਗੱਲ, ਵੈਂਡੇਟਾ ਸੁਮੇਧ ਸੈਣੀ ਕਹਿ ਰਿਹਾ, ਸਰਕਾਰ ਨੇ ਤਾਂ ਕਿਤੇ ਨਹੀਂ ਕੀਤਾ। ਸੁਮੇਧ ਸੈਣੀ ਤਾਂ ਇਹ ਵੀ ਕਹਿ ਰਿਹਾ ਕਿ ਜੀ ਮੈਂ ਤਾਂ ਬੜਾ ਇਨੋਸੈਂਟ ਬੰਦਾ, ਮੈਂ ਤਾਂ ਅੱਤਵਾਦੀ ਮਾਰੇ ਆ। ਮੈਂ ਮੁਲਤਾਨੀ ਕੇਸ ਦੀ ਗੱਲ ਕਰ ਨਹੀਂ, ਮੈਂ ਮੁਲਤਾਨੀ ਤੇ ਵੀ ਆ ਰਿਹਾ। ਹੁਣ ਜੇ SIT ਨੇ ਰੇਡ ਮਾਰਨੀ ਹੈ, ਪਹਿਲੀ ਗੱਲ ਇਸ ਕੇਸ 'ਚ ਬਚਾਉਣ ਦੀ ਗੱਲ ਕਰੋ। ਮੰਨ ਲਓ ਮੁਲਤਾਨੀ ਮਾਰਿਆ ਗਿਆ, ਇੰਨਾ ਤਾਂ ਤੁਸੀਂ ਐਜ਼ ਅ ਜਰਨਲਿਸਟ ਵੀ ਜਾਣਦੇ ਹੋ। ਕੇਸ ਕੀ ਹੈ ਕਿ ਮੁਲਤਾਨੀ ਨੂੰ ਕਸਟਡੀ 'ਚ ਮਾਰਤਾ। ਜੇ ਬੰਦੇ ਨੂੰ ਕਸਟਡੀ 'ਚ ਮਾਰਤਾ ਤੇ ਧਾਰਾ 302 ਲੱਗੂਗੀ ਕਿ ਨਹੀਂ ਲੱਗੂਗੀ? ਜੇ ਸਰਕਾਰ ਪਰਚਾ ਹੀ ਦਰਜ ਕਰ ਰਹੀ ਹੈ ਤੇ 302 ਕਿਉਂ ਨਹੀਂ ਲਾ ਰਹੀ? ਕੋਰਟ ਤੋਂ 3.5 ਮਹੀਨੇ ਬਾਅਦ ਕਿਉਂ ਲੱਗ ਰਹੀ ਹੈ? ਤੁਸੀਂ ਆਪ ਸੋਚੋ, ਆਪਣੇ ਦਰਸ਼ਕਾਂ ਨੂੰ ਕਹੋ ਜੀ ਜੇ ਸਰਕਾਰ ਹੀ ਕਰ ਰਹੀ ਸੀ ਤੇ ਫਿਰ ਮੈਨੂੰ ਸੰਘਰਸ਼ ਕਰਨ ਦੀ ਕੀ ਲੋੜ ਸੀ? 302 ਤਾਂ ਪਹਿਲੇ ਦਿਨ ਲੱਗ ਜਾਂਦੀ। ਦੂਜੀ ਗੱਲ, ਸੁਮੇਧ ਸਿੰਘ ਸੈਣੀ ਦੀ ਕੀ ਮਜਾਲ ਸੀ ਘਰੋਂ ਭੱਜ ਜਾਂਦਾ? ਉਹ ਘਰੋਂ ਭੱਜਿਆ ਐਂਟੀਸਪੇਟਰੀ ਬੇਲ ਲਈ ਪਹਿਲੇ ਦਿਨ। ਇਹ ਤੁਸੀਂ ਰਿਕਾਰਡ ਚੈੱਕ ਕਰ ਲਓ, 6 ਮਈ ਦਾ ਪਰਚਾ ਹੈ, 11 ਮਈ ਨੂੰ ਇਹਨੂੰ ਇੰਟੈਰਿਮ ਮਿਲੀ ਹੈ। ਸੋ 6 ਤੋਂ 11 ਤੱਕ ਸਰਕਾਰ ਨੇ ਇਹਨੂੰ ਅਰੈਸਟ ਨਹੀਂ ਕੀਤਾ ਔਰ ਕੋਰਟ ਦੇ ਵਿੱਚ ਪ੍ਰੋਸੀਕਿਊਸ਼ਨ ਨੇ ਐਡਮਿਟ ਕੀਤਾ ਹੈ ਜੀ ਸਾਡੇ ਕੋਲ ਕੋਈ ਵੀ ਨਹੀਂ ਗਵਾਹ ਮੌਜੂਦਾ ਇਸ ਵੇਲੇ, ਮਤਲਬ ਇਹਦੇ ਖਿਲਾਫ ਕੋਈ ਗਵਾਹ ਨਹੀਂ ਹੈ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਹੈ, ਅਸੀਂ ਤਾਂ ਤਫਤੀਸ਼ ਸ਼ੁਰੂ ਕਰ ਰਹੇ ਹਾਂ। ਮੈਂ ਐਜ਼ ਅ ਲਾਇਰ ਮਿਸਿਸ GK ਮਾਨ ਨੂੰ ਕਿਹਾ ਕਿ ਮੈਡਮ ਕੋਰਟ 'ਚ ਆਓ, ਤੁਸੀਂ ਆਈ ਵਿਟਨੈਸ ਸੀ ਇਸ ਕੇਸ ਦੇ। ਉਹਨਾਂ ਨੇ ਕੋਰਟ 'ਚ ਆ ਕੇ ਜੱਜ ਸਾਹਿਬ ਦੇ ਸਾਹਮਣੇ ਰੌਲਾ ਪਾਇਆ ਕਿ ਜੱਜ ਸਾਹਿਬ ਪ੍ਰੋਸੀਕਿਊਸ਼ਨ ਸੈਣੀ ਦੀ ਮਦਦ ਕਰ ਰਹੀ ਹੈ, ਮੈਂ ਆਈ ਵਿਟਨੈਸ ਹਾਂ। ਜੱਜ ਸਾਹਿਬ ਨੇ ਕਿਹਾ ਜੀ ਜਾਓ 161 ਦੀ ਸਟੇਟਮੈਂਟ ਰਿਕਾਰਡ ਕਰਾਓ। ਫਿਰ ਉਹਨਾਂ ਦੀ ਪੁਲਿਸ ਕੋਲ ਸਟੇਟਮੈਂਟ ਹੋਈ ਤੇ ਮੈਜਿਸਟ੍ਰੇਟ ਕੋਲ ਹੋਈ। ਹੁਣ ਮੈਨੂੰ ਇਹ ਗੱਲ ਸਮਝਾਓ, ਜੇ ਉਹਨਾਂ ਨੇ ਅੱਗੇ ਆ ਕੇ ਆਪ ਕਿਹਾ ਪ੍ਰੋਸੀਕਿਊਸ਼ਨ ਕੋਲ ਮਟੀਰੀਅਲ ਹੀ ਨਹੀਂ ਸੀ ਤੇ ਸਰਕਾਰ ਸੈਣੀ ਦੀ ਮਦਦ ਕਰ ਰਹੀ ਸੀ। ਹੁਣ ਤੁਸੀਂ ਮੈਨੂੰ ਦੱਸੋ, ਇੰਟੈਲੀਜੈਂਸ ਵਾਚ ਰੱਖ ਕੇ ਇਹ ਨਹੀਂ ਜਾਣ ਸਕਦੀ ਸੀ ਕਿ ਸੈਣੀ ਨੂੰ ਅਸੀਂ ਅਰੈਸਟ ਕਰਨਾ ਹੈ ਤੇ ਉਹ ਕਿਵੇਂ ਭੱਜੂਗਾ ਜਾਂ ਕਿੱਥੇ ਭੱਜੂਗਾ? ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਉਹ ਘਰੋਂ ਨਿਕਲ ਗਿਆ। ਛਾਪੇ ਵੀ ਕਿੱਥੇ ਮਾਰ ਰਹੇ ਆ? ਉਹਦੇ ਘਰ ਜਾਂ ਉਹਦੇ ਫਾਰਮ ਹਾਊਸ ਤੇ, ਜਿਹਦਾ ਉਹ ਕੋਰਟ ਦੇ ਵਿੱਚ ਲਿਖ ਕੇ ਦੇ ਚੁੱਕਿਆ ਕਿ ਜੀ ਉਹ ਆਪਣੇ ਘਰ ਹੈ ਨਹੀਂ। ਮੰਨ ਲਓ ਘਰ ਮੁੜ ਕੇ ਆਇਆ ਤੇ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ, ਆਬਵੀਅਸ ਉਹ ਘਰ ਨਹੀਂ ਸੀ।
ਸੋ ਕਿਤੇ ਵੀ ਐਸਆਈਟੀ ਜਾਂ ਸਰਕਾਰ ਨੇ ਉਹਨੂੰ ਅਰੈਸਟ ਕਰਨ ਦੀ ਅਜੇ ਕੋਸ਼ਿਸ਼ ਕੀਤੀ ਨਹੀਂ ਹੈ। ਉਹ ਤਾਂ ਸੈਣੀ ਕਹਿ ਰਿਹਾ ਹੈ। ਹੁਣ ਸੈਣੀ ਪ੍ਰੋਸੀਕਿਊਸ਼ਨ ਦੇ ਹਰ ਵਾਰੀ ਕਾਗਜ਼ ਲਾ ਦਿੰਦਾ ਹੈ ਕਿ ਜੀ ਦੇਖੋ ਆਹ ਤਫਤੀਸ਼ ਦੀ ਫਾਈਲ ਦੇ ਕਾਗਜ਼ ਹੈ। ਆ ਪਿਛਲੀ ਤਰੀਕ ਤੇ ਵੀ ਉਹਨੇ ਆਹੀ ਕੀਤਾ ਕਿ ਜੀ ਆਹ 2 ਕਾਗਜ਼ ਨੇ ਤੇ ਮੈਨੂੰ ਸਰਟੀਫਾਈਡ ਕਾਪੀ ਕੋਰਟ ਤੋਂ ਮੰਗਾ ਕੇ ਦਿਓ। ਜੱਜ ਸਾਹਿਬ ਕਹਿੰਦੇ ਅਪਲਾਈ ਕਰ ਲਓ। ਕਹਿੰਦਾ ਨਹੀਂ ਜੀ ਉਹ ਮੈਨੂੰ ਮਿਲੀ ਨਹੀਂ। ਜੱਜ ਸਾਹਿਬ ਕਹਿੰਦੇ ਫਿਰ ਆਹ ਕਾਗਜ਼ ਤੇਰੇ ਕੋਲ ਕਿੱਥੋਂ ਆਏ? ਕਹਿੰਦਾ ਵੀ ਤਫਤੀਸ਼ੀ ਫਾਈਲ 'ਚ ਲੱਗੇ ਹੋਏ ਆ, ਉਹ ਡੀਐਸਪੀ ਨੂੰ ਕਹੋ ਟੈਸਟ ਕਰ ਦੇਵੇ। ਡੀਐਸਪੀ ਨੇ ਸਟੇਟਮੈਂਟ ਦੇ ਕੇ ਟੈਸਟ ਕਰਤਾ। ਮੈਨੂੰ ਦੱਸੋ ਤਫਤੀਸ਼ੀ ਫਾਈਲ ਦੇ ਕਾਗਜ਼ ਉਹਦੇ ਕੋਲ ਕਿਵੇਂ ਆਏ? 302 ਅਜੇ ਲੱਗੀ ਨਹੀਂ, ਸੈਣੀ ਕੋਰਟ ਚਲਾ ਗਿਆ ਜੀ ਮੇਰੇ ਤਾਂ 302 ਲੱਗਣ ਜਾ ਰਹੀ ਹੈ। ਓਬਵੀਅਸ ਹੈ ਉਹਦੇ ਕੋਲ ਡਿਟੇਲਸ ਜਾ ਰਹੀ ਹੈ ਤੇ ਇਹਦਾ ਮਤਲਬ ਸਰਕਾਰ ਕਿਤੇ ਨਾ ਕਿਤੇ ਉਹਦੇ ਖਿਲਾਫ ਨਹੀਂ ਹੈ। ਦੇਖੋ ਸੀਐਮ ਸਾਹਿਬ ਨੇ ਜੇ ਉਹਨੂੰ ਅੰਦਰ ਦੇਣਾ ਹੁੰਦਾ ਉਹ ਐਕਚੁਅਲੀ ਦੇ ਦਿੰਦੇ। ਨਾ ਤਾਂ ਮੈਨੂੰ ਵਕੀਲ ਹੋਣ ਦੀ ਲੋੜ ਹੁੰਦੀ, ਕੰਪਲੇਨੈਂਟ ਨੂੰ ਮੈਨੂੰ ਕਰਨ ਦੀ ਲੋੜ ਸੀ, ਨਾ ਇੰਨਾ ਕੇਸ ਖਿੱਚਿਆ ਜਾਂਦਾ। ਠੀਕ ਹੈ, ਇਹਨੂੰ ਸਿੱਧਾ ਘਰੋਂ ਚੁੱਕਦੇ ਔਰ ਅੰਦਰ ਹੁੰਦਾ। ਇਸ ਮਾਮਲੇ ਦੇ ਵਿੱਚ ਕੈਟ ਪਿੰਕੀ ਵੱਲੋਂ ਸਟੇਟਮੈਂਟ ਦਿੱਤੀ ਜਾਂਦੀ ਹੈ ਤੇ ਉਹ ਬੜਾ ਕੁਝ ਬਿਆਨ ਕਰ ਰਹੇ ਨੇ ਕਿ ਮੈਨੂੰ ਸਾਰਾ ਕੁਝ ਪਤਾ ਸੀ, ਉਹ ਅਫਸਰ ਮੇਰੇ ਕੋਲ ਆਉਂਦੇ ਰਹਿੰਦੇ ਸੀ ਤੇ ਮੇਰੀ ਨਜ਼ਰਾਂ ਸਾਹਮਣੇ ਹੋਇਆ ਸਾਰਾ ਕੁਝ। ਉਹਨਾਂ ਦੀ ਜਿਹੜੀ ਸਟੇਟਮੈਂਟ ਆ ਰਹੀਆਂ ਨੇ ਉਹ ਨਜ਼ਰ ਤਾਂ ਇਹ ਸ਼ੋ ਹੋ ਰਿਹਾ ਕਿ ਉਹ ਸੈਣੀ ਦੇ ਵਿਰੁੱਧ ਬੜੀਆਂ ਸਖਤ ਸਟੇਟਮੈਂਟਾਂ ਦੇ ਰਹੀਆਂ ਨੇ। ਉਹਨਾਂ ਦੀ ਸਟੇਟਮੈਂਟਾਂ ਕਿੱਥੋਂ ਤੱਕ ਇਸ ਕੇਸ ਦੇ ਵਿੱਚ ਮਾਇਨੇ ਰੱਖਦੀਆਂ ਨੇ? ਦੇਖੋ ਉਹਦੀ ਡਿਟੇਲ ਤਾਂ ਕਿਉਂਕਿ ਪਿੰਕੀ ਕਈ ਵਾਰੀ ਬੋਲ ਕੇ ਚੀਜ਼ਾਂ ਤੋਂ ਬੈਕਆਊਟ ਵੀ ਕੀਤਾ ਹੈ ਪਿੰਕੀ ਨੇ, ਸੋ ਇਸ ਕਰਕੇ ਉਹ ਕ੍ਰੈਡੀਬਿਲਿਟੀ ਕੀ ਦੇਣੀ ਉਹ ਤਾਂ ਪ੍ਰੋਸੀਕਿਊਸ਼ਨ ਡਿਸਾਈਡ ਕਰੂਗੀ। ਮੈਂ ਐਜ਼ ਅ ਲਾਇਰ ਜੋ ਕ੍ਰੈਡੀਬਿਲਿਟੀ ਦੇ ਰਿਹਾ, ਜੋ ਇੱਕ ਕੰਪਲੇਨੈਂਟ ਦੇ ਵਕੀਲ ਹੋਣ ਦੇ ਨਾਤੇ ਮੈਂ ਸ਼ੋਅ ਕਰ ਰਿਹਾ ਕਿ ਕਿਹੜੀ ਸਟੇਟਮੈਂਟ ਦੀ ਮੈਂ ਕ੍ਰੈਡੀਬਿਲਿਟੀ ਦੇ ਰਿਹਾ, ਮਿਸਿਸ ਜੀ ਕੇ ਮਾਨ ਦੀ, ਮਿਸਿਸ ਸਰਬਜੀਤ ਕੌਰ ਦੀ, ਜਾਂ ਉਹਨਾਂ ਦੇ ਬ੍ਰਦਰ ਦੀ, ਭੁੱਲਰ ਫੈਮਿਲੀ ਦੇ ਜਿਹੜੇ ਸੀ ਉਹਨਾਂ ਦੀ, ਮਤਲਬ ਜੋ ਹੋਈਆਂ ਬਿਆਨ ਹੋਇਆ, ਜਾਂ ਵਾਦਾ ਮਾਫ ਗਵਾਹ ਜਾਂ ਰਜੇਸ਼ ਜਿਨ੍ਹਾਂ ਨੇ ਆਈ ਵਿਟਨੈਸ ਅਕਾਊਂਟ ਦਿੱਤਾ ਕਿ ਸਾਡੇ ਸਾਹਮਣੇ ਆਹ ਚੀਜ਼ਾਂ ਹੋਈਆਂ। ਹੁਣ ਜਿਵੇਂ ਇਲੀਗਲ ਡਿਟੈਂਸ਼ਨ 11 ਤੋਂ ਪ੍ਰੂਵ ਹੋ ਰਹੀ ਹੈ, ਓਬਵੀਅਸ ਜੀ ਗੱਲ ਹੈ ਜੇ 11 ਨੂੰ ਬੰਦੇ ਨੂੰ ਤੁਸੀਂ ਚੁੱਕ ਲਿਆ, ਇਲੀਗਲ ਡਿਟੈਂਸ਼ਨ ਲਈ ਤਾਂ ਪਨਿਸ਼ਮੈਂਟ ਬਣਦੀ ਹੈ ਨਾ। ਕਸਟੋਡੀਅਲ ਟਾਰਚਰ ਜਗੀਰ ਸਿੰਘ ਪ੍ਰੂਵ ਕਰ ਰਿਹਾ। ਹੁਣ ਵੇਖੋ ਅਸੀਂ 30 ਸਾਲਾਂ ਬਾਅਦ ਐਕਸਪੈਕਟ ਨਹੀਂ ਕਰ ਸਕਦੇ ਕਿ ਜਿਹੜਾ ਡੰਡਾ ਅਗਲੇ ਨੂੰ ਟਾਰਚਰ ਕਰਨ ਲਈ ਯੂਜ਼ ਕੀਤਾ ਉਹ ਰਿਕਵਰ ਹੋ ਜਾਊਗਾ। ਉਹ ਤਾਂ ਆਬਵੀਅਸ ਹੈ ਨਹੀਂ ਹੋਣਾ ਜੀ। ਉਹ ਤਾਂ ਪਤਾ ਹੀ ਲੱਗ ਸਕਦਾ ਕਿਹਨੇ ਡਿਸਪੋਜ਼ ਆਫ ਕੀਤਾ। ਸੋ ਪ੍ਰਦੀਪ ਵੀਰ ਜੀ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਜੋ ਕੇਸ ਬਲਵੰਤ ਸਿੰਘ ਮੁਲਤਾਨੀ ਦਾ ਇਸ ਮੁਕਾਮ ਉੱਤੇ ਪੁੱਜਿਆ ਅੱਜ ਸੁਮੇਧ ਸਿੰਘ ਸੈਣੀ ਭੱਜਿਆ ਫਿਰਦਾ ਹੈ। ਕਿਸੇ ਵੇਲੇ ਤੁਸੀਂ ਖੁਦ ਹੀ ਦੱਸਿਆ ਕਿ ਭਜਾਈ ਫਿਰਦਾ ਸੀਗਾ ਪੂਰੇ ਪੰਜਾਬ ਨੂੰ, ਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਨੌਜਵਾਨ ਮਾਰੇ ਗਏ ਨੇ। ਤੇ ਇਸ ਕੇਸ ਨੂੰ ਤੁਸੀਂ ਅੱਗੇ ਕੀ ਦੇਖਦੇ ਹੋ, ਕਿਸ ਮੁਕਾਮ ਤੱਕ ਜਾਏਗਾ? ਕੀ ਸੁਮੇਧ ਸਿੰਘ ਸੈਣੀ ਨੂੰ ਇਸ ਮਾਮਲੇ ਵਿੱਚ ਸਜ਼ਾ ਹੋਏਗੀ, ਤੇ ਜੇ ਸਜ਼ਾ ਹੋਏਗੀ ਤੇ ਉਹਨਾਂ ਨੂੰ ਕਿੰਨੀ ਕੁ ਸਜ਼ਾ ਹੋ ਸਕਦੀ ਹੈ? ਦੇਖੋ ਸਜ਼ਾ ਤਾਂ ਇਹਨੂੰ ਰੱਬ ਮਿਹਰ ਕਰਨ ਜ਼ਰੂਰ ਕਰਾਵਾਂਗੇ, ਜੋ ਮਰਜ਼ੀ ਹੋਵੇ ਸਜ਼ਾ ਇਹਨੂੰ ਦਵਾ ਕੇ ਹਟਾਂਗੇ ਤੇ ਪਾਪਾਂ ਦੀ ਸਜ਼ਾ ਦਵਾਵਾਂਗੇ। ਔਰ ਹੋਰ ਵੀ ਇਹਦੇ ਖਿਲਾਫ ਕੰਪਲੇਨਸ ਆ ਰਹੀਆਂ, ਜੇ ਉਹ ਕੇਸਿਸ ਦੇ ਵਿੱਚ ਵੀ ਇਹਦੇ ਖਿਲਾਫ ਕੰਪਲੇਨਸ ਸ਼ੁਰੂ ਹੋ ਜਾਂਦੀਆਂ ਤੇ ਸੁਮੇਧ ਸਿੰਘ ਸੈਣੀ ਇਜ਼ ਇਨ ਡੀਪ ਵਾਟਰਸ। ਕਿੱਥੋਂ ਤੱਕ ਸਜ਼ਾ ਹੋ ਸਕਦੀ ਹੈ? ਦੇਖੋ ਸਜ਼ਾ ਇਹਦੇ 'ਚ ਲਾਈਫ ਇੰਪ੍ਰਿਜ਼ਨਮੈਂਟ ਤਾਂ ਬਣਦੀ ਹੈ, ਬਟ ਮੇਰੇ ਖਿਆਲ ਨਾਲ ਇਹ ਡੈਥ ਸੈਂਟੈਂਸ ਵਾਲਾ ਕੇਸ ਹੈ, ਇਹ ਲਾਈਫ ਇੰਪ੍ਰਿਜ਼ਨਮੈਂਟ ਵਾਲਾ ਕੇਸ ਨਹੀਂ ਹੈ, ਕਿਉਂਕਿ ਇਹ ਰੇਅਰੈਸਟ ਆਫ ਦ ਰੇਅਰ ਕੇਸ ਦੀ ਕੈਟੇਗਰੀ 'ਚ ਆਉਂਦਾ ਹੈ। ਔਰ ਦੂਜਾ ਇਹ ਹੁੰਦਾ ਕੁਝ ਅਫੈਂਡਰਸ ਹੁੰਦੇ ਹੈ ਜਿਨ੍ਹਾਂ ਦਾ ਹਰ ਐਕਟ ਰੇਅਰੈਸਟ ਆਫ ਦ ਰੇਅਰ ਕੈਟੇਗਰੀ ਕਿਉਂ ਰੱਖਿਆ ਗਿਆ ਹੈ ਕਿ ਇੱਕ ਮੰਨ ਲਓ ਬੰਦੇ ਤੋਂ ਐਕਸੀਡੈਂਟਲੀ ਕੋਈ ਮਰ ਗਿਆ ਜਾਂ ਲਾਈਫ ਇੰਪ੍ਰਿਜ਼ਨਮੈਂਟ, ਮਤਲਬ ਕੁਝ ਡਿਸਕ੍ਰਿਸ਼ਨਰੀ ਪਾਵਰ ਐਕਸਟ੍ਰੀਮ ਜੱਜ ਨੂੰ ਦਿੱਤੀ ਜਾਂਦੀ ਹੈ ਸਰਕਮਸਟੈਂਸਸ ਦੇਖਦੇ ਹੋਏ। ਜਦੋਂ ਤੁਸੀਂ ਸੁਮੇਧ ਸਿੰਘ ਸੈਣੀ ਵਰਗੇ ਇੱਕ ਕ੍ਰਿਮੀਨਲ ਦੀ ਗੱਲ ਕਰਦੇ ਹੋ ਤੇ ਵਾਟ ਹੀ ਇਜ਼ ਇੰਪਲੀਮੈਂਟਿੰਗ ਇਜ਼ ਇਨਹਿਊਮਨ ਟਾਰਚਰ, ਮਤਲਬ ਤਸ਼ੱਦਦ ਦੀ ਹੱਦ, ਇਨਹਿਊਮਨ ਟਾਰਚਰ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇ ਕਿ ਕਿਸੇ ਦੇ ਡੰਡਾ ਐ ਪਿੱਛੇ ਪਾਓ, ਉਹਦੇ ਠੁੱਡਾ ਮਾਰੋ, ਉਸ ਚੀਜ਼ ਨੂੰ ਇੰਜੋਏ ਕਰੋ। ਇੱਕ ਸੈਡਿਸਟਿਕ ਟੈਂਡੈਂਸੀ, ਇੱਕ ਬੜੀ ਘਟੀਆ ਦਿਮਾਗ ਦੀ ਸੋਚ ਕੇ ਉਸ ਚੀਜ਼ ਨੂੰ ਇੰਜੋਏ ਕਰੋ, ਜਿਹੜੀ ਸ਼ਾਇਦ ਅਸੀਂ ਗੱਲ ਕਰਦੇ ਹੋਏ ਵੀ ਬੁਰਾ ਫੀਲ ਕਰੀਏ ਕਿ ਕਿੰਨੀ ਘਟੀਆ ਹਰਕਤ ਕੀਤੀ। ਉਹਨੂੰ ਪੇਨ 'ਚ ਤੜਪਣ ਦੇਣਾ, ਉਸ ਤੋਂ ਬਾਅਦ ਉਹਦੇ ਠੁੱਡਾਂ ਮਾਰਨੀਆਂ, ਇੰਨਾ ਟਾਰਚਰ ਕਰਨਾ ਕਿ ਅਗਲੇ ਦੀ ਅੱਖ ਬਾਹਰ ਆ ਜਾਏ, ਉਸ ਤੋਂ ਬਾਅਦ ਉਹ ਬੋਡੀ ਡਿਸਪੋਜ਼ ਆਫ ਕਰਨੀ, ਯੂਨੀਫਾਰਮ ਨੂੰ ਮਿਸਯੂਜ਼ ਕਰਕੇ ਝੂਠੇ ਪਰਚੇ ਦੇਣਾ, ਇੱਕ ਇਨੋਸੈਂਟ ਨੂੰ ਟੈਰਰਿਸਟ ਕਰਾਰ ਦੇਣਾ, ਔਰ ਉਸ ਤੋਂ ਬਾਅਦ ਕਹਿਣਾ ਜੀ ਮੈਂ ਤੇ ਅੱਤਵਾਦ ਨਾਲ ਲੜਿਆ। ਇਹ ਰੇਅਰੈਸਟ ਆਫ ਦ ਰੇਅਰ ਕੇਸ ਹੈ ਔਰ ਇਹ ਕੇਸ ਲਾਈਫ ਇੰਪ੍ਰਿਜ਼ਨਮੈਂਟ ਵਾਲਾ ਨਹੀਂ, ਫਾਂਸੀ ਵਾਲਾ ਹੈ। ਔਰ ਮੈਂ ਆਪ ਫੀਲ ਕਰਦਾ ਕਿ ਸੁਮੇਧ ਸਿੰਘ ਸੈਣੀ ਵਰਗੇ ਨੂੰ ਇਹਦੇ ਹਰ ਇਹੋ ਜਿਹੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਲਾਅ ਸ਼ੁੱਡ ਸੈਟ ਐਨ ਐਗਜ਼ਾਮਪਲ ਕਿ ਪੁਲਿਸ ਦੀ ਵਰਦੀ ਜਾਨ ਦੇਣ ਲਈ ਹੁੰਦੀ ਹੈ, ਜਾਨ ਲੈਣ ਲਈ ਨਹੀਂ। ਇਨੋਸੈਂਟ ਦੀ ਰੱਖਿਆ ਲਈ ਹੁੰਦੀ ਹੈ, ਇਨੋਸੈਂਟ ਨੂੰ ਮਾਰਨ ਦੇ ਲਈ ਨਹੀਂ। ਪੁਲਿਸ ਦੀ ਜਿਹੜੀ ਡਿਊਟੀ, ਪੁਲਿਸ ਦਾ ਜਿਹੜਾ ਧਰਮ ਇਹੋ ਜਿਹੇ ਦਾਗੀ ਅਫਸਰਾਂ ਨੇ ਬਦਲ ਕੇ ਰੱਖਤਾ ਹੈ, ਉਹ ਦੁਬਾਰਾ ਫੇਥ ਇਨ ਪੁਲਿਸ ਰਿਸਟੋਰ ਕਰਨਾ ਬਹੁਤ ਜ਼ਰੂਰੀ ਹੈ, ਜਿਹਦੇ ਲਈ ਸਾਡੇ ਜੁਡੀਸ਼ੀਅਲ ਸਿਸਟਮ ਨੂੰ, ਇਹ ਸਿਰਫ ਇੱਕ ਲਾਇਰ ਦਾ ਫਰਜ਼ ਨਹੀਂ ਹੈ ਹੂ ਇਜ਼ ਅ ਪਾਰਟ ਆਫ ਦੀ ਲੀਗਲ ਪ੍ਰੋਸੈਸ,
ਸਾਡੇ ਜੱਜਸ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਐਂਡ ਸਬਸਟੈਂਟਿਵ ਜਸਟਿਸ ਤੇ ਫੋਕਸ ਕਰਨਾ ਚਾਹੀਦਾ ਹੈ। ਮੈਂ ਐਜ਼ ਅ ਲਾਇਰ ਇਹ ਫੀਲ ਕਰਦਾ, ਨਹੀਂ ਤਾਂ ਕਿਤੇ ਨਾ ਕਿਤੇ ਇਟਸ ਨਾਟ ਕਿ ਮੈਂ ਕੋਈ ਕਿਉਂਕਿ ਇਸ ਕੇਸ ਲਾਇਰ ਆ ਤਾਂ ਗੱਲ ਕਰ ਰਿਹਾ। ਪਬਲਿਕ ਦਾ ਅਲਟੀਮੇਟ ਫੇਥ ਜੁਡੀਸ਼ੀਅਲ ਸਿਸਟਮ 'ਚ ਹੁੰਦਾ ਹੈ। ਅੱਜ ਜਦੋਂ ਅਸੀਂ ਕਹਿੰਦੇ ਹਾਂ ਕਿ ਜੀ ਸੈਣੀ ਬਚ ਨਾ ਜਾਵੇ, ਸੈਣੀ ਪੁਲਿਸ ਤੋਂ ਨਹੀਂ ਬਚੂਗਾ। ਜੇ ਸੈਣੀ ਦੇ ਬਚਣ ਦੀ ਗੱਲ ਹੋ ਰਹੀ ਹੈ, ਕੋਰਟ 'ਚੋਂ ਹੋ ਰਹੀ ਹੈ। ਇਹ ਸਾਡੀ ਜੁਡੀਸ਼ਰੀ ਲਈ ਬਹੁਤ ਇੰਪੋਰਟੈਂਟ ਹੈ ਕਿ ਪਬਲਿਕ ਦਾ ਫੇਥ ਜੁਡੀਸ਼ਰੀ 'ਚ ਬਣਿਆ ਰਵੇ, ਦੈਟ ਅਕਾਊਂਟੇਬਿਲਿਟੀ ਆਫ ਜੁਡੀਸ਼ਰੀ ਐਂਡ ਦਾ ਫੇਥ, ਜਿਹੜਾ ਇੱਕ ਪਬਲਿਕ ਦਾ ਫੇਥ ਹੁੰਦਾ ਹੈ, ਉਹ ਪੈਰਾਮਾਊਂਟ ਹੈ। ਮੈਂ ਇਹਦੇ 'ਚ ਕਿਤੇ ਨਹੀਂ ਆ ਕਹਿੰਦਾ ਕਿ ਜੀ ਸੈਣੀ ਨੂੰ ਐਜ਼ ਅ ਲਾਇਰ ਜੋ ਮੈਂ ਫੀਲ ਕਰਦਾ ਕਿ ਸੈਣੀ ਡਿਜ਼ਰਵਸ ਡੈਥ ਸੈਂਟੈਂਸ। ਹੁਣ ਅੱਗੇ ਅੰਜਾਮ ਤੱਕ ਵੀ ਲੈ ਕੇ ਜਾਵਾਂਗੇ, ਇਹਨੂੰ ਇਹਦੇ ਪਾਪਾਂ ਦੀ ਸਜ਼ਾ ਵੀ ਦਿਵਾਵਾਂਗੇ, ਪਰ ਕੀ ਸਜ਼ਾ ਮਿਲਦੀ ਹੈ ਉਹ ਤਾਂ ਹੁਣ ਦੇਖਦੇ ਹਾਂ ਕਿੱਥੇ ਤੱਕ ਕੀ ਐਵੀਡੈਂਸ ਆਉਂਦੀ ਹੈ, ਕਦੋਂ ਚਲਾਨ ਪੇਸ਼ ਹੁੰਦਾ ਹੈ, ਕਿਹੜੇ ਗਵਾਹ ਹੋਰ ਅੱਗੇ ਆਉਂਦੇ ਹੈ। ਕਿਉਂਕਿ ਚਲਾਨ ਹੀ ਅਜੇ ਤੱਕ ਇਹਨਾਂ ਨੇ ਕੋਈ ਪੇਸ਼ ਨਹੀਂ ਕੀਤਾ, ਨਹੀਂ ਤਾਂ ਤਫਤੀਸ਼ ਹੀ ਕਿਤੇ ਹੈਡਵੇ ਨਹੀਂ ਜ਼ਿਆਦਾ ਕਰ ਸਕੀ। ਮਤਲਬ ਐਵੀਡੈਂਸ ਬਹੁਤ ਹੈ ਪਰ ਚਲਾਨ ਪੇਸ਼ ਕਰਨ ਦੇ ਨੇੜੇ ਵੀ ਨਹੀਂ ਆਏ, ਕਿਉਂਕਿ ਜੇ ਉਹ ਗੱਲ ਹੁੰਦੀ ਹੈ ਕੋਰਟ 'ਚ ਕਿਤੇ ਕਹਿੰਦੇ। ਸੋ ਜੇ ਚਲਾਨ ਪੇਸ਼ ਕਰਦੇ ਆ, ਸੈਣੀ ਦੇ ਖਿਲਾਫ ਟ੍ਰਾਇਲ ਸ਼ੁਰੂ ਹੁੰਦੀ ਹੈ, ਤਾਂ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਹਨੂੰ ਛੇਤੀ ਸਜ਼ਾ ਮਿਲੂਗੀ। ਪਰ ਜਿੱਥੇ ਤੱਕ ਮੇਰਾ ਕੰਮ ਐਜ਼ ਅ ਲਾਇਰ ਆਉਂਦਾ ਹੈ, ਜੇ ਚਲਾਨ ਦੇ ਵਿੱਚ ਕਮੀਆਂ ਵੀ ਛੁੱਟ ਜਾਂਦੀਆਂ ਤੇ ਉਹ ਡੈਫੀਨੇਟਲੀ ਡਿਊਰਿੰਗ ਟ੍ਰਾਇਲ ਮੈਂ ਪੂਰੀ ਕਰਾਂਗਾ ਔਰ ਅੰਜਾਮ ਤੱਕ ਤਾਂ ਸੈਣੀ ਨੂੰ ਇਹਦੇ ਜ਼ਰੂਰ ਪਹੁੰਚਾਊਂਗਾ। ਬਿਕੋਜ਼ ਜਿਹੜੀਆਂ ਤੁਹਾਡੇ ਦਰਸ਼ਕਾਂ ਦੀਆਂ ਅਰਦਾਸਾਂ ਨੇ, ਮੇਰੀ ਤਾਕਤ ਉਹੀ ਨੇ। ਰੱਬ ਦੇ ਵਿੱਚ ਵਿਸ਼ਵਾਸ ਮੇਰੀ ਤਾਕਤ ਹੈ ਔਰ ਮੈਨੂੰ ਪਤਾ ਹੈ ਕਿ ਉਹ ਨਿਸ਼ਚੈ ਕਰ ਆਪਣੀ ਜੀਤ ਕਰੋ ਵਾਲਾ ਜਿਹੜਾ ਪ੍ਰਿੰਸੀਪਲ ਹੈ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰਿੰਸੀਪਲ ਹੈ। ਉਹ ਰਾਹ ਹੈ ਮੇਰਾ। ਸੈਣੀ ਨੂੰ ਹਰ ਹਾਲਤ ਦੇ ਵਿੱਚ ਇਹਦੀ ਕੀਤੀ ਤਸ਼ੱਦਦ, ਇਹਦੇ ਦੂਜੇ ਕੇਸਾਂ ਦੀ ਵੀ ਜਿਹੜੀ ਤਸ਼ੱਦਦ ਸਾਹਮਣੇ ਆ ਰਹੀ ਹੈ, ਇਸ ਕੇਸ 'ਚ ਨਹੀਂ ਹੋਰਾਂ ਕੇਸਾਂ 'ਚ ਵੀ, ਇਹਨੂੰ ਇਹਦੇ ਪਾਪਾਂ ਦੀ ਸਜ਼ਾ ਜ਼ਰੂਰ ਦਿਓ। ਸੋ ਹੋਰਾਂ ਕੇਸਾਂ ਦੀ ਆਪਾਂ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਇਹ ਵੀ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਅਜਿਹਾ ਪੁਲਿਸ ਅਫਸਰ, ਅਜਿਹਾ ਪੁਲਿਸ ਅਧਿਕਾਰੀ ਜਿਸ ਦਾ ਪੰਜਾਬ ਦੇ ਵਿੱਚ ਖੌਫ ਰਿਹਾ, ਉਸ ਦੀ ਗੋਲੀ ਤੋਂ ਬਹੁਤ ਸਾਰੇ ਲੋਕ ਡਰਦੇ ਨੇ, ਇੱਥੋਂ ਤੱਕ ਕਿ ਸਿਆਸਤਦਾਨਾਂ ਨੇ ਵੀ ਆਪਣੇ ਮੂੰਹ ਬੰਦ ਰੱਖੇ, ਸਭ ਕੁਝ ਜਾਣਦੇ ਹੋਏ ਵੀ ਕਿ ਪੰਜਾਬ ਦੇ ਵਿੱਚ ਕੀ ਕੁਝ ਹੋਇਆ ਸਭ ਨੂੰ ਪਤਾ ਹੈਗਾ। ਕਾਲਾ ਦੌਰ ਪੰਜਾਬ ਨੇ ਦੇਖਿਆ, ਉਸ ਦਾ ਜਿਹੜਾ ਦਰਦ ਹੈ ਅੱਜ ਵੀ ਪੰਜਾਬ ਹੰਢਾ ਰਿਹਾ ਹੈ। ਇੰਨੇ ਵੱਡੇ ਪੁਲਿਸ ਅਧਿਕਾਰੀ ਨੂੰ ਤੁਸੀਂ ਜੱਫਾ ਪਾਇਆ, ਇੰਨਾ ਵੱਡਾ ਜਿਗਰਾ ਤੁਹਾਡੇ ਕੋਲ ਕਿੱਥੋਂ ਆਇਆ? ਮੈਂ ਤੁਹਾਡੇ ਬਾਰੇ ਜਾਣਨਾ ਚਾਹੁੰਦਾ। ਤੁਸੀਂ ਪੁਲਿਸ ਦੀ ਡਿਊਟੀ ਦੀ ਗੱਲ ਕੀਤੀ ਹੈ, ਪੁਲਿਸ ਦੀ ਵਰਦੀ ਦੀ ਗੱਲ ਕੀਤੀ ਹੈ, ਜਿਹੜੀ ਤੁਸੀਂ ਲਾਇਰ ਦੀ ਵਰਦੀ ਪਾਈ ਹੈ, ਉਹ ਜਿਗਰਾ ਕਿੱਥੋਂ ਆਇਆ? ਕਿਸ ਪਰਿਵਾਰ ਤੋਂ ਤੁਸੀਂ ਬਿਲੋਂਗ ਕਰਦੇ ਹੋ? ਮੇਰੀ ਫੈਮਿਲੀ ਬੈਕਗਰਾਉਂਡ ਆਇਆ ਜੀ ਕਿ ਮੇਰੇ ਦਾਦਾ ਜੀ ਲੇਟ ਸਰਦਾਰ ਕੁਲਦੀਪ ਸਿੰਘ ਵਿਰਕ IAS ਅਫਸਰ ਸੀਗੇ, ਪਦਮਾ ਸ਼੍ਰੀ ਤੋਂ ਸਨਮਾਨਿਤ ਸੀ। ਮੇਰੇ ਫਾਦਰ ਸਰਦਾਰ ਸਰਬਦੀਪ ਸਿੰਘ ਵਿਰਕ 1970 ਬੈਚ ਦੇ IPS ਅਫਸਰ ਰਹੇ ਨੇ, ਪਦਮਾ ਸ਼੍ਰੀ ਤੋਂ ਸਨਮਾਨਿਤ, ਗੈਲੈਂਟਰੀ ਮੈਡਲ ਤੋਂ ਸਨਮਾਨਿਤ ਰਹੇ ਨੇ, DGP ਪੰਜਾਬ ਐਂਡ DGP ਮਹਾਰਾਸ਼ਟਰ ਰਹੇ ਨੇ। ਸੋ ਫੈਮਿਲੀ ਬੈਕਗਰਾਉਂਡ ਤਾਂ ਆਹੀ ਸੀ ਔਰ ਓਬਵੀਅਸਲੀ 2 ਜਨਰੇਸ਼ਨਸ ਸਿਵਲ ਸਰਵਿਸਿਜ਼ ਆਲ ਇੰਡੀਆ ਸਰਵਿਸਿਜ਼ ਦੇ ਵਿੱਚ ਸੀਗੀਆਂ। ਮੈਂ ਆਪ IPS ਦੇ ਵਿੱਚ ਰਿਹਾ 2006 ਬੈਚ। ਸੋ ਸਿਲੈਕਟ ਹੋਣ ਤੋਂ ਬਾਅਦ ਅੰਡਰ ਟ੍ਰੇਨਿੰਗ ਹੁੰਦਿਆਂ ਜਦੋਂ ਤੁਸੀਂ ਇਹ ਰਿਅਲਾਈਜ਼ ਕਰਦੇ ਹੋ ਕਿ ਤੁਹਾਡੀ ਡਿਊਟੀਜ਼ ਔਰ ਰਿਸਪੌਂਸਿਬਿਲਿਟੀਜ਼ ਜਿਹੜੀਆਂ ਹੈਗੀਆਂ ਕਿ ਕੀ ਤੁਸੀਂ ਉਹ ਸਿਸਟਮ ਦਾ ਹਿੱਸਾ ਬਣ ਕੇ ਚੱਲ ਸਕਦੇ ਹੋ ਜਿੱਥੇ ਤੁਹਾਡੇ ਸੀਨੀਅਰਸ ਬਹੁਤ ਸਾਰੇ ਗਲਤ ਰਾਹ 'ਤੇ ਨੇ। ਜਿਵੇਂ ਤੁਸੀਂ ਇੱਕ ਦੇਖੋ, ਸਿਲੈਕਟ ਹੋਣਾ IPS ਦੇ ਵਿੱਚ ਇੱਕ ਕਾਬਲੀਅਤ ਹੈ, ਉਹ ਕਾਬਲੀਅਤ ਮੈਂ ਸਾਬਿਤ ਕਰਤੀ। ਕੋਈ ਇਹ ਨਹੀਂ ਕਹਿ ਸਕਦਾ ਕਿ ਜੀ ਇੰਟੈਲੀਜੈਂਟ ਨਹੀਂ ਸੀ ਜਾਂ ਕਰਨ ਜੋਗਰਾ ਨਹੀਂ ਸੀ, ਕਰਤਾ। ਪਰ ਪੰਜਾਬ ਦੇ ਵਿੱਚ ਸਾਰੇ IPS ਅਫਸਰਾਂ ਨੂੰ ਪਤਾ ਸੀ ਸੈਣੀ ਦੇ ਜੂਨੀਅਰਸ ਜਿਹੜੇ ਹੈਗੇ ਹੈ, ਕੀ ਉਹਨਾਂ 'ਚੋਂ ਕੋਈ ਪਰਚਾ ਦੇ ਸਕਦਾ ਸੀ ਸੈਣੀ 'ਤੇ? ਉਹ DGP ਸੀ, ਨਹੀਂ। ਦੇ ਹੈਡ ਟੂ ਗੋ ਐਂਡ ਸਲੂਟ ਹਿਮ। ਵਰਦੀ ਪਾ ਕੇ ਤੁਸੀਂ ਆਪਣੇ ਸੀਨੀਅਰ ਨੂੰ ਜਦੋਂ ਸਲੂਟ ਕਰਦੇ ਹੋ ਤਾਂ ਤੁਸੀਂ ਇੱਕ ਰਿਸਪੈਕਟ ਸ਼ੋ ਕਰਦੇ ਹੋ ਕਿ ਜੀ ਸਰ ਮੈਂ ਤੁਹਾਡੀ ਇੱਜ਼ਤ ਕਰਦਾ। ਸਲੂਟ ਦਾ ਮਤਲਬ ਕੀ ਹੁੰਦਾ ਹੈ? ਵੀ ਤੁਸੀਂ ਮੇਰੇ ਸੀਨੀਅਰ ਹੋ, ਮੇਰੇ ਗੁਰੂ ਹੋ, ਮੈਂ ਤੁਹਾਨੂੰ ਫੋਲੋ ਕਰਦਾ। ਮੈਂ ਨਾ ਤਾਂ ਇਹੋ ਜਿਹੇ ਦਾਗਦਾਰ ਅਫਸਰਾਂ ਨੂੰ ਗੁਰੂ ਮੰਨਦਾ, ਨਾ ਮੈਂ ਉਹਨਾਂ ਨੂੰ ਫੋਲੋ ਕਰਦਾ, ਨਾ ਮੈਂ ਉਹਨਾਂ ਦੀ ਇੱਜ਼ਤ ਕਰਦਾ, ਤੇ ਮੈਂ ਸਲੂਟ ਕਿਵੇਂ ਕਰ ਲਾਂ? ਸੋ ਉਹ ਵਰਦੀ ਹੀ ਕਿਉਂ ਪਾਉਣੀ ਹੈ ਜਿਹਦੇ ਪ੍ਰਿੰਸੀਪਲਸ ਤੁਸੀਂ ਫੋਲੋ ਨਹੀਂ ਕਰ ਸਕਦੇ? ਔਰ ਵਰਦੀ ਵਾਲਿਆਂ ਨੂੰ ਇਨਸਾਫ ਵੀ ਕਚਹਿਰੀ 'ਚ ਹੀ ਮਿਲਦਾ ਹੈ। ਸੋ ਇਸ ਕਰਕੇ ਮੈਨੂੰ ਉਹ ਵਰਦੀ ਛੱਡ ਕੇ ਕਾਲਾ ਕੋਟ ਪਾਉਣਾ ਪਿਆ ਔਰ ਅੱਜ ਤੁਹਾਡੇ ਸਾਹਮਣੇ ਹੈ ਜਿਹੜਾ ਪੁਲਿਸ ਨਹੀਂ ਕਰ ਪਾਈ ਉਹ ਕਚਹਿਰੀ 'ਚ ਕਰਾਤਾ। ਸੁਮੇਧ ਸੈਣੀ ਨੂੰ ਅੱਜ ਭੱਜਣ ਤੇ ਮਜਬੂਰ ਕੀਤਾ ਔਰ ਉਹਨੂੰ ਪਾਪਾਂ ਦੀ ਇਹਦੇ ਸਜ਼ਾ ਦਿਵਾਉਣ ਦੀ ਜਿਹੜੀ ਮੈਂ ਗੱਲ ਕਹਿ ਰਿਹਾ, ਤੁਹਾਡੇ ਦਰਸ਼ਕਾਂ ਦੀ ਅਰਦਾਸਾਂ ਤੇ ਰੱਬ ਤੇ ਵਿਸ਼ਵਾਸ ਰੱਖਦੇ ਹੋਏ ਕਹਿ ਰਿਹਾ, ਉਹ ਇਸੇ ਕਰਕੇ ਕਹਿ ਰਿਹਾ ਕਿ ਅੱਜ ਨਾ ਤਾਂ ਮੈਨੂੰ ਕਿਸੇ ਨੂੰ ਸਲੂਟ ਮਾਰਨ ਦੀ ਲੋੜ ਹੈ, ਨਾ ਕਿਸੇ ਤੇ ਡਿਪੈਂਡੈਂਟ ਹੋ ਕੇ ਚੱਲਣ ਦੀ ਲੋੜ ਹੈ। ਇੰਡੀਪੈਂਡੈਂਟਲੀ ਕੰਮ ਕਰ ਰਿਹਾ ਬਿਨਾਂ ਡਰੇ। ਸੋ ਅੰਡਰਸਟੈਂਡੇਬਲ ਹੈ ਕਿ ਸੁਮੇਧ ਸਿੰਘ ਸੈਣੀ ਦੇ ਖਿਲਾਫ ਖੜੇ ਹੋਣ ਲਈ ਮੈਨੂੰ ਕੋਈ ਵੀ ਇਹੋ ਜਿਹੇ ਸਪੋਰਟ ਸਿਸਟਮ ਦੀ, ਜਿਵੇਂ ਕਿ ਇੱਕ ਪੁਲਿਸ ਦੇ IPS ਦੇ ਵਿੱਚ ਹੁੰਦੇ ਆ, ਮੰਨ ਲਓ ਤੁਸੀਂ ਇੱਕ ਪਰਚਾ ਕਿਸੇ ਤੇ ਦਰਜ ਕਰਤਾ, ਸੀਨੀਅਰ ਆਫੀਸਰ ਇਨਕੁਆਇਰੀ 'ਚ ਉਹਨੂੰ ਕੈਂਸਲ ਕਰ ਦੇਵੇ, ਤੇ ਮੈਂ ਕੀ ਕਰ ਲੈਂਦਾ?
ਅੱਜ ਜੇ ਮੈਂ ਕੋਈ ਐਪਲੀਕੇਸ਼ਨ ਪਾਉਣਾ, ਜੱਜ ਉਹਨੂੰ ਰਿਜੈਕਟ ਕਰਦੇ, ਮੈਂ ਅਪੀਲ 'ਚ ਜਾ ਸਕਦਾ। 302 ਜੇ SIT ਨੇ ਨਹੀਂ ਲਾਈ ਤੇ ਕੋਰਟ ਨੇ ਲਾਤੀ, ਠੀਕ ਹੈ। ਪਰ ਸਪੋਜ਼ ਕਰੋ ਮੈਂ IPS ਆਫਿਸਰ ਕਿਸੇ ਤੇ ਪਰਚਾ ਦਰਜ ਕਰ ਦਿੰਦਾ, ਮੇਰਾ ਸੀਨੀਅਰ ਰੋਲ ਲਿਆਉਂਦਾ, ਕਹਿੰਦਾ ਨਹੀਂ ਕੈਂਸਲ ਇਨਕੁਆਇਰੀ ਦੇ ਵਿੱਚ, ਮੈਂ ਕੀ ਕਰ ਲੈਂਦਾ? ਆਹ ਪਾਵਰ ਹੈ ਇੱਕ ਲਾਇਰ ਦੀ, ਅਲਟੀਮੇਟ ਜਸਟਿਸ ਕੋਰਟ 'ਚੋਂ ਹੀ ਮਿਲਣੀ ਹੈ। ਜੀ ਜੀ। ਹੁਣ ਅਸੀਂ ਆਹੀ ਉਮੀਦ ਰੱਖਦੇ ਹਾਂ ਕਿ ਸਾਡੀਆਂ ਕਚਹਿਰੀਆਂ ਤੋਂ ਫੈਸਲੇ ਛੇਤੀ ਹੋ ਜਾਣ, ਜਸਟਿਸ ਡਿਲੇਡ ਵਾਲੀ ਆਸਪੈਕਟ ਨਾ ਰਹੇ। ਸੋ ਦੈਟ ਇਜ਼ ਦੀ ਓਨਲੀ ਥਿੰਗ। ਉਹਦੇ ਲਈ ਵੀ ਮੈਂ ਸੋਚਦਾ ਕਿ ਜਦੋਂ ਇੱਕ ਵਾਰੀ ਚਲਾਨ ਆ ਜਾਏ ਤੇ ਅਸੀਂ ਇਹਦੇ ਕੇਸ ਦੇ ਵਿੱਚ ਮੈਂ ਇੱਕ ਐਪਲੀਕੇਸ਼ਨ ਲਾਵਾਂਗਾ ਫॉर ਡੇ ਟੂ ਡੇ ਟ੍ਰਾਇਲ, ਕਿਉਂਕਿ ਪੁਰਾਣਾ ਮਾਮਲਾ ਹੈ। ਜੀ ਜੀ। ਸੋ ਹੋਪਫੁਲੀ ਉਹ ਵੀ ਐਕਸਪੀਡਾਈਟ ਹੋ ਜੂਗੀ, ਕਿਉਂਕਿ ਜਨਰਲੀ ਪੁਰਾਣੇ ਕੇਸਿਸ ਨੂੰ ਕੋਰਟ ਛੇਤੀ। ਸੋ ਪ੍ਰਦੀਪ ਵੀਰ ਜੀ, ਆਪਾਂ ਗੱਲ ਕਰੀਏ ਕਿ ਇਸ ਮਾਮਲੇ ਦੇ ਵਿੱਚ ਕਈ ਜਿਹੜੇ ਹੋਰ ਵੀ ਕੇਸ ਆਏ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ, ਉਸ ਵੇਲੇ ਕਾਲੇ ਦੌਰ ਦੌਰਾਨ ਕਈ ਜਿਹੜੇ ਨੌਜਵਾਨ ਘਰਾਂ ਦੇ ਵਿੱਚੋਂ ਚੁੱਕੇ ਗਏ ਤੇ ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ। ਤੇ ਹੋਇਆ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪਰਿਵਾਰ ਦੇ ਰਿਸ਼ਤੇਦਾਰ ਸੀ, ਬੱਚੇ ਸੀ, ਉਹਨਾਂ ਦੇ ਵਿੱਚੋਂ ਕਈਆਂ ਨੇ ਹਥਿਆਰ ਵੀ ਚੁੱਕ ਲਏ, ਬਾਅਦ ਵਿੱਚ ਜੇਲ੍ਹਾਂ ਦੇ ਵਿੱਚ ਵੀ ਡੱਕੇ ਰਹੇ ਨੇ ਇਹਨਾਂ ਕੇਸਾਂ ਦੇ ਵਿੱਚ। ਕਹਿਣ ਦਾ ਮਤਲਬ ਕਿ ਇੱਕ ਮਾਹੌਲ ਪੰਜਾਬ ਦਾ ਪੂਰਾ ਉਸ ਵੇਲੇ ਖਰਾਬ ਹੋ ਚੁੱਕਿਆ ਸੀਗਾ। ਉਸ ਵੇਲੇ ਜਿਹੜੇ ਹੋਰ ਨੌਜਵਾਨ ਮਾਰੇ ਗਏ, ਉਹਨਾਂ ਵਿੱਚ ਵੀ ਕੋਈ ਹੋਰ ਕੇਸ ਤੁਹਾਡੇ ਕੋਲ ਆਏ ਝੂਠੇ ਪੁਲਿਸ ਮੁਕਾਬਲੇ? ਦੇਖੋ, ਲੋਕ ਬਹੁਤ ਅੱਗੇ ਆਏ ਹੈ, ਵੀ ਆਰ ਇਨ ਪ੍ਰੋਸੈਸ ਐਗਜ਼ਾਮਿਨ ਕਰ ਰਹੇ ਹਾਂ ਉਹਨਾਂ ਕੰਪਲੇਂਟਸ ਨੂੰ। ਉਹਦਾ ਕਾਰਨ ਇਹ ਹੈ ਕਿ ਜਦੋਂ ਇਹ ਕੇਸ ਸ਼ੁਰੂ ਹੋਇਆ ਸੀ, ਦੇਖੋ ਹਰ ਇੱਕ ਨੂੰ ਤਾਂ ਨਹੀਂ ਪਤਾ ਕਿ ਅਗਲਾ ਮੈਨੂੰ ਕੰਟੈਕਟ ਕਰੂਗਾ ਕਿ ਜੀ ਉਹ ਕੰਪਲੇਨੈਂਟ ਕੌਣ ਹੈ ਜਾਂ ਸੈਣੀ ਦੇ ਖਿਲਾਫ ਕੌਣ ਲਾਇਰ ਹੈ। ਜਦੋਂ ਆ ਕੇਸ ਸ਼ੁਰੂ ਕੀਤਾ ਸੀ, ਮੈਨੂੰ ਹਰ ਇੱਕ ਨੇ ਸਮਝਾਇਆ ਕਿ ਦੇਖ ਸੈਣੀ ਦਾ ਕੁਝ ਨਹੀਂ ਵਿਗੜਨਾ। ਇੱਥੇ ਤੱਕ ਕਿ ਸਾਰਿਆਂ ਨੇ ਬੜਾ ਕਲੀਅਰਲੀ ਕਿਹਾ ਸੀ ਕਿ 302 ਵੀ ਨਹੀਂ ਲੱਗਣੀ। ਤੁਸੀਂ ਵੀ ਸ਼ਾਇਦ ਮੀਡੀਆ 'ਚ ਲੋਕਾਂ ਤੋਂ ਆਪਣੇ ਸੁਣਿਆ ਹੋਣਾ ਹੈ, ਦਰਸ਼ਕਾਂ ਨੇ ਵੀ ਕਿਤੇ ਕਿਹਾ ਹੋਣਾ, ਤੁਸੀਂ ਸੋਸ਼ਲ ਮੀਡੀਆ ਤੇ ਦੇਖੋਗੇ ਬਹੁਤ ਸਾਰੇ ਕਮੈਂਟਸ ਪਏ ਹੈ। ਪਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜਦੋਂ ਤੁਸੀਂ ਰੱਬ ਦੇ ਵਿੱਚ ਵਿਸ਼ਵਾਸ ਰੱਖ ਲਿਆ, ਆਪਣੇ ਆਪ 'ਚ ਵਿਸ਼ਵਾਸ ਰੱਖ ਲਿਆ ਤੇ ਨਾਲ ਉਸ ਜਿਗਰ ਦੇ ਨਾਲ, ਉਸ ਹਿੰਮਤ ਦੇ ਨਾਲ ਤੁਰ ਪਏ ਤੇ ਫਿਰ ਆਪੇ ਹੀ ਰਾਹ ਬਣ ਜਾਂਦਾ ਹੈ। ਜੀ ਜੀ ਜੀ। ਔਰ ਹੁਣ ਉਹ ਮੰਜ਼ਿਲ ਤੱਕ ਪਹੁੰਚ ਗਏ ਆ ਕਿ 302 ਇਹਦੇ ਤੇ ਐਡ ਹੋ ਗਈ, ਇਹਨੂੰ ਭੱਜਣਾ ਪੈ ਗਿਆ। ਇਹ ਚੀਜ਼ਾਂ ਤੋਂ ਬਾਅਦ ਡੈਫੀਨੇਟਲੀ ਬਹੁਤ ਲੋਕ ਅੱਗੇ ਆਏ। ਇੱਕ ਵਾਰੀ ਜਦੋਂ ਸ਼ੁਰੂ 'ਚ ਇਹਨੂੰ ਐਂਟੀਸਪੇਟਰੀ ਬੇਲ ਮਿਲ ਗਈ ਸੀ ਔਰ ਸੁਮੇਧ ਸੈਣੀ ਸ਼ੋਅ ਕਰ ਰਹੇ ਸੀ, ਦੇਖੋ ਮੇਰਾ ਤਾਂ ਕੋਈ ਕੁਝ ਨਹੀਂ ਵਿਗਾੜ ਸਕਦਾ, ਉਸ ਵੇਲੇ ਬਹੁਤ ਲੋਕ ਡੀਮੋਰਲਾਈਜ਼ ਹੋ ਕੇ ਪਿੱਛੇ ਹਟੇ। ਹੁਣ ਦੁਬਾਰਾ ਲੋਕੀ ਅੱਗੇ ਆਉਣ ਲੱਗ ਗਏ ਹੈ ਇਹਦੀ ਕੀਤੇ। ਹੁਣ ਜਿਵੇਂ ਕਿ ਇੱਕ ਵਿਟਨੈਸ ਨੇ ਅਖਬਾਰ ਦੇ ਵਿੱਚ ਪੜ੍ਹ ਕੇ, ਰਾਜੇਸ਼ ਜਿਹੜਾ ਵਿਟਨੈਸ ਇੱਕ ਆਇਆ ਅੱਗੇ, ਜਿਹਨੇ ਉਸ ਰਾਤ ਲੌਕਅਪ ਦੇ ਵਿੱਚ ਕੀ ਹੋਇਆ ਉਹ ਡਿਟੇਲਸ ਦਿੱਤੀਆਂ, ਉਹ ਵੀ ਤਾਂ ਅਖਬਾਰ ਦੇ ਵਿੱਚ ਸੋਸ਼ਲ ਮੀਡੀਆ 'ਚ ਦੇਖ ਕੇ ਆਇਆ ਅੱਗੇ। ਸੋ ਕਿਤੇ ਨਾ ਕਿਤੇ, ਔਰ ਉਹਨੂੰ ਫਿਰ SIT ਕੋਲ ਅਸੀਂ ਕਿਹਾ ਕਿ ਜੀ ਜਾ ਕੇ ਤੂੰ ਬਿਆਨ ਕਰਵਾ ਦੇ। ਹੋਰ ਵੀ ਕਈ ਗਵਾਹ ਜਿਨ੍ਹਾਂ ਨੇ ਮੈਨੂੰ ਕੰਟੈਕਟ ਕੀਤਾ, ਇਹ ਇੱਕ ਦੋ ਹੋਰ ਆਏ ਜਿਨ੍ਹਾਂ ਨੇ ਕਿਹਾ, ਇੱਕ ਕਿਸੇ ਦੀ ਇੰਟਰਵਿਊ ਸੀ ਚੈਨਲ 'ਤੇ, ਡਾਕਟਰ ਭਗਵਾਨ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕਿਹਾ ਕਿ ਜੀ ਮੈਨੂੰ ਸੈਣੀ ਦੇ ਖਿਲਾਫ ਮੈਂ ਆਹ ਕੰਪਲੇਂਟਸ ਦਿੱਤੀਆਂ, ਆਹ ਚੀਜ਼ਾਂ ਸੈਣੀ ਦੀਆਂ ਮੇਰੇ ਸਾਹਮਣੇ, ਸੈਣੀ ਨੇ ਮੈਨੂੰ ਆਏ ਟੌਰਚਰ ਕੀਤਾ, ਮੇਰੇ ਤੇ ਆਹ ਝੂਠਾ ਕੇਸ ਪਲਾਂਟ ਕੀਤਾ, ਜਿਹਦੇ 'ਚ ਜਿਹੜਾ ਕੇਸ ਹਾਈ ਕੋਰਟ ਨੇ ਕੁਆਸ਼ ਕੀਤਾ। ਔਰ ਉਸ ਤੋਂ ਬਾਅਦ ਸੈਣੀ ਨੇ ਮੇਰੇ ਕੋਲ ਆ ਮੰਨਿਆ ਕਿ ਕਿਸ ਤਰ੍ਹਾਂ ਮੁਲਤਾਨੀ ਨੂੰ ਉਹਨੇ ਮਾਰਿਆ ਹੈ। ਹੁਣ ਉਹ ਸਟੇਟਮੈਂਟ ਵੀ ਉਹ SIT ਕੋਲ ਦੇ ਕੇ ਆਏ ਹੈ। ਹੁਣ ਉਹੋ ਜਿਹੇ ਬਹੁਤ ਲੋਕ ਅੱਗੇ ਆ ਰਹੇ ਹੈ, ਪਰ ਕਿਹੜੇ ਕੇਸ ਦੇ ਵਿੱਚ ਅੱਗੇ ਜੁਡੀਸ਼ੀਅਲ ਸਕਰੂਟਨੀ ਕਿਹੜੇ ਵਿੱਚ ਸਟੈਂਡ ਕਰਦੇ ਹੈ, ਉਹ ਹੁਣ ਅਸੀਂ ਅੱਗੇ ਦੇਖਦੇ ਹਾਂ ਹੌਲੀ ਹੌਲੀ। ਅੱਜ ਉਮਰਾ ਨੰਗਲ ਦਾ ਵੀ ਕੇਸ ਤੁਹਾਡੇ ਕੋਲ ਹੈਗਾ ਜੀ, ਤੇ ਉਹ ਕੀ ਕੇਸ ਹੈਗਾ ਪੂਰਾ? ਉਹ ਕੇਸ ਇਹ ਹੈ ਜੀ, 1994 ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ ਜਦੋਂ SP ਸੀ, ਉਹਨੇ ਇੱਕ ਗੁਰਨਾਮ ਸਿੰਘ ਬੰਡਾਲਾ ਨਾਂ ਦੇ ਟੈਰਰਿਸਟ ਦਾ ਐਨਕਾਊਂਟਰ ਕੀਤਾ ਸੀ। ਉਹਦੇ ਨਾਲ ਜਸਪਾਲ ਸਿੰਘ ਨਾਂ ਦਾ DSP ਸੀ। ਬਾਅਦ ਦੇ ਵਿੱਚ ਬੰਡਾਲਾ ਜਿਉਂਦਾ ਨਿਕਲਿਆ ਔਰ ਫੈਕਟ ਇਹ ਸਾਹਮਣੇ ਆਇਆ ਕਿ ਸੁਖਪਾਲ ਸਿੰਘ, ਇੱਕ ਫੈਮਿਲੀ ਅੱਗੇ ਆਈ ਕਿ ਸੁਖਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮਾਰ ਦਿੱਤਾ ਹੈ। ਮਤਲਬ ਉਮਰਾ ਨੰਗਲ ਨੇ ਬੰਡਾਲਾ ਛੱਡ ਕੇ ਸੁਖਪਾਲ ਸਿੰਘ ਨੂੰ ਚੁੱਕਿਆ ਔਰ ਉਹਨੂੰ ਐਲੀਮੀਨੇਟ ਕਰਤਾ ਔਰ ਉਹਦੇ ਤੇ ਬੰਡਾਲਾ ਦੀ ਆਈਡੈਂਟੀਟੀ ਪਲਾਂਟ ਕਰਤੀ। ਮਤਲਬ ਬੰਡਾਲਾ ਮਾਰਿਆ ਗਿਆ, ਸ਼ੋਅ ਕਰਤਾ ਕਿ ਬੰਡਾਲਾ ਮਾਰਿਆ ਗਿਆ। ਕਿਹੜੇ ਸਾਲ ਦੀ ਘਟਨਾ ਹੈ? ਇਹ 94 ਦਾ ਇਨਸੀਡੈਂਟ ਹੈ। ਇਸ ਤੋਂ ਕਰੀਬ 3 ਤੋਂ 4 ਸਾਲਾਂ ਬਾਅਦ ਬੰਡਾਲਾ ਜਿਉਂਦਾ ਫੜਿਆ ਗਿਆ। ਹੁਣ ਤੁਸੀਂ ਆਪ ਵੇਖੋ, ਜਦੋਂ ਕੋਈ ਬੰਦਾ ਜੇਲ੍ਹ 'ਚ ਹੁੰਦਾ ਹੈ, ਕਸਟਡੀ ਸਰਟੀਫਿਕੇਟ ਤੇ ਉਹਦੇ ਖਿਲਾਫ ਪੈਂਡਿੰਗ ਕੇਸਿਸ ਲਿਖੇ ਜਾਂਦੇ ਆ, ਕੋਰਟ ਦੇ ਵਿੱਚ ਆਮ ਸਬਮਿਟ ਹੁੰਦੇ ਆ। ਉਹਦੇ ਵਿੱਚ ਕਿਤੇ ਵੀ ਇਹ ਜ਼ਿਕਰ ਹੋ ਹੀ ਨਹੀਂ ਸਕਦਾ ਨਾ ਆਇਆ ਹੋਵੇ ਕਿ ਜੀ ਇਹਦੇ ਫਲਾਣੇ ਫੇਕ ਐਨਕਾਊਂਟਰ ਦੇ ਵਿੱਚ ਇਹਦੇ ਮਰੇ ਹੋਣ ਦਾ ਪਰਚਾ ਦਰਜ ਹੈ। ਨਾ ਉਮਰਾ ਨੰਗਲ ਨੇ ਕਦੇ ਕਿਹਾ ਕਿ ਜੀ ਆ ਡਿਗ ਆਊਟ ਕੀਤਾ ਜਾਵੇ ਕਿ ਮੈਂ ਕਿਹਨੂੰ ਮਾਰਿਆ, ਮੈਂ ਤਾਂ ਆਪਣੇ ਵੱਲੋਂ ਇੱਕ ਬੜਾ ਵੱਡਾ ਟੈਰਰਿਸਟ ਮਾਰਿਆ ਸੀ। ਜੇ ਉਹ ਵੱਡਾ ਟੈਰਰਿਸਟ ਜਿਉਂਦਾ ਨਿਕਲਿਆ ਤੇ ਕੌਣ ਮਰਿਆ ਸੀ? ਆਪਰੇਸ਼ਨ ਪਹਿਚਾਨ ਨਾਂ ਦਾ ਇੱਕ ਆਪਰੇਸ਼ਨ ਲਾਂਚ ਕੀਤਾ ਪੰਜਾਬ ਗਵਰਨਮੈਂਟ ਨੇ। ਉਦੋਂ ਮਿਸਟਰ PC ਡੋਗਰਾ DG ਪੰਜਾਬ ਸੀ। ਉਹ ਵੀ ਦੱਬਿਆ ਰਹਿ ਗਿਆ, ਉਹ ਫਾਈਲਸ ਕਦੇ ਬਾਹਰ ਨਹੀਂ ਆਈਆਂ ਕਿ ਕੀ ਆਊਟਕਮ ਹੋਈ ਉਸ ਕੇਸ ਦੀ।
ਕੈਂਸਲੇਸ਼ਨ ਰਿਪੋਰਟ ਫਾਈਲ ਹੋਈ ਪੁਲਿਸ ਵੱਲੋਂ ਉਮਰਾ ਨੰਗਲ ਦੇ ਕੇਸ ਦੇ ਵਿੱਚ ਇਮੀਡੀਏਟਲੀ ਇਨਕਾਊਂਟਰ ਤੋਂ ਬਾਅਦ ਕਿ ਜੀ ਅਨਟ੍ਰੇਸਡ ਰਿਪੋਰਟ ਫਾਈਲ ਹੋਈ, ਨਾਟ ਕੈਂਸਲੇਸ਼ਨ, ਅਨਟ੍ਰੇਸਡ ਰਿਪੋਰਟ ਫਾਈਲ ਕੀਤੀ ਪੁਲਿਸ ਨੇ ਕਿ ਜੀ 2 ਬੰਦੇ ਸੀ, ਬੰਡਾਲਾ ਮਾਰਿਆ ਗਿਆ, ਦੂਜਾ ਕਿਹੜਾ ਸਾਨੂੰ ਪਤਾ ਨਹੀਂ। ਬੰਡਾਲੇ ਦੇ ਜਿਉਂਦੇ ਨਿਕਲਣ ਤੋਂ ਬਾਅਦ ਵੀ ਅਨਟ੍ਰੇਸਡ ਰਿਪੋਰਟ ਦੀ ਜਗ੍ਹਾ ਤਫਤੀਸ਼ ਨਹੀਂ ਸ਼ੁਰੂ ਕੀਤੀ ਗਈ। ਇੰਨੇ ਸਾਲ ਉਹ ਕੇਸ ਦੱਬਿਆ ਰਿਹਾ। ਉਮਰਾ ਨੰਗਲ ਨੇ ਆਪ ਕਿਸੇ ਸਟੇਜ ਤੇ ਨਹੀਂ ਕਿਹਾ ਕਿ ਜੀ ਮੈਂ ਕਿਹਨੂੰ ਮਾਰਿਆ ਆਇਡੈਂਟੀਫਾਈ ਕਰੋ। ਜਸਪਾਲ ਸਿੰਘ ਨੇ ਨਹੀਂ ਕਿਹਾ। ਜਸਪਾਲ ਸਿੰਘ ਇੱਕ ਹੋਰ ਫੇਕ ਐਨਕਾਊਂਟਰ ਦੇ ਵਿੱਚ, ਖਾਲਰਾ ਮਰਡਰ ਕੇਸ ਦੇ ਵਿੱਚ, ਖਾਲਰਾ ਐਨਕਾਊਂਟਰ ਕੇਸ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਫੇਸ ਕਰ ਰਿਹਾ। ਉਹ ਵੀ ਉਸੇ ਵੇਲੇ ਦਾ ਕੇਸ ਹੈ ਔਰ ਉਸ ਕੇਸ ਦੇ ਆਈ ਵਿਟਨੈਸ ਨੂੰ ਉਮਰਾ ਨੰਗਲ ਨੇ ਝੂਠੇ ਰੇਪ ਕੇਸ 'ਚ ਫਸਾਇਆ। ਸੋ ਤੁਸੀਂ ਇਹ ਚੇਨ ਵੇਖੋ ਆਫਿਸਰਸ ਦੀ। ਹੁਣ 6 ਸਾਲਾਂ ਤੋਂ ਬਾਅਦ ਹੁਣ ਉਮਰਾ ਨੰਗਲ ਵੀ ਸੁਮੇਧ ਸੈਣੀ ਦਾ ਚਹੇਤਾ ਅਫਸਰ ਹੈ। ਹੁਣ ਉਮਰਾ ਨੰਗਲ ਦੇ ਖਿਲਾਫ SIT ਬਣਾਈ ਹੈ। ਅਸੀਂ ਹਾਈ ਕੋਰਟ ਨੇ ਇੰਨਾ ਰਿਲੀਫ ਦਿੱਤਾ ਸਾਨੂੰ ਕਿ ਉਸ ਕੇਸ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੈ। ਹੁਣ ਤੱਕ ਨਹੀਂ ਤਾਂ 3 SITs ਐਗਜ਼ੋਨਰੇਟ ਕਰ ਚੁੱਕੀਆਂ ਸੀ ਉਮਰਾ ਨੰਗਲ ਨੂੰ। ਇਸ SIT ਨੇ ਹੁਣ ਸੱਚਾਈ ਡਿਗ ਆਊਟ ਕੀਤੀ ਹੈ ਕਿ ਫੇਕ ਐਨਕਾਊਂਟਰ ਦਾ ਤੇ ਸੁਖਪਾਲ ਸਿੰਘ ਦੇ ਚੁੱਕੇ ਜਾਣ ਦਾ ਇੰਟ੍ਰਿਕੇਟ ਲਿੰਕ ਹੈ। ਹੁਣ ਉਹਦੀ ਤਫਤੀਸ਼ ਚੱਲ ਰਹੀ ਹੈ। ਜਿਹੜਾ ਟੈਰਰਿਸਟ ਤੁਸੀਂ ਫੜਿਆ ਗਿਆ ਬਡਾਲਾ, ਉਸ ਤੋਂ ਬਾਅਦ ਉਹ ਇਸ ਵੇਲੇ ਕਿੱਥੇ ਹੈ? ਉਹ ਤਾਂ ਕਿਤੇ ਜੇਲ੍ਹ 'ਚੋਂ ਆਪਣੀ ਸਜ਼ਾ ਪੂਰੀ ਕਰਕੇ ਆਪਣੇ ਪਿੰਡ ਬੈਠਾ ਹੋਣਾ। ਪੂਰੀ ਕਰਕੇ ਉਸਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿ ਉਸ ਨੂੰ ਛੱਡਿਆ ਗਿਆ ਪੁਲਿਸ ਦੇ ਵੱਲੋਂ? ਵੇਖੋ ਇੰਨੇ ਸਾਲਾਂ ਬਾਅਦ ਮੈਂ ਉਮੀਦ ਨਹੀਂ ਰੱਖਦਾ ਕਿ ਕੋਈ ਬੰਦਾ ਸੱਚਾਈ ਦੱਸੂਗਾ ਕਿ ਉਹ ਕਿਵੇਂ ਛੁੱਟਿਆ। ਮਤਲਬ ਉਹ ਪੈਸੇ ਦੇ ਕੇ ਛੁੱਟਿਆ ਜਾਂ ਉਦੋਂ ਫੜਿਆ ਹੀ ਨਹੀਂ ਗਿਆ ਜਾਂ ਕਿਉਂ ਉਹਦੀ ਆਇਡੈਂਟੀਟੀ ਪਲਾਂਟ ਕੀਤੀ ਗਈ। ਇਹ ਤਾਂ ਹੁਣ ਤਫਤੀਸ਼ ਦੇ ਵਿੱਚ ਸਾਹਮਣੇ ਜਿਵੇਂ ਚੀਜ਼ਾਂ ਆਉਣਗੀਆਂ ਤਾਂ ਪਤਾ ਲੱਗੂਗਾ। ਮੇਨ ਗੱਲ ਇਹ ਸੀ ਕਿ ਇੱਕ ਇਨੋਸੈਂਟ ਬੰਦਾ ਮਾਰਤਾ ਜਿਹੜਾ ਗੁਰਦੁਆਰੇ ਦਾ ਪਾਠੀ ਸੀ। ਜੀ ਉਹਨੂੰ ਮਾਰ ਕੇ ਉਹਦੇ ਤੇ ਆਇਡੈਂਟੀਟੀ ਪਲਾਂਟ ਕਰਤੀ। ਕਿਹਨੇ ਕੀਤੀ? ਪੁਲਿਸ ਵਾਲਿਆਂ ਨੇ, ਜਾਣਦੇ ਹੋਏ। ਮਤਲਬ ਇਹ ਫਿਰ ਮੈਂ ਉਹੀ ਗੱਲ ਕਹਾਂਗਾ, ਜਿਹੜਾ ਇੱਕ ਮਰਡਰ ਹੁੰਦਾ ਹੈ ਉਹ ਸਿਰਫ ਇੱਕ ਜਾਣੇ ਨੇ ਦੂਜੇ ਨੂੰ ਮਾਰਤਾ। ਬਹੁਤ ਲੋਕੀ ਕਹਿੰਦੇ ਆ ਕਿ ਕੋਲਡ ਬਲੱਡਡ ਮਰਡਰ ਹੁੰਦਾ ਫੇਕ ਐਨਕਾਊਂਟਰ। ਮੈਂ ਫੀਲ ਕਰਦਾ ਐਨਕਾਊਂਟਰ ਜਿਹੜਾ ਫੇਕ ਐਨਕਾਊਂਟਰ ਹੈ ਉਹ ਕੋਲਡ ਬਲੱਡਡ ਮਰਡਰ ਤੋਂ ਬਹੁਤ ਅੱਗੇ ਹੈ। ਕਿਉਂਕਿ ਮਰਡਰ 'ਚ ਤੁਸੀਂ ਸਿਰਫ ਕਿਸੇ ਬੰਦੇ ਨੂੰ ਮਾਰ ਕੇ ਛੱਡ ਦਿੰਦੇ ਹੋ। ਇੱਥੇ ਤੁਸੀਂ ਬੰਦਾ ਵੀ ਮਾਰਦੇ ਹੋ, ਜਾਣਦੇ ਹੋਏ ਮਾਰਦੇ ਹੋ ਕਿ ਉਹ ਇਨੋਸੈਂਟ ਹੈ। ਉਹਦੇ ਉੱਤੇ ਝੂਠੀ ਆਇਡੈਂਟੀਟੀ ਪਲਾਂਟ ਕੀਤੀ ਜਾਂਦੀ ਹੈ ਜਾਂ ਉਹਦੇ ਖਿਲਾਫ ਝੂਠੇ ਕਾਗਜ਼ ਤਿਆਰ ਕੀਤੇ ਜਾਂਦੇ ਹੈ, ਉਹਦੇ ਤੇ ਝੂਠੇ ਪਰਚੇ ਪਾਏ ਜਾਂਦੇ ਆ, ਫੈਬਰੀਕੇਸ਼ਨ ਆਫ ਐਵੀਡੈਂਸ ਕੀਤੀ ਜਾਂਦੀ ਹੈ, ਕਾਫੀ ਹੱਦ ਤੱਕ ਡਿਸਟਰਕਸ਼ਨ ਆਫ ਐਵੀਡੈਂਸ ਕੀਤੀ ਜਾਂਦੀ ਹੈ, ਵਰਦੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਮਰਡਰ ਤੋਂ ਬਹੁਤ ਅੱਗੇ ਬਣ ਜਾਂਦਾ ਹੈ। ਐਂਡ ਥੀਸ ਆਰ ਕੇਸਿਸ ਜਿੱਥੇ ਲਾਈਫ ਇੰਪ੍ਰਿਜ਼ਨਮੈਂਟ ਨਹੀਂ, ਮੇਰੇ ਓਪੀਨੀਅਨ 'ਚ ਹਰ ਕੇਸ ਦੇ ਵਿੱਚ ਡੈਥ ਸੈਂਟੈਂਸ ਬਣਦੀ ਹੈ। ਔਰ ਇਹ ਚੀਜ਼ ਤਾਂ ਜ਼ਰੂਰੀ ਹੈ ਕਿਉਂਕਿ ਰਕਸ਼ਕ ਭਕਸ਼ਕ ਬਣ ਗਏ ਹੈ। ਸੋ ਇੱਕ ਫੀਅਰ ਆਫ ਲਾਅ ਇਨਸਟਿਲ ਕਰਨਾ ਬਹੁਤ ਜ਼ਰੂਰੀ ਹੈ ਇਹਨਾਂ 'ਚ। ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਤੁਸੀਂ ਅਕਸਰ ਪ੍ਰੋਗਰਾਮ ਦੇਖਦੇ ਰਹਿੰਦੇ ਹੋ ਮੇਰਾ ਵੀ ਲਾਈਵ ਹੈਲੋ ਪੰਜਾਬ ਦੇ ਵਿੱਚ। ਬਹੁਤ ਵਾਰੀ ਅਸੀਂ ਚਰਚਾ ਵੀ ਕਰਦੇ ਹਾਂ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ। ਮੈਂ ਹਮੇਸ਼ਾ ਹੀ ਇਹ ਗੱਲ ਆਖਦਾ ਆਇਆ ਕਿ ਸੁਮੇਧ ਸਿੰਘ ਸੈਣੀ ਨੂੰ ਵੀ ਇਸ ਮਾਮਲੇ ਦੇ ਵਿੱਚ ਸਜ਼ਾ ਜ਼ਰੂਰ ਹੋਏਗੀ ਕਿਉਂਕਿ ਪਾਪਾਂ ਦੀ ਸਜ਼ਾ ਇਸੇ ਜਨਮ ਦੇ ਵਿੱਚ ਮਿਲਣੀ ਹੈਗੀ ਹੈ। ਤੇ ਅੱਜ ਮੌਕਾ ਮਿਲਿਆ ਮੈਨੂੰ ਉਸ ਵਕੀਲ ਨਾਲ ਮਿਲਣ ਦਾ, ਪ੍ਰਦੀਪ ਵਿਰਕ ਜੀ, ਤੇ ਮੈਂ ਆਪਣੇ ਆਪ ਨੂੰ ਵੀ ਬੜਾ ਭਾਗਾਂ ਵਾਲਾ ਸਮਝ ਰਿਹਾ ਕਿ ਉਸ ਵਿਭਾਗ ਜੋ ਐਡਵੋਕੇਟ ਹੈਗੇ ਨੇ ਤੇ ਨਿਡਰ ਹੈਗੇ ਨੇ ਉਹਨਾਂ ਨਾਲ ਮੌਕਾ ਮਿਲਿਆ ਗੱਲਬਾਤ ਕਰਨ ਦਾ। ਤੇ ਤੁਸੀਂ ਅੱਜ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਸੀ ਉਹਨਾਂ ਦਾ ਜਿਹੜਾ ਸੱਚ ਬਿਆਨ ਕਰ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਅਫਸਰਾਂ ਨੇ, ਮੁਲਾਜ਼ਮਾਂ ਨੇ ਘਰੋਂ ਚੁੱਕ ਕੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ। ਜਿਹੜੇ ਬੇਕਸੂਰ ਲੋਕ ਸੀ ਉਹਨਾਂ ਨੂੰ ਮਾਰਿਆ ਗਿਆ। ਅੱਜ ਇਸ ਕੇਸ ਦੀਆਂ ਪਰਤਾਂ ਖੁੱਲ੍ਹ ਰਹੀਆਂ ਨੇ। ਸੋ ਮੈਂ ਤੁਹਾਡੇ ਤੋਂ ਉਮੀਦ ਕਰ ਸਕਦਾ ਕਿ ਤੁਹਾਡੇ ਪੈਰ ਜਿਹੜੇ ਹੈਗੇ ਨੇ ਉਹ ਕਦੇ ਡੋਲਣਗੇ ਨਹੀਂ ਕਿਉਂਕਿ ਵੱਡੇ ਹਾਈ ਪ੍ਰੋਫਾਈਲ ਕੇਸਾਂ ਦੇ ਵਿੱਚ ਕੀ ਹੁੰਦਾ ਹੈ, ਵੱਡੇ ਅਸੀਂ ਡੋਲਦੇ ਵੀ ਦੇਖੇ ਨੇ। ਤੇ 1984 ਸਿੱਖ ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਸੋਚਿਆ ਨਹੀਂ ਸੀ ਕਿ ਸਜ਼ਾ ਹੋਏਗੀ। ਹੁਣ ਲੋਕਾਂ ਨੇ ਛੱਡ ਦਿੱਤੀ ਸੀ ਉਮੀਦ, ਪਰ ਸੱਜਣ ਕੁਮਾਰ ਨੂੰ ਸਜ਼ਾ ਹੋਈ, ਹਾਲੇ ਟਾਈਟਲਰ ਬਾਹਰ ਹੈਗਾ। ਤੇ ਇਸ ਕਰਕੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਇਹ ਜਿਹੜਾ ਕੇਸ ਹੈਗਾ ਮੁਕਾਮ ਤੱਕ ਹੋ ਸਕਦਾ ਕਿ ਤੁਹਾਨੂੰ ਵੀ ਧਮਕੀਆਂ ਆਉਣ, ਬਹੁਤ ਕੁਝ ਹੋਏਗਾ ਇਸ ਮਾਮਲੇ ਦੇ ਗਵਾਹਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਤੁਹਾਡੇ ਪੈਰ ਡੋਲਣਗੇ ਤਾਂ ਨਹੀਂ? ਉਹ ਪਹਿਲੀ ਗੱਲ ਤਾਂ ਧਮਕੀਆਂ ਤੇ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ, ਦੇ ਲਵੇ ਜਿਹਨੇ ਧਮਕੀਆਂ ਦੇਣੀਆਂ ਮੈਂ ਡਰਦਾ ਨਹੀਂ। ਸੋ ਰੱਬ ਬੈਠਿਆ ਰੱਖਿਆ ਲਈ। ਦੂਜੀ ਗੱਲ ਗੁਰੂ ਸਾਹਿਬ ਨੇ ਵੀ ਕਿਹਾ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ। ਜਦੋਂ ਰਾਹ ਫੜ ਲਿਆ ਨਾ ਉਹ ਔਰ ਮੌਤ ਦਾ ਡਰ ਦਿਲੋਂ ਕੱਢਤਾ, ਧਮਕੀਆਂ ਦੇਣ ਵਾਲੇ ਨੇ ਵੀ ਦੇ ਕੇ ਦੇਖ ਲੈਣ। ਮੇਰਾ ਵਾਅਦਾ ਤਸੱਲੀ ਕਰਾ ਦੂੰ ਕਿਉਂਕਿ ਮੈਂ ਰੱਬ ਦੇ ਰਾਹ ਤੇ ਚੱਲਦਾ, ਮੈਂ ਡਰਦਾ ਨਹੀਂ ਔਰ ਨਾ ਮੈਂ ਡਰ ਕੇ ਪਿੱਛੇ ਹਟਾਂਗਾ। ਦੂਜੀ ਗੱਲ, ਜਿੱਥੇ ਤੱਕ ਇਹ ਸਵਾਲ ਹੈ ਕਿ ਮੇਰੇ ਪੈਰ ਡੋਲਣਗੇ ਜਾਂ ਨਹੀਂ ਡੋਲਣਗੇ, ਮੇਰੇ ਖਿਆਲ ਨਾਲ
ਮੇਰੀ ਗੱਲਾਂ ਤੋਂ ਵੀ ਚੀਜ਼ ਕਲੀਅਰ ਹੋ ਗਈ ਹੈ, ਮੇਰੇ ਜਜ਼ਬੇ ਤੋਂ ਵੀ ਕਲੀਅਰ ਹੋ ਗਿਆ ਹੋਣਾ ਕਿ ਮੈਂ ਡੋਲਣ ਵਾਲਿਆਂ 'ਚੋਂ ਨਹੀਂ ਹਾਂ। ਮੇਰੀ ਫੈਮਿਲੀ ਰੈਪੂਟੇਸ਼ਨ ਵੀ ਉਹੀ ਹੈ ਐਂਡ ਜਿਹੜਾ ਰਾਹ ਮੈਂ ਜ਼ਿੰਦਗੀ 'ਚ ਫੋਲੋ ਕਰਦਾ ਉਹ 1.25 ਲੱਖ ਨਾਲ ਇੱਕ ਜਾਣੇ ਤੇ ਲੜਨ ਦਾ ਕਰਦਾ, ਉਸ ਜਜ਼ਬੇ ਨਾਲ ਕਰਦਾ। ਸੋ ਡੋਲਣ ਦਾ ਉੱਥੇ ਵੀ ਚਾਂਸ ਨਹੀਂ ਹੈ। ਔਰ ਸਭ ਤੋਂ ਇੰਪੋਰਟੈਂਟ ਗੱਲ, ਅਖੀਰ ਦੇ ਵਿੱਚ ਅਸੀਂ ਸਾਰਿਆਂ ਨੇ ਜਾਨ ਦੇਣੀ ਹੈ, ਤੁਹਾਡੇ ਦਰਸ਼ਕਾਂ ਲਈ ਜਾਣਨ ਲਈ ਬਹੁਤ ਜ਼ਰੂਰੀ ਹੈ। ਕੋਈ ਇਨਸਾਨ ਸਾਡੇ 'ਚੋਂ ਅਮਰ ਨਹੀਂ ਹੈ। ਜੋ ਅਸੀਂ ਛੱਡ ਕੇ ਜਾਂਦੇ ਹਾਂ ਇੱਕ ਲੈਗੇਸੀ ਹੈ, ਇੱਕ ਨਾਂ ਹੈ। ਮੈਂ ਚਾਹਾਂਗਾ ਇੱਕ ਨਿਡਰ ਔਰ ਸੱਚਾਈ ਤੇ ਰਾਹ ਤੇ ਚੱਲਣ ਵਾਲੇ ਇਨਸਾਨ ਵਾਂਗੂ ਨਾ ਕਮਾਵਾਂ। ਆਈ ਸ਼ੁੱਡ ਨਾਟ ਬੀ ਰਿਮੈਂਬਰਡ ਐਜ਼ ਅ ਪਰਸਨ ਹੂ ਵਾਸ ਸਕੇਅਰਡ। ਮੈਂ ਕੋਈ ਉਹ ਇਨਸਾਨ ਨਹੀਂ ਸੀ ਜਿਹਨੂੰ ਕਿਸੇ ਨੇ ਦੱਬ ਲਿਆ ਜਾਂ ਡਰਾ ਲਿਆ ਜਾਂ ਧਮਕਾ ਲਿਆ ਤੇ ਉਹ ਡਰ ਕੇ ਪਿੱਛੇ ਹਟ ਗਿਆ। ਮੈਂ ਉਵੇਂ ਕਦੇ ਨਹੀਂ ਯਾਦ ਕੀਤਾ ਜਾਣਾ ਚਾਹੀਦਾ ਮੈਨੂੰ। ਮੈਂ ਇਹ ਚਾਹੁੰਦਾ ਮੈਨੂੰ ਯਾਦ ਕਰਨ ਕਿ ਜੇ ਉਹ ਸੱਚਾਈ ਦੇ ਰਾਹ ਤੇ ਉਹ ਖੜ ਗਿਆ ਤੇ ਰੱਬ ਦੀ ਰਜ਼ਾ ਉਹ ਪਿੱਛੇ ਨਹੀਂ ਹਟਿਆ, ਭਾਵੇਂ ਜਾਨ ਕੁਰਬਾਨ ਕਰਨੀ ਪਈ। ਔਰ ਮੈਂ ਜਾਨ ਕੁਰਬਾਨ ਕਰਨ ਤੋਂ ਨਹੀਂ ਡਰਦਾ, ਨਾ ਇਹਦੇ ਵਰਗਿਆਂ ਤੋਂ ਡਰਦਾ, ਸੈਣੀ ਵਰਗਿਆਂ ਤੋਂ ਜਾਂ ਇਹਦੇ ਬੰਦਿਆਂ ਤੋਂ, ਇਹਦੇ ਬਦਮਾਸ਼ਾਂ ਤੋਂ। ਇਸ ਕਰਕੇ ਮੇਰੇ ਪੈਰ ਨਾ ਡੋਲਣਗੇ। ਔਰ ਜਿੱਥੇ ਤੁਹਾਡੀਆਂ ਅਰਦਾਸਾਂ ਨਾਲ ਨੇ, ਫਤਿਹ ਤਾਂ ਵੈਸੇ ਹੀ ਹਾਸਿਲ ਹੁੰਦੀ ਰਹੂਗੀ। ਜਿਨ੍ਹਾਂ ਨੂੰ ਫਤਿਹ ਮਿਲਦੀ ਹੈ ਉਹਨਾਂ ਦੇ ਪੈਰ ਵੈਸੇ ਵੀ ਨਹੀਂ ਡੋਲਦੇ। ਔਰ ਫਤਿਹ ਦੇ ਲਈ, ਫਤਿਹ ਹਾਸਿਲ ਕਰਨ ਦੇ ਲਈ ਜੰਗ ਬਹੁਤ ਜ਼ਰੂਰੀ ਹੈ। ਮੈਦਾਨੇ ਜੰਗ ਦੇ ਵਿੱਚ ਨਾ ਪੈਰ ਡੋਲਦੇ ਹੈ, ਇਹ ਤਾਂ ਅੱਗੇ ਵਧਣ ਦਾ ਰਸਤਾ ਹੁੰਦਾ, ਪਿੱਛੇ ਹਟਣ ਦਾ ਨਹੀਂ। ਸੋ ਮੈਂ ਉਸ ਰਾਹ ਤੇ ਹੈਗਾ, ਨਾ ਪਿੱਛੇ ਹਟਾਂਗਾ ਨਾ ਡਰਾਂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਬਸ ਇੱਕ ਰਿਕੁਐਸਟ ਤੁਹਾਡੇ ਦਰਸ਼ਕਾਂ ਨੂੰ ਜ਼ਰੂਰ ਕਰਾਂਗਾ ਕਿ ਪਲੀਜ਼ ਅਰਦਾਸਾਂ ਬਰਕਰਾਰ ਰੱਖਿਓ। ਮੇਰਾ ਰੱਬ ਦੇ ਵਿੱਚ ਬਹੁਤ ਵਿਸ਼ਵਾਸ ਹੈ, ਤੁਹਾਡੀਆਂ ਅਰਦਾਸਾਂ 'ਚ ਬਹੁਤ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਮੈਂ ਹਮੇਸ਼ਾ ਇਹੀ ਗੱਲ ਕਹਿਣਾ, ਅਰਦਾਸ ਕਰਿਓ ਕਿ ਜਿਨ੍ਹਾਂ ਦੇ ਖਿਲਾਫ ਮੈਂ ਲੜ ਰਿਹਾ ਉਹਨਾਂ ਬੰਦਿਆਂ ਨੂੰ ਉਹਨਾਂ ਦੇ ਪਾਪਾਂ ਦੀਆਂ ਸਜ਼ਾ, ਉਹਨਾਂ ਆਈ ਸੌਰੀ ਟੂ ਸੇ ਉਹਨਾਂ ਹੈਵਾਨਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦਿਵਾਵਾਂ, ਕਿਉਂਕਿ ਇਨਸਾਨੀਅਤ ਦੀ ਗੱਲ ਨਹੀਂ ਹੈ। ਸੋ ਜਿਹੜੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਤੇ ਸਕਰੀਨ ਦੇ ਉੱਤੇ ਤੁਸੀਂ ਨੰਬਰ ਵੀ ਦੇਖ ਰਹੇ ਹੋ, ਐਡਵੋਕੇਟ ਪ੍ਰਦੀਪ ਵਿਰਕ ਜੀ ਦਾ ਨੰਬਰ ਹੈਗਾ। ਜੇ ਕੋਈ ਗੱਲਬਾਤ ਕਰਨਾ ਚਾਹੁੰਦਾ ਤਾਂ ਇਹਨਾਂ ਨਾਲ ਕਰ ਸਕਦਾ। ਖਾਸ ਤੌਰ ਤੇ ਜਿਹੜੇ ਇਸ ਮਾਮਲੇ ਦੇ ਵਿੱਚ ਹੋਰ ਗਵਾਹ ਜਿਨ੍ਹਾਂ ਨੇ ਇਸ ਘਟਨਾ ਬਾਰੇ ਕੁਝ ਵੀ ਜਾਣਦੇ ਨੇ, ਸੱਚ ਹੈਗਾ ਤੇ ਜੋ ਉਹ ਵੀ ਬਿਆਨ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਗੱਲ ਇਸ ਨੰਬਰ ਉੱਤੇ ਕਰ ਸਕਦੇ ਨੇ, ਕਿਉਂਕਿ ਬਹੁਤ ਸਾਰੇ ਗਵਾਹ ਹੈਗੇ ਨੇ ਜੋ ਅੱਗੇ ਗੱਲ ਕਰਨਾ ਵੀ ਚਾਹੁੰਦੇ ਹੋਣਗੇ, ਝੂਠੇ ਪੁਲਿਸ ਮੁਕਾਬਲਿਆਂ ਬਾਰੇ ਬਹੁਤ ਕੁਝ ਜਾਣਦੇ ਹੈਗੇ ਨੇ। ਤੇ ਜਿਹੜੇ ਹੋਰ ਵੀ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ ਨੇ ਉਹਨਾਂ ਬਾਰੇ ਵੀ ਕਿਸੇ ਨੂੰ ਜੇ ਕੋਈ ਸੱਚ ਪਤਾ ਹੈਗਾ ਤਾਂ ਉਹ ਵੀ ਤੁਸੀਂ ਬਿਆਨ ਕਰ ਸਕਦੇ ਹੋ। ਕਿਉਂਕਿ ਜਦੋਂ ਇੱਕ ਚੰਗਾ ਵਕੀਲ ਸਾਹਮਣੇ ਖੜਾ ਹੋ ਜੇ ਤੇ ਜਿਸ ਹਿਸਾਬ ਨਾਲ ਇਹਨਾਂ ਦੇ ਵਿੱਚ ਜਜ਼ਬਾ ਨਜ਼ਰ ਆ ਰਿਹਾ ਤੇ ਉਮੀਦ ਅਸੀਂ ਕਰ ਸਕਦੇ ਹਾਂ ਕਿ ਇਹਨਾਂ ਨੂੰ ਸਜ਼ਾਵਾਂ ਹੋਣਗੀਆਂ ਜਿਨ੍ਹਾਂ ਨੇ ਵੀ ਇਹ ਕਾਲੇ ਕਾਰਨਾਮੇ ਕੀਤੇ ਨੇ ਤੇ ਬੇਕਸੂਰਾਂ ਦਾ ਕਤਲ ਕੀਤਾ ਹੈਗਾ। ਸੋ ਸਰ, ਮੈਂ ਅਖੀਰ ਦੇ ਵਿੱਚ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਖਾਸ ਤੌਰ ਤੇ ਮੈਂ ਜਿਹੜੇ ਹੋਰ ਵੀ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੈਗੇ ਨੇ, ਜਿੱਦਾਂ ਤੁਸੀਂ ਉਮਰਾ ਨੰਗਲ ਦਾ ਨਾਮ ਲਿਆ ਗਿਆ, ਇਹਨਾਂ ਦਾ ਕੇਸ ਚੱਲਦਾ ਪਿਆ ਗਿਆ ਤੇ ਉਹਨਾਂ ਦੇ ਵਿੱਚ ਹੋਰ ਵੀ ਜਿਹੜੇ ਕੇਸ ਹੈਗੇ ਨੇ ਸਾਰੇ ਮੁਕਾਮ ਤੱਕ ਜਾਣਗੇ? ਸਾਰੇ ਮੁਕਾਮ ਤੱਕ ਜਾਣਗੇ, ਜ਼ਰੂਰ ਜਾਣਗੇ। ਸਿਰਫ ਟਾਈਮ ਦੀ ਗੱਲ ਹੁੰਦੀ ਹੈ। ਜਿਵੇਂ ਉਮਰਾ ਨੰਗਲ ਦਾ ਕੇਸ ਸੀ, ਉਹ 94 ਦਾ ਐਨਕਾਊਂਟਰ 2013 'ਚ ਅਸੀਂ ਹਾਈ ਕੋਰਟ ਗਏ, 6 ਸਾਲ ਸਾਨੂੰ ਹਾਈ ਕੋਰਟ ਲੱਗ ਗਏ। 9 ਮਹੀਨੇ ਉਸ ਤੋਂ ਬਾਅਦ SIT ਨੂੰ ਦਫ਼ਤਰ ਨਾ ਦੇਣ ਕਰਕੇ ਡਿਲੇ ਹੋ ਗਈ। ਸੋ ਕੁਝ ਸਰਕਮਸਟੈਂਸਸ ਹੁੰਦੇ ਆ ਜਿੱਥੇ ਡਿਲੇ ਹੋ ਰਹੀ ਹੁੰਦੀ ਹੈ ਜੀ। ਬਟ ਜਿੱਥੇ ਤੱਕ ਅੰਜਾਮ ਦਾ ਸਵਾਲ ਹੈ, ਅੰਜਾਮ ਤੱਕ ਤਾਂ ਉਹ ਜ਼ਰੂਰ ਪਹੁੰਚਾਵਾਂਗੇ ਔਰ ਉਹਨਾਂ ਨੂੰ ਸਜ਼ਾ, ਉਹਨਾਂ ਦੇ ਪਾਪਾ ਦੀਆਂ ਅਫਸਰਾਂ ਨੂੰ, ਅਫਸਰ ਉਹਨਾਂ ਲਈ ਗਲਤ ਵਰਡ ਹੋ ਜਾਂਦਾ ਹੈ, ਦਾਗੀ ਅਫਸਰਾਂ ਨੂੰ ਉਹਨਾਂ ਦੇ ਪਾਪਾ ਦੀਆਂ ਸਜ਼ਾ ਜ਼ਰੂਰ ਦਿਵਾਵਾਂਗੇ। ਸਿਰਫ ਟਾਈਮ ਦੀ ਗੱਲ ਹੈ, ਹਿੰਮਤ ਰੱਖਣੀ ਹੁੰਦੀ ਹੈ, ਪੇਸ਼ੈਂਸ ਰੱਖਣੀ ਹੁੰਦੀ ਹੈ। ਹੁਣ ਆ ਵੀ ਮੁਲਤਾਨੀ ਵਾਲਾ ਤੁਸੀਂ ਉਸ ਫੈਮਿਲੀ ਦੇ ਐਂਗਲ ਤੋਂ ਵੇਖੋ ਜਿਨ੍ਹਾਂ ਨੂੰ 29 ਸਾਲ ਹੋ ਗਏ ਇਨਸਾਫ ਦੇ ਇੰਤਜ਼ਾਰ 'ਚ। ਮੈਂ ਐਜ਼ ਅ ਲਾਇਰ ਆਪਣਾ ਫਰਜ਼ ਜਿੰਨਾ ਮਰਜ਼ੀ ਨਿਭਾ ਲਾਂ, ਇੱਕ ਵਾਰੀ ਉਸ ਫੈਮਿਲੀ ਦੇ ਐਂਗਲ ਤੋਂ ਵੇਖੋ। ਮੈਂ ਇੱਕ ਹੋਰ ਐਗਜ਼ਾਮਪਲ ਦੇਣਾ, ਸੁਮੇਧ ਸੈਣੀ ਇੱਕ ਟ੍ਰਾਇਲ ਭੁਗਤ ਰਿਹਾ ਦਿੱਲੀ CBI ਕੇਸ 'ਚ। ਉਹ ਫੈਮਿਲੀ ਦਾ 94 'ਚ ਫੈਮਿਲੀ ਮਾਰਤੀ। ਉਸ ਫੈਮਿਲੀ ਦੇ ਵਿੱਚ ਅਖਬਾਰਾਂ 'ਚ ਵੀ ਆਇਆ ਕਿ ਜਿਹੜੇ ਉਹ ਫੈਮਿਲੀ ਦੇ ਕੰਪਲੇਨੈਂਟ ਦੇ ਮਦਰ ਸੀ, ਸ਼ੀ ਵਾਜ਼ ਆਲਮੋਸਟ 100 ਔਰ ਉਹ ਇਨਸਾਫ ਦੀ ਉਮੀਦ ਕਰਦੇ ਕਰਦੇ ਉਹਨਾਂ ਦੀ ਡੈਥ ਹੋ ਗਈ। 26 ਸਾਲ ਤੋਂ ਉਹ ਕੇਸ ਚੱਲ ਰਿਹਾ। ਜਿਵੇਂ ਤੁਸੀਂ ਐਗਜ਼ਾਮਪਲ ਦਿੱਤੀ ਦਿੱਲੀ ਦੇ ਕੇਸਿਸ ਦੀ ਵੀ, ਇਹ ਸਾਰੇ ਇੰਨੇ ਪੁਰਾਣੇ ਕੇਸਿਸ ਆ। ਮੈਂ ਤਾਂ ਹੀ ਇੱਕ ਰੈਫਰੈਂਸ ਦਿੱਤੀ ਸੀ ਕਿ ਅਸੀਂ ਵੀ ਪੂਰਾ ਜ਼ੋਰ ਲਾ ਰਹੇ ਹਾਂ, ਤਾਂ ਹੀ ਮੈਂ ਡੇ ਟੂ ਡੇ ਟ੍ਰਾਇਲ ਦੀ ਵੀ ਗੱਲ ਕੀਤੀ, ਬਿਕੋਜ਼ ਕਿਤੇ ਨਾ ਕਿਤੇ ਇਹ ਜਿਹੜੀ ਹਿੰਮਤ ਹੈ ਇਹ ਉਸ ਫੈਮਿਲੀ ਨੂੰ ਸਭ ਤੋਂ ਜ਼ਿਆਦਾ ਰੱਖਣੀ ਪੈਂਦੀ ਹੈ ਜਿਨ੍ਹਾਂ ਦੇ ਨਾਲ ਤਸ਼ੱਦਦ ਹੋਈ ਹੁੰਦੀ ਹੈ, ਜਿਨ੍ਹਾਂ ਦੇ ਨਾਲ ਆ ਹੋਇਆ ਹੁੰਦਾ ਹੈ। ਔਰ ਕਿਉਂਕਿ ਇਹ ਲੜਾਈਆਂ ਲੰਬੀਆਂ ਹੋ ਗਈਆਂ, ਉਹ ਦੌਰ ਖਤਮ ਹੋਇਆ ਹੈ, ਪਰ ਉਹਦੇ ਆਫਟਰ ਇਫੈਕਟਸ ਅਗਲੀ ਜਨਰੇਸ਼ਨ ਤੱਕ ਵੀ ਚਲੇ ਗਏ ਹੈ। ਸੋ ਰੱਬ ਦੇ ਵਿੱਚ ਵਿਸ਼ਵਾਸ ਰੱਖ ਕੇ
ਤੁਸੀਂ ਅੱਗੇ ਆਓ, ਅਸੀਂ ਮਿਹਨਤ ਕਰੀਏ, ਰੱਬ ਰਜ਼ਾ ਆਪਣੀ 'ਚ ਰੱਖਣ ਔਰ ਅਸੀਂ ਫਤਿਹ ਹਾਸਿਲ ਕਰੀਏ। ਇਹੀ ਸਾਡਾ ਏਮ ਹੈ ਔਰ ਰੱਬ ਦੀ ਮਿਹਰ ਨਾਲ ਅਸੀਂ ਇਸ ਏਮ ਨੂੰ ਜ਼ਰੂਰ ਹਾਸਿਲ ਕਰਾਂਗੇ ਔਰ ਇਹ ਦਾਗਦਾਰ ਵਰਦੀਆਂ ਬੇਦਾਗ ਕਰਾਂਗੇ। ਸੋ ਮੇਰਾ ਆਖਰੀ ਸਵਾਲ, ਇਸ ਮਾਮਲੇ ਦੇ ਵਿੱਚ ਸੁਮੇਧ ਸਿੰਘ ਸੈਣੀ ਭੱਜਿਆ ਫਿਰਦਾ ਆਪਣੀ ਚੌਂਡੀ ਬਚਾਉਣ ਦੇ ਲਈ, ਪਰ ਅਦਾਲਤਾਂ ਦੇ ਵੱਲੋਂ ਸਮੇਂ-ਸਮੇਂ ਉੱਤੇ ਉਹਨਾਂ ਨੂੰ ਗ੍ਰਿਫਤਾਰੀ ਉੱਤੇ ਰੋਕ ਲੱਗ ਦਿੱਤੀ ਜਾਂਦੀ ਹੈ। ਪਹਿਲਾਂ ਵੀ ਲੱਗੀ ਤੇ ਹੁਣ ਫਿਰ 1 ਸਤੰਬਰ ਤੱਕ ਲੱਗੀ ਹੈਗੀ ਹੈ। ਤੇ ਕਦ ਤੱਕ ਰੋਕ ਲੱਗਦੀ ਰਹੇਗੀ ਤੇ ਕਦੋਂ ਜਿਹੜਾ ਗ੍ਰਿਫਤਾਰ ਸ਼ਿਕੰਜੇ ਦੇ ਵਿੱਚ ਫੜਿਆ ਜਾਊਗਾ ਸੁਮੇਧ ਸਿੰਘ ਸੈਣੀ? ਦੇਖੋ, ਮੈਂ ਜੁਡੀਸ਼ਰੀ ਤੇ ਤਾਂ ਕਮੈਂਟ ਨਹੀਂ ਕਰ ਸਕਦਾ। ਸੁਮੇਧ ਸੈਣੀ ਨੇ ਪਹਿਲਾਂ ਇਸ ਕੇਸ ਦੇ ਵਿੱਚ ਜਿਹੜਾ ਸੁਮੇਧ ਸੈਣੀ ਤੇ ਜਿਹੜਾ ਦਿੱਲੀ ਕੇਸ ਚੱਲ ਰਿਹਾ ਉਹਦੇ ਜਸਟਿਸ ਝਾਂਜੀਓ ਕੇਸ ਸੁਣ ਰਹੇ ਸੀ। ਸੁਮੇਧ ਸੈਣੀ ਨੇ ਉਹਨਾਂ ਨੂੰ, ਇਹ ਆਪ ਐਸਐਸਪੀ ਸੀ ਉਦੋਂ ਧਮਕਾਇਆ ਸੀ 95 ਵਿੱਚ, ਨਿਹੰਗ ਪੂਲਾ ਭੇਜ ਕੇ ਫੋਨ ਤੇ ਧਮਕੀਆਂ ਦਵਾ ਕੇ, ਉਹ ਡਿਵੀਜ਼ਨ ਬੈਂਚ ਬੈਠੇ ਸੀ ਉਦੋਂ ਧਮਕੀਆਂ ਦਿਲਵਾ ਕੇ, ਫੋਨ ਤੇ ਵੀ ਇਹ ਉਹਨਾਂ ਨੇ ਆਰਡਰ 'ਚ ਲਿਖੀਆਂ ਗੱਲਾਂ। ਫਿਰ ਜਸਟਿਸ ਤੀਰਥ ਸਿੰਘ ਠਾਕੁਰ ਜਿਹੜੇ ਫਾਰਮਰ ਚੀਫ ਜਸਟਿਸ ਆਫ ਇੰਡੀਆ ਰਹੇ ਹੈ, ਉਹਨਾਂ ਨੇ ਵੀ ਲਿਖਿਆ ਹੈ ਇਲੀਗਲ ਫੋਨ ਟੈਪਿੰਗ ਦੇ ਵਿੱਚ ਸੁਮੇਧ ਸੈਣੀ ਨੂੰ ਇੰਡਾਈਟ ਕੀਤਾ ਹੈ। ਹੁਣ ਵੀ ਜੇ ਅਦਾਲਤਾਂ ਤੋਂ ਇਹਨੂੰ ਕਿਤੇ ਰਿਲੀਫ ਮਿਲ ਰਿਹਾ ਹੈ, ਮੈਂ ਉਸ ਚੀਜ਼ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ ਸਿਵਾਏ ਇੱਕ ਚੀਜ਼ ਦੇ, ਜਿੰਨਾ ਰਿਲੀਫ ਲੈਣਾ ਲੈ ਲਵੇ। ਅਸੀਂ ਲੜ ਰਹੇ ਹਾਂ, ਅਸੀਂ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਉੱਚ ਅਦਾਲਤ ਹੈ, ਸਭ ਤੋਂ ਉੱਚ ਅਦਾਲਤ ਰੱਬ ਦੀ, ਉਸ ਅਦਾਲਤ 'ਚ ਵਿਸ਼ਵਾਸ ਰੱਖ ਕੇ ਲੜਿਆ ਮੈਂ। ਜੀ। ਇਹ ਵਿਸ਼ਵਾਸ ਉਦੋਂ ਵੀ ਰੱਖਿਆ ਸੀ ਜਦੋਂ ਕੇਸ ਸਕੁਐਸ਼ ਹੋਇਆ ਸੀ 2011 'ਚ, ਪਰ 2020 'ਚ ਦੁਬਾਰਾ ਉੱਠਿਆ। ਸੋ ਕਿਤੇ ਵੀ ਅਸੀਂ ਜਾਈਏ ਸੈਟਬੈਕਸ ਹੁੰਦੇ ਹੈ, ਪਰ ਸੈਟਬੈਕ ਦਾ ਇਹ ਮਤਲਬ ਨਹੀਂ ਕਿ ਅਸੀਂ ਅੰਜਾਮ ਤੱਕ ਨਹੀਂ ਪਹੁੰਚ ਰਹੇ। ਅੰਜਾਮ ਦੇ ਤੱਕ ਮਤਲਬ ਪਹੁੰਚਣ ਲਈ ਅਸੀਂ ਰਾਹ ਤੇ ਹੈਗੇ ਹਾਂ, ਚੱਲਦੇ ਰਵਾਂਗੇ, ਨਿਡਰ ਹੋ ਕੇ ਚੱਲਾਂਗੇ ਔਰ ਮੰਜ਼ਿਲ ਜ਼ਰੂਰ ਮਿਲੂਗੀ। ਸੁਮੇਧ ਸਿੰਘ ਸੈਣੀ ਦੇ ਨਾਲ ਹੋਰ ਕਿਹੜੇ ਪੁਲਿਸ ਅਧਿਕਾਰੀ ਲਪੇਟੇ ਦੇ ਵਿੱਚ ਆਉਣਗੇ? ਦੇਖੋ, ਇਹਦੇ 'ਚ ਬਹੁਤ ਆਫਿਸਰਸ ਦੇ ਨਾਂ ਆਉਂਦੇ ਆ, ਪਰ ਅਜੇ ਤੱਕ ਉਹ ਕਲੀਅਰ ਨਹੀਂ ਹੋ ਰਿਹਾ। ਬਿਕੋਜ਼ ਜਿਵੇਂ ਮੁਲਤਾਨੀ ਨੂੰ ਚੁੱਕਣ ਲਈ 6-7 ਜਿਪਸੀਜ਼ ਗਈਆਂ, ਹੁਣ 6-7 ਜਿਪਸੀਜ਼ ਦਾ ਮਤਲਬ ਹੈ ਸਮਝੋ 30 ਤੋਂ 35 ਜਾਣੇ। ਹੁਣ ਜੇ ਆਪਾਂ ਲੌਜੀਕਲੀ ਦੇਖੀਏ, ਕਿਸੇ ਵੀ ਗਵਾਹ ਨੂੰ ਤੁਸੀਂ ਪੁੱਛ ਲਓ, ਕਿਸੇ ਪੁਲਿਸ ਵਾਲੇ ਨੂੰ ਹੀ ਪੁੱਛ ਲਓ, ਭਾਵੇਂ ਹੁਣ ਵਾਦਾ ਮਾਫ ਗਵਾਹੀ ਬਣੇ, ਇਹਨਾਂ ਨੂੰ ਕੀ ਯਾਦ ਕਿ ਜੀ 11 ਤਰੀਕ ਨੂੰ ਕਿਹੜੇ 30 ਜਾਂ 35 ਜਾਣੇ ਗਏ ਸੀ? ਇਹ ਚੀਜ਼ਾਂ ਯਾਦ ਇੰਨੇ ਸਾਲਾਂ ਬਾਅਦ ਨਹੀਂ ਰਹਿੰਦੀ। ਪੁਲਿਸ ਤਾਂ ਰੋਜ਼ ਰੇਡ ਮਾਰਦੀ ਹੈ। ਜਿਨ੍ਹਾਂ ਨੇ ਲਾਸ਼ ਖੁਰਦ-ਬੁਰਦ ਕੀਤੀ ਉਹਨਾਂ ਦਾ ਉਹ ਮੇਨ ਅਕਿਊਜ਼ ਜ਼ਰੂਰ ਪਤਾ ਲੱਗ ਜਾਣਗੇ। ਹੁਣ ਜਿਵੇਂ ਪ੍ਰੇਮ ਸਿੰਘ ਮਲਿਕ ਦਾ ਨਾਂ ਹੈ, ਹੋਰ 2-3 ਆਫਿਸਰਸ ਦੇ ਨਾਂ ਹੈਗੇ ਵਿੱਚ, ਉਹਨਾਂ ਚੋਂ ਕੁਝ ਦੀ ਡੈਥ ਵੀ ਹੋ ਚੁੱਕੀ ਹੈ। ਹੁਣ ਉਹ ਤਫਤੀਸ਼ ਦੇ ਵਿੱਚ ਹੋਰ ਡਿਟੇਲਸ ਆਉਣਗੀਆਂ। ਤਾਂ ਹੀ ਮੈਂ ਕਹਿ ਰਿਹਾ ਕਿ ਸੁਮੇਧ ਸਿੰਘ ਸੈਣੀ ਦੀ ਕਸਟੋਡੀਅਲ ਇੰਟਰੋਗੇਸ਼ਨ ਜ਼ਰੂਰੀ ਹੈ, ਤਾਂ ਹੀ ਇਹਦੀ ਅਰੈਸਟ ਜ਼ਰੂਰੀ ਹੈ, ਕਿਉਂਕਿ ਇਹਨੇ ਬੋਡੀ ਡਿਸਪੋਜ਼ ਆਫ ਕਰਨ ਲਈ ਜਿਹੜੀ ਟੀਮ ਭੇਜੀ ਸੀ ਉਹ ਨਾ ਇਹ ਦੱਸੂਗਾ ਜਿਹੜੇ ਐਵੀਡੈਂਸ ਡਿਸਟਰੋਏ ਕੀਤੀ ਹੈ, ਕੱਪੜੇ ਕਿਹਨੇ ਡਿਸਟਰੋਏ ਕੀਤੇ, ਡੰਡਾ ਕਿਹਨੇ ਡਿਸਟਰੋਏ ਕੀਤਾ, ਹੋਰ ਜਿਹੜੇ ਬੰਦੇ, ਮਤਲਬ ਹੁਣ ਜਿਵੇਂ ਵੈਪਨ ਪਲਾਂਟ ਕੀਤਾ ਹੈ, ਉਹ ਵੈਪਨ ਸੁਮੇਧ ਸਿੰਘ ਸੈਣੀ ਕੋਲ ਕਿੱਥੋਂ ਆਇਆ ਜਿਹੜਾ ਪਲਾਂਟ ਕੀਤਾ ਗਿਆ? ਉਹ ਕਾਗਜ਼ ਜਿਹੜੇ ਝੂਠੇ ਤਿਆਰ ਕੀਤੇ ਸੁਮੇਧ ਸੈਣੀ ਦੇ ਆਰਡਰਸ ਤੇ ਹੋਏ, ਉਹ ਚੀਜ਼ਾਂ ਕਿੱਥੋਂ ਆਈਆਂ? ਹੁਣ ਇਹ ਤਾਂ ਹੈ ਨਹੀਂ ਪੁਲਿਸ ਕੋਲ, ਵੈਸੇ ਸੈਣੀ ਕੋਲ ਇਲੀਗਲ ਵੈਪਨ ਹੈ, ਜੇ ਹੈ ਤੇ ਉਹਦੇ ਤਾਂ ਅੱਡ ਪਰਚਾ ਬਣਦਾ, ਸਰਕਾਰ ਨੂੰ ਕਰਨਾ ਚਾਹੀਦਾ। ਨਹੀਂ ਕੀਤਾ, ਚਲੋ ਇਹਦੇ 'ਚ ਹੀ ਆ ਜਾਓ। ਜੇ ਉਹ ਇਲੀਗਲ ਵੈਪਨ ਸੀ ਸੁਮੇਧ ਸੈਣੀ ਕੋਲ, ਉਹ ਕਿੱਥੋਂ ਆਇਆ ਤੇ ਕਿੱਥੇ ਗਿਆ? ਉਹਦੀ ਕੀ ਮੇਕ ਸੀ, ਕਿੱਥੋਂ ਰਿਕਵਰੀ ਹੋਈ? ਜਦੋਂ ਕੁਲਦੀਪ ਸਿੰਘ ਦੇ ਬਿਆਨ 'ਚ ਆ ਗਿਆ ਕਿ ਉਹ ਪਲਾਂਟਡ ਵੈਪਨ ਹੈ, ਝੂਠਾ ਪਲਾਂਟ ਹੋਇਆ। ਸੋ ਇਹੋ ਜਿਹੀਆਂ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਨੂੰ ਕਸਟਡੀ 'ਚ ਲੈ ਕੇ ਹੀ ਬਾਹਰ ਆਉਣਗੀਆਂ। ਹਾਂਜੀ, ਹੁਣ ਕੋਰਟ ਦੇ ਆਰਡਰ ਤੋਂ ਠੀਕ ਹੈ, ਇਨਵੈਸਟੀਗੇਸ਼ਨ ਡਿਲੇ ਹੋ ਜਾਂਦੀ ਹੈ, ਕਸਟਡੀ ਉਹਦੀ ਨਹੀਂ ਮਿਲ ਰਹੀ, ਉਹਦੇ ਨਾਲ ਠੀਕ ਹੈ, ਡਿਲੇ ਹੋ ਰਿਹਾ ਪ੍ਰੋਸੈਸ, ਪਰ ਅਸੀਂ ਫਿਰ ਵੀ ਲੜ ਰਹੇ ਹਾਂ, ਰੱਬ 'ਚ ਵਿਸ਼ਵਾਸ ਰੱਖ ਕੇ ਲੜ ਰਹੇ ਹਾਂ, ਲੜੀ ਜਾਵਾਂਗੇ ਜਦੋਂ ਤੱਕ ਜਿੱਤ ਨਹੀਂ ਹਾਸਿਲ ਕਰ ਲੈ। ਸੋ ਬਿਲਕੁਲ ਪ੍ਰਦੀਪ ਵੀਰ ਜੀ, ਜਿੱਤ ਤੁਸੀਂ ਹਾਸਲ ਜ਼ਰੂਰ ਕਰੋਗੇ ਜਿਸ ਹਿਸਾਬ ਨਾਲ ਤੁਹਾਡਾ ਹੌਸਲਾ ਹੈਗਾ, ਜਜ਼ਬਾ ਹੈਗਾ, ਤੇ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਕੀਮਤੀ ਸਮਾਂ ਕੱਢਿਆ ਸਾਡੇ ਲਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਦਰਸ਼ਕੋ, ਇਹ ਸਨ ਪ੍ਰਦੀਪ ਵੀਰ ਜੀ, ਤੇ ਜਿਨ੍ਹਾਂ ਨੇ ਬਹੁਤ ਕੁਝ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਸਾਰੇ ਫੜੇ ਜਾਣਗੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰਿਆ, ਖਾਸ ਤੌਰ ਤੇ ਤਸ਼ੱਦਦ ਆਇਆ ਪੁਲਿਸ ਵਾਲਿਆਂ ਨੇ, ਤੇ ਅੱਜ ਉਹ ਪੁਲਿਸ ਅਧਿਕਾਰੀ ਭੱਜਿਆ ਫਿਰਦਾ ਹੈ ਆਪਣੀ ਚਮੜੀ ਬਚਾਉਣ ਲਈ, ਕਿਉਂਕਿ ਉਸ ਨੂੰ ਹੁਣ ਭੱਜਣ ਦਾ ਰਾਹ ਵੀ ਨਹੀਂ ਲੱਭ ਰਿਹਾ। ਛਾਪੇਮਾਰੀ ਚੱਲ ਰਹੀ ਹੈ, ਪਰ ਕਦ ਤੱਕ ਗ੍ਰਿਫਤਾਰੀ ਤੋਂ ਟਲੂਗਾ? ਜਿਸ ਹਿਸਾਬ ਨਾਲ ਕੇਸ ਅੱਗੇ ਸਟਰੋਂਗ ਹੁੰਦਾ ਜਾ ਰਿਹਾ, ਗਵਾਹ ਹੋਰ ਆ ਰਹੇ ਨੇ, ਅਸੀਂ ਉਮੀਦ ਕਰ ਸਕਦੇ ਹਾਂ ਕਿ ਸੁਮੇਧ ਸਿੰਘ ਸੈਣੀ, ਪਹਿਲਾਂ ਚਰਚਾ ਸੀ ਪੰਜਾਬ ਦੇ ਵਿੱਚ ਕਿ ਇਸ ਨੇ ਬਹੁਤ ਸਾਰੇ ਬੰਦੇ ਮਾਰੇ ਨੇ, ਤੇ ਅੱਜ ਉਸ ਤੋਂ ਭੇਤ ਖੁੱਲ੍ਹਦੇ ਜਾਂਦੇ ਨੇ। ਅੱਜ ਸਾਹਮਣੇ ਆ ਰਿਹਾ ਸਭ ਕੁਝ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਤਸ਼ੱਦਦ ਆਇਆ ਸੀਗਾ, ਅੱਤਵਾਦ ਦੀ ਆੜ ਦੇ ਵਿੱਚ ਬੇਕਸੂਰਾਂ ਨੂੰ ਇਹਨਾਂ ਨੇ ਮਾਰਿਆ ਸੀਗਾ, ਤੇ ਹੋਰ ਵੀ ਜਿਹੜੇ ਪੁਲਿਸ ਵਾਲੇ ਹੈਗੇ ਨੇ ਉਹ ਵੀ ਇਸ ਮਾਮਲੇ ਦੇ ਵਿੱਚ ਗ੍ਰਿਫਤ ਦੇ ਵਿੱਚ ਫਸਣਗੇ, ਕਿਉਂਕਿ ਇਹ ਮਾਮਲਾ ਹੁਣ ਆਪਣੇ ਆਪ ਵਿੱਚ ਬਹੁਤ ਗੰਭੀਰ ਹੁੰਦਾ ਜਾ ਰਿਹਾ। ਜਿਸ ਹਿਸਾਬ ਨਾਲ ਪਹਿਲਾਂ ਤਾਂ ਇਹ ਸੀਗਾ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕੀਤਾ ਗਿਆ ਸੀਗਾ, ਤੇ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਨਾਲ ਕੀ ਹੋਇਆ, ਪਰ ਹੁਣ ਸਪਸ਼ਟ ਹੋ ਗਿਆ ਕਿ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀਗਾ, ਉਹਨਾਂ ਨੂੰ ਤਸ਼ੱਦਦ ਕੀਤਾ ਗਿਆ ਸੀਗਾ,
ਬੇਰਹਿਮੀ ਨਾਲ ਉਹਨਾਂ ਨੂੰ ਥਾਣੇ ਦੇ ਵਿੱਚ ਹੀ ਮਾਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਝੂਠੀਆਂ ਜਿਹੜੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਸੀ ਉਹ ਦਰਜ ਕੀਤੀਆਂ ਗਈਆਂ ਸੀ। ਉਮੀਦ ਕਰਦੇ ਹਾਂ ਕਿ ਸੁਮੇਧ ਸਿੰਘ ਸੈਣੀ ਛੇਤੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਤੇ ਉਹਨਾਂ ਨੂੰ ਜਿਹੜੀ ਸਖਤ ਤੋਂ ਸਖਤ ਜਿਹੜੀ ਹੈਗੀ ਹੈ ਉਹ ਸਜ਼ਾ ਮਿਲੇਗੀ। ਹੁਣ ਮੈਨੂੰ ਅਮਨ ਮੋਹਨ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ੍ਰੀ ਅਕਾਲ।